ਭਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੋਹਰਾ ਰੇ ਮਨ ਤਜ ਆਲਸ ਸਰਬ ਗਹੋ ਉਦਮ ਹਰ ਨਾਮ ਲੋਕ ਪਰਲੋਕ ਸਹਾਏ ਹੋਇ ਪੂਰ ਹੈ ਸਗਰੇ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰੇ ਮਨ ਤਜ ਆਲਸ ਸਰਬ ਗਹੋ ਉਦਮ ਹਰ ਨਾਮ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 40ਵਾਂ। ਕਵੀ ਸੰਤੋਖ ਸਿੰਘ ਜੀ ਇੱਥੇ ਮਨ ਨੂੰ ਜਿਹੜਾ ਹੈ ਸਮਝਾਉਂਦੇ ਹਨ। ਰੇ ਮਨ ਤਜ ਆਲਸ ਸਰਬ, ਹੇ ਮਨ ਤੂੰ ਆਲਸ ਜੋ ਲੇਜ਼ੀਪਣਾ ਹੈ, ਜੋ ਤੂੰ ਆਲਸ ਕਰਦਾ ਹਾਂ ਨਾਮ ਜਪਣ ਤੋਂ, ਤੂੰ ਆਲਸ ਕਰਦਾ ਹਾਂ ਅੰਮ੍ਰਿਤ ਵੇਲੇ ਉੱਠਣ ਤੋਂ, ਤੂੰ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਹੈ ਗੁਰਬਾਣੀ ਸੁਣਨ ਪੜ੍ਹਨ ਤੋਂ ਆਲਸ ਤੂੰ ਕਰਦਾ ਹਾਂ। ਰੇ ਮਨ ਤਜ ਆਲਸ ਸਰਬ, ਇਸ ਕਰਕੇ ਹੇ ਮਨਾ ਤੂੰ ਸਾਰੀ ਐਸੀ ਆਲਸ ਜਿਹੜੀ ਹੈ ਤੇਰੇ ਵਿੱਚ ਉਹਨੂੰ ਤਿਆਗ ਦੇ। ਗਹੋ ਉਦਮ ਹਰ ਨਾਮ, ਤੇ ਪਕੜ ਉਹ ਉਦਮ ਜੋ ਪਰਮਾਤਮਾ ਦੇ ਨਾਮ ਜਪਣ ਦਾ ਹੈ। ਨਾਮ ਜਪਣ ਦਾ ਉਦਮ ਕਰ, ਹਿੰਮਤ ਕਰ। ਲੋਕ ਪਰਲੋਕ ਸਹਾਏ ਹੋਇ, ਜਿਹਦੇ ਕਰਕੇ ਇਹ ਹਰੀ ਨਾਮ, ਇਸ ਪਰਮਾਤਮਾ ਦਾ ਨਾਮ ਵਾਹਿਗੁਰੂ ਨੇ ਹੀ ਤੇਰੀ ਸਹਾਇਤਾ ਕਰਨੀ ਹੈ। ਇਸ ਲੋਕ ਦੁਨੀਆ ਦੇ ਵਿੱਚ ਤੇ ਅਗਲੀ ਪਰਲੋਕ ਦੇ ਵਿੱਚ ਵੀ ਉਹੀ ਪਰਮਾਤਮਾ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ। ਪੂਰ ਹੈ ਸਗਰੇ ਕਾਮ, ਤੇ ਪੂਰ ਹੈ ਤੇਰੇ ਸਾਰੇ ਕਾਰਜ ਪੂਰਨ ਕਰਨ ਵਾਲਾ ਉਹ ਪਰਮੇਸ਼ਰ ਦਾ ਨਾਮ ਵਾਹਿਗੁਰੂ ਹੈ। ਜਿਹਦੇ ਕਰਕੇ ਤੇਰੇ ਸੰਸਾਰ ਵਿੱਚ ਆਇਆਂ ਦਾ ਜੋ ਕੰਮ ਸੀ, ਜੋ ਤੂੰ ਕਰਨ ਵਾਸਤੇ ਆਇਆ ਸੀਗਾ, ਜਿਹਦੇ ਕਰਕੇ ਤੇਰਾ ਜਨਮ ਹੋਇਆ, ਉਹ ਕੰਮ ਪੂਰਾ ਹੋ ਜਾਏਗਾ ਜੇ ਤੂੰ ਪਰਮੇਸ਼ਰ ਦਾ ਨਾਮ ਜਪੇਂਗਾ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸੁਣਿਆ ਸ੍ਰੀ ਤੇਹਨ ਕੁਲਦੀਪਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਥਾ ਅੱਗੇ ਸੁਣਾ ਰਹੇ ਹਨ ਜੋ ਅਟਲ ਬਟਾਲੀ ਦੀ ਹੈ। ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕੀਤਾ ਹੈ ਭਾਈ ਬਾਲੇ ਨੇ। ਸ੍ਰੀ ਤ੍ਰੇਹਨ ਕੁਲਦੀਪਾ, ਹੇ ਤ੍ਰੇਹਨ ਕੁਲ ਦੇ ਦੀਪ, ਕੁਲ ਦੇ ਮਾਲਕ, ਕੁਲ ਦੇ ਸ਼ਿੰਗਾਰ, ਆਪ ਜੀ ਇਹ ਕਥਾ ਸੁਣੋ। ਸਿੱਧ ਬੈਠੇ ਸਭ ਗੁਰੂ ਸਮੀਪਾ, ਹੁਣ ਸਿੱਧ ਜਿਹੜੇ ਸਨ ਸਾਰੀਆਂ ਦੀਆਂ ਜਿਨ੍ਹਾਂ ਦੀਆਂ ਸ਼ਕਤੀਆਂ ਸਤਿਗੁਰੂ ਨੇ ਖਿੱਚ ਲਈਆਂ, ਖਾਲੀ ਹੋ ਕੇ ਆ ਕੇ ਸਤਿਗੁਰਾਂ ਕੋਲ ਬੈਠ ਗਏ ਚੌਂਕੜੀ ਮਾਰ ਕੇ। ਜਹਾਂ ਅਜਿੱਤਾ ਕਲਾ ਦਿਖਾਵਤ, ਤੇ ਸਿੱਧ ਤਾਂ ਬੈਠੇ ਹਨ ਜਿਵੇਂ ਬੱਚਿਆਂ ਨੂੰ ਕੁੱਟ ਕੇ ਬਿਠਾਇਆ ਹੁੰਦਾ ਸਕੂਲ ਦੇ ਵਿੱਚ, ਜਿਹੜੇ ਸ਼ਰਾਰਤਾਂ ਕਰਦੇ ਹਨ ਉਹਨਾਂ ਨੂੰ ਕੁੱਟ ਕੇ ਬਿਠਾਇਆ ਹੁੰਦਾ ਕੋਲੇ ਵੀ ਹੁਣ ਨਾ ਤੁਸੀਂ ਬੋਲਿਓ, ਜੇ ਬੋਲੇ ਤਾਂ ਫੇਰ ਤੁਹਾਡੇ ਕੁੱਟ ਪੈ ਜਾਏਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਸਿੱਧ ਹਨ ਗਰਦਨਾਂ ਜਿਹੀਆਂ ਸੱਟੀ ਬੈਠੇ ਹਨ, ਕੋਈ ਉਪਾਅ ਨਹੀਂ ਚੱਲਦਾ। ਹੁਣ ਦੂਸਰੇ ਪਾਸੇ ਉਸ ਲੇਕ ਜਿਹੜਾ ਸੀਗਾ, ਉਹ ਤਲਾਅ ਜਿਹੜਾ ਸੀਗਾ, ਜਿਹਦੇ ਉੱਤੇ ਅਜਿੱਤਾ ਰੰਧਾਵਾ ਜਿਹੜਾ ਸੀ ਆਪਣੀ ਸ਼ਕਤੀ ਦਿਖਾ ਰਿਹਾ ਸੀਗਾ, ਜੋ ਮਰੀਆਂ ਹੋਈਆਂ ਚਿੜੀਆਂ ਨੂੰ ਹੱਥ ਵਿੱਚ ਫੜ ਕਰਕੇ ਉਡਾ ਰਿਹਾ ਸੀਗਾ ਜਿਉਂਦਿਆਂ ਕਰਕੇ। ਮ੍ਰਿਤਕ ਬਿਹੰਗਨ ਕੋ ਜਵਾਵਤ, ਹੁਣ ਮ੍ਰਿਤਕ ਇਹ ਬਿਹੰਗਮ ਜਿਹੜੇ ਜਾਨਵਰ ਹਨ, ਉੱਡਣ ਵਾਲੇ ਪੰਛੀ, ਇਹਨਾਂ ਨੂੰ ਜਿਉਂਦਿਆਂ ਕਰ ਕਰਕੇ ਉੱਤੇ ਨੂੰ ਉਡਾ ਰਿਹਾ ਹੈ। ਬ੍ਰਿੰਦ ਲੋਕ ਤਹਿ ਪਿਖੈ ਤਮਾਸਾ, ਬਹੁਤ ਸਾਰੇ ਲੋਕ ਹੁਣ ਕਿਉਂਕਿ ਸਿੱਧ ਤਾਂ ਸਾਰੇ ਹਾਰ ਕੇ ਬਹਿ ਗਏ ਥੱਲੇ, ਹੁਣ ਸਾਰੀ ਨਿਗਾਹ ਸਾਰੀ ਅਟੈਂਸ਼ਨ ਜਿਹੜੀ ਲੋਕਾਂ ਦੀ ਹੈ ਉਹ ਭਾਈ ਅਜਿੱਤਾ ਤੇ ਜਾ ਰਹੀ ਹੈ, ਜੋ ਇੱਕ ਕੱਪੜਾ ਵਿਛਾ ਕੇ ਪਾਣੀ ਦੇ ਉੱਤੇ, ਜਿਹੜਾ ਕੱਪੜਾ ਭਿੱਜ ਵੀ ਨਹੀਂ ਰਿਹਾ ਪਾਣੀ ਕਰਕੇ, ਤੇ ਉੱਤੇ ਆਪ ਬੈਠ ਕੇ ਤਰ ਰਿਹਾ ਹੈ। ਤਾਂ ਕਿ ਦਿਸ ਦੇਖਿਓ ਸੁਖ ਰਾਸਾ, ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਜਿਹੜਾ ਹਨ ਲੇਕ ਦੇ ਵੱਲ ਜਾਂ ਉਸ ਤਲਾਅ ਦੇ ਵੱਲ ਦੇਖਿਆ। ਪੂਜਨ ਹਿਤ ਪ੍ਰਭੂ ਬਚਨ ਉਚਾਰੇ, ਪ੍ਰਭੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੁੱਛਣ ਵਾਸਤੇ ਬਚਨ ਕੀਤੇ। ਉਹ ਹੈ ਇਹ ਜੋ ਮ੍ਰਿਤਕ ਜਿਵਾਰੇ, ਕਹਿੰਦੇ ਕੌਣ ਹੈ ਇਹ ਜਿਹੜੇ ਮਰੇ ਹੋਏ ਬਿਹੰਗਮ, ਜੋ ਮਰੇ ਹੋਏ ਪੰਛੀਆਂ ਨੂੰ ਜਿਉਂਦਿਆਂ ਕਰਕੇ ਉਡਾ ਰਿਹਾ ਹੈ ਆਕਾਸ਼ ਵੱਲ। ਨੌਕਾ ਸਮਸਰ ਚੀਰ ਡਸਾਇਓ, ਤੇ ਇਹਨੇ ਆਪਣਾ ਕਪੜਾ ਤਾਂ ਇਸ ਤਰ੍ਹਾਂ ਜਿਹੜਾ ਹਨ ਪਾਣੀ ਤੇ ਵਿਛਾ ਕੇ ਉੱਤੇ ਤਾਰਿਆ ਜਿਵੇਂ ਬੋਟ ਤੇ ਚੜਿਆ ਹੁੰਦਾ ਹੈ, ਜਿਵੇਂ ਕੋਈ ਨੌਕਾ ਕੋਈ ਬੇੜੀ ਤੇ ਚੜ ਕੇ ਪਾਣੀ ਤੇ ਤਰਦਾ ਹੈ, ਇਹ ਕਪੜਾ ਵਿਛਾ ਕੇ ਤਰੀ ਜਾਂਦਾ ਹੈ। ਇਹ ਤਰ ਬੈਠਣਾ ਨੀਰ ਛੁਵਾਇਓ, ਦੇਖੋ ਇਹ ਜਿਹੜਾ ਉੱਤੇ ਬੈਠਾ ਕਪੜੇ ਦੇ, ਨਾ ਕਪੜਾ ਭਿੱਜਦਾ ਹੈ ਨਾ ਇਹ ਭਿੱਜਿਆ ਉੱਤੇ ਬੈਠਿਆ ਹੋਇਆ। ਕਰਾਮਾਤ ਕਰ ਕਹਿ ਦਿਖਰਾਵੇ, ਦੇਖੋ ਇਹ ਕਰਾਮਾਤ ਇਹ ਕੌਣ ਹੈ ਜਿਹੜਾ ਦਿਖਾ ਰਿਹਾ ਹੈ, ਜਿਹਦੇ ਕਰਕੇ ਨੀਰ ਪਾਣੀ ਇਹਨੂੰ ਟੱਚ ਵੀ ਨਹੀਂ ਕਰ ਰਿਹਾ। ਲੋਕਾਂ ਮਹਿ ਨਿਜ ਮਾਨ ਵਧਾਵੇ, ਇਹ ਲੋਕਾਂ ਵਿੱਚ ਆਪਣੀ ਮਾਣ ਵਡਿਆਈ ਨੂੰ ਵਧਾਉਣ ਵਾਸਤੇ ਇਹ ਕੁਝ ਆਪਣੀਆਂ ਸ਼ਕਤੀਆਂ ਦਾ ਪ੍ਰਗਟਾਵਾ ਕਰ ਰਿਹਾ ਹੈ।
ਹੈ। ਸਿੱਧ ਕਹਿਓ ਇਹੋ ਚੇਲਾ ਤੇਰਾ। ਸਿੱਧ ਲੋਕ ਉੱਥੇ ਬੈਠੇ ਜਿਹੜੇ ਕੁੱਟ ਕੇ ਬਿਠਾਏ ਹੋਏ ਸਨ, ਜਿਵੇਂ ਨਿੰਬੂ ਤੇ ਸ਼ੂਗਰਕੇਨ ਨੂੰ ਨਿਚੋੜਿਆ ਹੁੰਦਾ ਹੈ, ਉਸ ਤਰ੍ਹਾਂ ਦੇ ਵਿਚਾਰੇ ਬੈਠੇ। ਤੇ ਜਦੋਂ ਸਤਿਗੁਰਾਂ ਨੇ ਇਹ ਸਵਾਲ ਕੀਤਾ, ਉਹ ਸਿੱਧ ਜਿਹੜੇ ਹਨ ਉਹਨਾਂ 'ਚ ਜਾਨ ਪੈ ਗਈ। ਕੀ ਕਹਿੰਦੇ ਜੀ ਉੱਚੀ ਉੱਠ ਕੇ? ਕਹਿੰਦੇ ਤੇਰਾ ਹੀ ਚੇਲਾ ਹੈ, ਇਹ ਤੁਹਾਡਾ ਹੀ ਚੇਲਾ ਹੈ ਜਿਹੜਾ ਇਹ ਕਾਰਜ ਕਰ ਰਿਹਾ ਹੁਣ। ਅਬ ਕੇ ਸਮੇਂ ਨਾ ਕੋ ਅਨਹੇਰਾ। ਦੇਖੋ ਕਹਿੰਦੇ ਹੁਣ ਦੇ ਸਮੇਂ ਵਿੱਚ ਇਸ ਸੰਸਾਰ ਵਿੱਚ ਅਸੀਂ ਕੋਈ ਨਹੀਂ ਦੇਖਿਆ। ਕਰਾਮਾਤ ਇੱਕ ਸਦਨ ਤੁਮਾਰੇ। ਕਰਾਮਾਤ ਸਾਰੀ ਤੁਹਾਡੇ ਘਰ ਦੇ ਵਿੱਚ ਹੀ ਹੈ। ਸਿੱਧ ਕਹਿੰਦੇ ਵਿਚਾਰੇ ਦੁਖੀ ਜੇ ਹੋ ਕੇ, ਕਹਿੰਦੇ ਦੇਖੀ ਜਿਹੜੀ ਸਾਡੇ ਕੋਲ ਮਾੜੀ ਮੋਟੀ ਹੈਗੀ ਸੀ ਉਹ ਵੀ ਖਿੱਚ ਲਈ ਤੁਸੀਂ। ਹਾਂਜੀ, ਕਰਾਮਾਤ ਇਸ ਸਮੇਂ ਤਾਂ ਤੁਹਾਡੇ ਘਰ ਦੇ ਵਿੱਚ ਹੀ ਹੈ, ਤੁਸੀਂ ਜਿਹਨੂੰ ਮਰਜ਼ੀ ਦੇ ਦਿਓ, ਜਿਹਦੀ ਮਰਜ਼ੀ ਖਿੱਚ ਲਿਓ। ਜਿਉ ਚਾਹਤ ਤਿਉ ਦੇਹੋ ਦਿਖਾਰੇ। ਇਸ ਕਰਕੇ ਕਹਿੰਦੇ ਪਾਤਸ਼ਾਹ ਜੀ ਇਹ ਸ਼ਕਤੀ ਤੁਹਾਡੇ ਘਰ ਦੀ ਹੈ, ਤੁਹਾਡੇ ਘਰ ਤੋਂ ਲੈ ਕੇ ਜੋ ਮਰਜ਼ੀ ਨੂੰ ਦਿਖਾਉਂਦਾ ਫਿਰੇ। ਹਾਂਜੀ, ਇਹ ਕਹਿਤਾ ਸ਼ਕਤੀ ਤਾਂ ਮਾਲਕ ਤਾਂ ਤੁਸੀਂ ਆਪ ਹੀ ਹੋ। ਦੋਹਰਾ ਪਠਿਓ ਮਨੁਜ ਬੁਲਵਾਇਓ ਦੇਖਿਓ ਤਹਿ ਕੀ ਔਰ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਅਜਿੱਤੇ ਵੱਲ ਦੇਖਦਿਆਂ ਹੋਇਆਂ ਮਹਾਰਾਜ ਨੇ ਇੱਕ ਜੋ ਮਨੁੱਖ ਸਤਿਗੁਰਾਂ ਦੇ ਕੋਲ ਬੈਠਾ ਸੀ ਉਹਨੂੰ ਭੇਜਿਆ। ਕਹਿੰਦੇ ਸਦਕੇ ਲਿਆਓ ਜੀ ਉਹਨਾਂ ਨੂੰ। ਕਰਖ ਲਈ ਸਭ ਸਖਤ ਜੋ ਰਹਿ ਗਇਓ ਪਾਛੈ ਖੋਰ। ਤੇ ਗੁਰੂ ਸਾਹਿਬ ਜੀ ਨੇ ਕੀ ਕੀਤਾ? ਅਜਿੱਤੇ ਵੱਲ ਹੁਣ ਨਿਗਾਹ ਤਾਂ ਕੀਤੀ ਸੀ ਸਤਿਗੁਰਾਂ ਨੇ। ਕੀ ਕੀਤਾ? ਅਜਿੱਤੇ ਦੀ ਵੀ ਸਾਰੀ ਸ਼ਕਤੀ ਖਿੱਚ ਲਈ ਸਤਿਗੁਰਾਂ ਨੇ। ਜਿਹੜੀ ਸ਼ਕਤੀ ਦਾ ਪ੍ਰਗਟਾਵਾ ਕਰ ਰਿਹਾ ਸੀਗਾ, ਮਰੇ ਹੋਏ ਪੰਛੀਆਂ ਨੂੰ ਉਡਾ ਰਿਹਾ ਸੀ ਵਿਚਾਰਾ, ਬੜੀ ਸੇਵਾ ਕਰ ਰਿਹਾ ਸੀ ਉੱਥੇ ਤਲਾ ਦੇ ਵਿੱਚ। ਤੇ ਜਿਹੜਾ ਹੈ ਕੱਪੜਾ ਵਿਛਾ ਕੇ ਵਿਚਾਰਾ ਬੜਾ ਸੋਹਣਾ ਤਰਦਾ ਫਿਰਦਾ ਸੀ, ਉਹਦੀ ਵੀ ਸ਼ਕਤੀ ਖਿੱਚ ਲਈ ਸਾਰੀ। ਚੌਪੇ ਭਇਓ ਦੀਨ ਮਨ ਬੈਠਿਓ ਸੋਏ। ਅਜੀਤਾ ਰੰਧਾਵਾ ਵਿਚਾਰਾ ਆਪਣਾ ਕੱਪੜਾ ਇਕੱਠਾ ਕਰਕੇ ਜਿਹੜਾ ਹੈ ਤਿਆਂ ਜੀ ਲਾ ਕੇ ਆਪਣੇ ਨਾਲ ਚੁੱਕ ਲਿਆਇਆ, ਜਿਹੜਾ ਗਿੱਲਾ ਹੋ ਗਿਆ ਕਿਉਂਕਿ ਸ਼ਕਤੀਆਂ ਖਿੱਚ ਲੀਆਂ ਹੁਣ। ਉਹ ਵੀ ਆ ਕੇ ਕੋਲੇ ਬਹਿ ਗਿਆ ਸਿੱਧਾਂ ਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਮਨ ਮੁਰਝਾਨੇ ਸਖਤ ਹੈ ਖੋਏ। ਦੇਖੋ ਮਨ ਮੁਰਝਾਣੇ, ਬੜਾ ਦੁਖੀ ਜਾ ਹੋਇਆ ਬੈਠਾ ਹੈ, ਮਨ ਠੱਠਿਆ ਹੋਇਆ ਹੈ ਤੇ ਮਨ ਦੁਖੀ ਹੈ। ਤੇ ਇਸ ਕਰਕੇ ਕਿਉਂਕਿ ਸ਼ਕਤੀਆਂ ਤੋਂ ਹੀਣਾ ਕਰਤਾ, ਹੁਣ ਸਾਰੀਆਂ ਸ਼ਕਤੀਆਂ ਵਾਪਸ ਲੈ ਲੀਆਂ। ਜਿਉ ਬਣੀਏ ਕੀ ਪੂੰਜੀ ਜਾਏ। ਕਹਿੰਦੇ ਜਿਵੇਂ ਇੱਕ ਬਣਿਆ ਕੋਈ ਬਿਜ਼ਨਸਮੈਨ ਹੋਵੇ, ਉਹਦੀ ਕੈਪੀਟਲ ਸਾਰੀ ਗਵਾਚ ਜਾਵੇ, ਉਹ ਸਾਰੀ ਉਹਦੀ ਕੈਪੀਟਲ ਲਾਸ ਦੇ ਵਿੱਚ ਚਲੀ ਜਾਵੇ। ਐਸਾ ਜਿਹੜਾ ਦੁਖੀ ਕਬਾਣੀਆਂ ਹੁੰਦਾ ਹੈ, ਅੱਜ ਅਜੀਤਾ ਵੀ ਇੰਨਾ ਹੀ ਦੁਖੀ ਹੈ ਵਿਚਾਰਾ। ਹੋਏ ਕਿਰਪਨ ਬਹੁ ਪੁਨ ਪਛਤਾਏ। ਦੇਖੋ ਹੋਏ ਕਿਰਪਨ, ਜਿਹੜਾ ਕੰਗਾਲ ਹੋ ਜਾਵੇ। ਕੋਈ ਬਾਣੀਆਂ ਜਿਹੜਾ ਬੜਾ ਧਨੀ ਸੀਗਾ, ਸ਼ੇਅਰ ਮਾਰਕੀਟ 'ਚ ਪੈਸੇ ਪਾਏ ਤੇ ਪੈਸੇ ਹਾਰ ਗਿਆ, ਉੱਥੇ ਵਿਚਾਰਾ ਗਰੀਬ ਹੋ ਗਿਆ, ਹੁਣ ਕੰਗਾਲ ਹੋ ਗਿਆ। ਜਿਵੇਂ ਉਹ ਪਛਤਾਉਂਦਾ ਹੈ, ਮੈਂ ਕਾਹਨੂੰ ਇੱਥੇ ਇਨਵੈਸਟਮੈਂਟ ਕਰਨਾ ਸੀ, ਮੈਂ ਕਾਹਨੂੰ ਬਿਜ਼ਨਸ ਕਰਨਾ ਸੀ, ਜਿਹੜੇ 2 ਧੇਲੇ ਹੱਥ ਵਿੱਚ ਸੀ ਉਹ ਵੀ ਗਵਾਲੇ ਹੁਣ। ਇਸ ਤਰ੍ਹਾਂ ਦਾ ਪਛਤਾਵਾ ਜਿਹੜਾ ਅਜੀਤਾ ਰੰਧਾਵਾ ਨੂੰ ਹੋ ਰਿਹਾ ਹੈ। ਕਿਤਕ ਕਾਲ ਪੁਨ ਸ੍ਰੀ ਗੁਣ ਖਾਨੀ। ਕੁਝ ਕੁ ਸਮੇਂ ਤੱਕ ਗੁਣਾ ਦੀ ਖਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠ ਰਹੇ ਕੋ ਕਹਿਤ ਨਾ ਬਾਨੀ। ਮਹਾਰਾਜ ਜੀ ਬੈਠੇ ਰਹੇ, ਮਹਾਰਾਜ ਨੇ ਕੋਈ ਬਚਨ ਨਹੀਂ ਕੀਤਾ। ਮਹਾਰਾਜ ਨੇ ਮੌਨ ਧਾਰਿਆ ਹੋਇਆ ਸੀ। ਸਤਿਗੁਰੂ ਜੀ ਚੁੱਪੇ ਰਹੇ ਕੁਝ ਸਮੇਂ ਤੱਕ। ਦਰਸ ਹੈ ਨਰ ਨਾਰੀ ਚਾਹ ਫੇਰੇ। ਚਾਰੇ ਪਾਸੇ ਜੋ ਇਸਤਰੀ ਪੁਰਖ ਬੈਠੇ ਸਨ ਉਹ ਸਤਿਗੁਰਾਂ ਵੱਲ ਦੇਖ ਰਹੇ ਨੇ ਤੇ ਆਲੇ ਦੁਆਲੇ ਦੇਖ ਵੀ ਕੀ ਹੋ ਰਿਹਾ, ਇਹ ਮੂਮੈਂਟ ਆਫ ਸਾਇਲੈਂਟ ਕਿਉਂ ਆ ਗਿਆ। ਇੱਕ ਤਿਖਾਨ ਆਇਓ ਤਿਸ ਬੇਰੇ। ਉਸ ਵੇਲੇ ਸਾਰਿਆਂ ਦੀ ਜਿਹੜੀ ਹਨ ਚੁੱਪ ਅਵਸਥਾ ਦੇ ਵਿੱਚ ਅਚਾਨਕ ਇੱਕ ਤਿਖਾਨ, ਸੋ ਤਰਖਾਨ ਜਿਹੜਾ ਸੀਗਾ ਜੋ ਲੱਕੜੀ ਦਾ ਕੰਮ ਕਰਨ ਵਾਲਾ ਹੁੰਦਾ ਹੈ, ਜਿਨ੍ਹਾਂ ਨੂੰ ਕੀ ਕਹਿੰਦੇ ਆ? ਕਾਪੈਂਟਰ ਕਹਿੰਦੇ ਹਨ। ਤੇ ਉਹ ਜਿਹੜਾ ਹੈ ਤਰਖਾਨ ਆ ਗਿਆ ਜੀ ਉੱਥੇ। ਦੁਆਦਸ ਬਰਖਨ ਕੋ ਸੁਤ ਸਾਥਾ। ਉਹਦੇ ਨਾਲ ਉਹਦਾ ਇੱਕ ਪੁੱਤਰ ਹੈ ਜੋ ਕਿ ਦੁਆਦਸ, ਜੋ 12 ਸਾਲ ਦੀ ਉਮਰ ਦਾ ਹੈ, 12 ਇਅਰਸ 올ਡ ਦਾ ਉਹਦਾ ਇੱਕ ਬੇਟਾ ਹੈ ਉਹਦੇ ਨਾਲ। ਤੇ ਉਹ ਤੇ ਆਪਣੇ ਬੇਟੇ ਨੂੰ ਜਿਹੜਾ ਹਨ ਲੈ ਕੇ ਆਇਆ। ਬੰਦੇ ਚਰਨ ਕਮਲ ਜਗਨਾਥਾ। ਆ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਇਸ ਤਰਖਾਨ ਨੇ। ਬਿਨੈ ਯੁਕਤ ਪੁਨ ਬਚਨ ਉਚਾਰੇ। ਬਿਨੈ ਯੁਕਤ, ਬਿਨੈ ਬੇਨਤੀ ਕਰਨ ਵਾਸਤੇ ਇੱਕ ਬਚਨ ਕੀਤਾ। ਤਰਖਾਨ ਹੁਣ ਬੋਲਦਾ ਹੈ, ਬੇਨਤੀ ਕਰਦਾ ਹੈ। ਏਕ ਤਾਤ ਭਾ ਸਦਨ ਹਮਾਰੇ। ਪਾਤਸ਼ਾਹ ਜੀ ਇਹ ਜਿਹੜਾ ਮੇਰਾ ਪੁੱਤਰ ਮੇਰੇ ਨਾਲ ਆਇਆ ਨਾ 12 ਸਾਲ ਦਾ, ਇਹੀ ਮੇਰਾ ਇੱਕ ਪੁੱਤਰ ਹੈ, ਮੇਰੇ ਘਰ ਦੇ ਵਿੱਚ ਇਕਲੌਤਾ ਪੁੱਤਰ ਹੈ। ਸਤ ਸੰਗਤ ਪ੍ਰਤਾਪ ਉਚੇਰਾ। ਇਹ ਵੀ ਜਿਹੜਾ ਪੁੱਤਰ ਮੈਨੂੰ ਕਿਵੇਂ ਪ੍ਰਾਪਤ ਹੋਇਆ? ਤੁਹਾਡੀ ਸਤ ਸੰਗਤ ਕਰਕੇ ਹੀ ਹੋਇਆ ਹੈ। ਇਹ ਤੁਹਾਡੀ ਸੰਗਤ ਤੋਂ ਹੀ ਮੈਨੂੰ ਪ੍ਰਾਪਤ ਹੋਇਆ ਹੈ। ਇਹ ਤੁਹਾਡੀ ਜਿਹੜੇ ਹਨ ਸੰਗਤ ਦੀ ਹੀ ਗਲੋਰੀ ਹੈ। ਇਹ ਤੁਹਾਡੇ ਜਿਹੜਾ ਸਤ ਸੰਗਤ ਦਾ ਹੀ ਪ੍ਰਭਾਵ ਹੈ। ਜੇਤ ਰਹਿਓ ਜਾਂ ਤੇ ਸੁਤ ਮੇਰਾ। ਇਸ ਕਰਕੇ ਮੇਰਾ ਪੁੱਤਰ ਜਿਹੜਾ ਸੀ ਨਾ ਜਿਉਂਦਾ ਰਹਿ ਗਿਆ। ਹੁਣ 12 ਸਾਲ ਦੀ ਉਮਰ ਹੋ ਗਈ ਤੇ ਇਹ ਹੁਣ ਤੱਕ ਜਿਉਂਦਾ ਹੈ। ਇਹ ਤੁਹਾਡਾ ਹੀ ਪ੍ਰਤਾਪ ਹੈ, ਤੁਹਾਡੀ ਸੰਗਤ ਦੀ ਬਖਸ਼ਿਸ਼ ਹੈ। ਬਰਾਬਰ ਕੇ ਚਰਨ ਚੜਾਵਾ। ਇਸ ਕਰਕੇ ਪਾਤਸ਼ਾਹ ਜੀ ਮੈਂ ਆਪਣੇ 12 ਸਾਲ ਦੇ ਪੁੱਤਰ ਨੂੰ ਹੁਣ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਦਾ ਹਾਂ। ਪਾਤਸ਼ਾਹ ਜੀ
ਲੋਕੀ ਤਾਂ ਭਾਵੇਂ ਫੁੱਲ ਚੜਾਉਂਦੇ ਹੋਣਗੇ, ਧਨ ਚੜਾਉਂਦੇ ਹੋਣਗੇ, ਕੱਪੜੇ ਚੜਾਉਂਦੇ ਹੋਣਗੇ, ਮੈਂ ਅੱਜ ਆਪਣਾ ਪੁੱਤਰ ਚੜਾਉਣ ਵਾਸਤੇ ਆਇਆ ਹਾਂ। ਮਹਾਰਾਜ ਮੈਂ ਆਪਣਾ ਪੁੱਤਰ ਤੁਹਾਡੇ ਚਰਨਾਂ ਤੇ ਮੱਥਾ ਟੇਕਣ ਵਾਸਤੇ ਆਇਆ ਹਾਂ। ਇਹ ਪੁੱਤਰ ਜਿਹੜਾ ਤੁਸੀਂ ਉਹ ਰੱਖ ਲਓ ਹੁਣ। ਤੁਮਨੇ ਦੀਨੋ ਬਹੁਰ ਜਿਵਾਵਾ। ਮਹਾਰਾਜ ਤੁਮਨੇ ਜਿਹੜਾ ਹਨ ਤੁਸੀਂ ਹੀ ਇਹ ਪੁੱਤਰ ਮੈਨੂੰ ਦਿੱਤਾ ਤੇ ਹੁਣ ਤੱਕ ਇਹਨੂੰ ਜਿਉਂਦਾ ਵੀ ਤੁਸੀਂ ਉਹ ਰੱਖਿਆ ਹੈ। ਗੁਰ ਕਹੈ ਹਮਨ ਜਿਵਾਇਓ ਕੈਸੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ ਉਹ ਤਰਖਾਣ ਨੂੰ ਕਿ ਅਸੀਂ ਇਹਨੂੰ ਕਿਵੇਂ ਜਿਉਂਦਾ ਰੱਖਿਆ ਹੁਣ ਤੱਕ। ਕਹਿ ਬਾਡੀ ਸੁਣੀਏ ਪ੍ਰਭ ਜੈਸੇ। ਉਹ ਤਰਖਾਣ ਜਿਹੜਾ ਸੀਗਾ ਇਹ ਸੁਣ ਕੇ ਕਹਿੰਦੇ ਹੇ ਪ੍ਰਭੂ ਜੀ ਸੁਣੋ, ਹਮ ਗ੍ਰਹਿ ਤਾਤ ਹੋਤ ਮਰ ਜਾਵੇ। ਦੇਖੋ ਮੇਰੇ ਘਰ ਵਿੱਚ ਜੋ ਵੀ ਪੁੱਤਰ ਜਨਮ ਲੈਂਦਾ ਸੀ ਨਾ ਉਹ ਥੋੜੇ ਸਮੇਂ ਬਾਅਦ ਮਰ ਜਾਂਦਾ ਸੀ ਵਿਚਾਰਾ। ਸਿੱਧ ਪੀਰ ਬਹੁ ਤੇਰ ਮਨਾਵੇ। ਮੈਂ ਬਹੁਤ ਸਿੱਧਾਂ ਕੋਲ ਗਿਆ, ਪੀਰਾਂ ਕੋਲ ਗਿਆ, ਬੜੇ ਹੀ ਜਿਹੜੇ ਹਨ ਜਿੱਥੇ ਵੀ ਮੈਨੂੰ ਕੋਈ ਦੱਸ ਦਿੰਦਾ ਸੀਗਾ ਨਾ ਮੈਂ ਉੱਥੇ ਹੀ ਪਹੁੰਚ ਜਾਂਦਾ ਸੀਗਾ ਵੀ ਮੇਰੇ ਪੁੱਤਰ ਜਿਉਂਦੇ ਰਹਿ ਜਾਣ, ਕਿਉਂਕਿ ਜੰਮਦੇ ਹੀ ਥੋੜੇ ਸਮੇਂ ਬਾਅਦ ਮਰ ਜਾਂਦੇ ਸਨ। ਰਾਵਰ ਕੀਰਤ ਸੁਨ ਸੁਖ ਮਨ ਮੈਂ। ਅਖੀਰ ਕਰ ਜਦੋਂ ਇੱਕ ਵਾਰ ਕਿਸੇ ਨੇ ਆਪ ਜੀ ਦੀ ਉਸਤਤ ਬਾਰੇ, ਆਪ ਜੀ ਦੀ ਕੀਰਤੀ, ਆਪ ਦੀ ਵਡਿਆਈ ਕੀਤੀ ਤਾਂ ਸੁਖ ਮਨ ਮੈਂ ਸੁਖਣਾ ਸੁਖੀ ਆਪਣੇ ਮਨ ਦੇ ਵਿੱਚ। ਸੁਖਣਾ ਸੁਖਦੇ ਆ ਨਾ ਵੀ ਆਪਣੇ ਆਸ ਲੈ ਕੇ ਜੇ ਮੇਰੀ ਇਹ ਇੱਛਾ ਪੂਰੀ ਹੋ ਜਾਗੀ ਮੈਂ ਇਹ ਕਰਾਂਗਾ, ਇਹਨੂੰ ਸੁਖਣਾ ਸੁਖਣੀ ਕਹਿੰਦੇ ਆ। ਕਹਿੰਦੇ ਵੀ ਮੈਂ ਉਸ ਵੇਲੇ ਸੁਖਣਾ ਸੁਖ ਲਈ। ਸੁਵਨ ਜੀਅ ਸੌਂਪਿਓ ਪ੍ਰਭ ਗੁਣ ਮੈਂ ਇਹੀ ਸੁਖਣਾ ਸੁਖੀ ਜੇ ਮੇਰਾ ਇਹ ਪੁੱਤਰ ਜਿਉਂਦਾ ਰਹਿ ਗਿਆ ਨਾ ਤਾਂ ਫੇਰ ਮੈਂ ਜਿਹੜਾ ਹਨ ਗੁਰੂ ਨਾਨਕ ਦੇ ਅੱਗੇ ਇਹਨੂੰ ਭੇਟਾ ਕਰ ਦੇਣਾ ਹੈ। ਜੀਵਤ ਰਹਿਓ ਲੋ ਅਬ ਗੁਰ ਜੀ। ਮਹਾਰਾਜ ਹੁਣ ਦੇਖ ਲਓ ਇਹ ਜਿਉਂਦਾ ਰਹਿ ਗਿਆ। ਪਾਤਸ਼ਾਹ ਜੀ ਤੁਸੀਂ ਜਿਉਂਦਾ ਰੱਖਿਆ, ਲੈ ਲਓ ਮੇਰੇ ਪੁੱਤਰ ਨੂੰ। ਇਹ ਪੁੱਤਰ ਤੁਸੀਂ ਆਪਣੇ ਕੋਲੇ ਰੱਖੋ, ਹੁਣ ਆਪਣਾ ਸੇਵਕ ਬਣਾ ਲਓ। ਕਾਲ ਅੰਤ ਕਾ ਇਸ ਤੁਮ ਮਰਜੀ। ਮਹਾਰਾਜ ਚਾਹੇ ਤੁਸੀਂ ਕਾਲ ਅੰਤ ਕਾ, ਪਾਤਸ਼ਾਹ ਜੀ ਚਾਹੇ ਤੁਸੀਂ ਇਹਨੂੰ ਜਿਉਂਦਾ ਰੱਖਣਾ ਚਾਹੁੰਦੇ ਹੋ, ਚਾਹੇ ਇਹਨੂੰ ਮਾਰਨਾ ਚਾਹੁੰਦੇ ਹੋ, ਪਾਤਸ਼ਾਹ ਇਸ ਤੋਂ ਮਰਜ਼ੀ ਤੁਹਾਡੀ ਮਰਜ਼ੀ ਹੈ, ਜਿਵੇਂ ਮਰਜ਼ੀ ਕਰੋ। ਮੈਂ ਤਾਂ ਭੇਟਾ ਕਰਤਾ ਮੇਰਾ ਪੁੱਤਰ ਤੁਹਾਡੇ ਚਰਨਾਂ 'ਚ, ਹੁਣ ਜੋ ਤੁਸੀਂ ਇਹਦੇ ਨਾਲ ਕਰਨਾ ਹੈ ਤੁਹਾਡੀ ਮਰਜ਼ੀ ਹੈ। ਤਿਹ ਕੇ ਬਚਨ ਸੁਨੇ ਜਗ ਸਾਈਂ। ਉਸ ਵੇਲੇ ਜਗਤ ਦੇ ਸਾਈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸੇ ਬਚਨ ਸੁਣੇ ਉਸ ਤਰਖਾਣ ਦੇ, ਕਰਵਾਏ ਕਾਸਤ ਇੱਕ ਥਾਈ। ਮਹਾਰਾਜ ਨੇ ਆਪਣੇ ਸੇਵਕਾਂ ਨੂੰ ਭੇਜਿਆ, ਕੁਝ ਕੁ ਬੰਦੇ ਇਕੱਠੇ ਕਰਕੇ ਭੇਜੇ। ਕਹਿੰਦੇ ਲੱਕੜਾਂ ਇਕੱਠੀਆਂ ਕਰਕੇ ਜਿਹੜੀਆਂ ਹਨ ਇੱਕ ਪਾਸੇ ਰੱਖੋ, ਫਾਇਰਵੁੱਡਸ ਜਿਹੜੀਆਂ ਹਨ ਇਹ ਲੱਕੜਾਂ ਇਕੱਠੀਆਂ ਕਰ ਲਓ, ਇੱਕ ਪਾਸੇ ਆਪਾਂ ਚਿਖਾ ਬਣਾਉਣੀ ਹੈ। ਪਾਵਕ ਫੂਕੀ ਬਚਨ ਉਚਾਰਾ। ਤੇ ਉਸ ਵੇਲੇ ਜਦੋਂ ਉਹ ਲੱਕੜਾਂ ਇਕੱਠੀਆਂ ਕਰਤੀਆਂ ਫਾਇਰਵੁੱਡ ਸਾਰੀਆਂ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹਨੂੰ ਹੁਣ ਅੱਗ ਲਾ ਦਿਓ, ਇਹਨੂੰ ਇਗਨਾਈਟ ਕਰ ਦਿਓ, ਇਹਨੂੰ ਜਿਹੜਾ ਬਰਨ ਕਰਨੇ ਨੂੰ ਸ਼ੁਰੂ ਕਰ ਦਿਓ ਹੁਣ। ਬਾਰਿਕ ਜਾਵੋ ਅਗਨ ਮਝਾਰਾ। ਤੇ ਮਹਾਰਾਜ ਉਸ ਤਰਖਾਣ ਦਾ ਜਿਹੜਾ ਪੁੱਤਰ ਸੀ ਨਾ ਉਹਦੇ ਵੱਲ ਦੇਖ ਕੇ ਕਹਿੰਦੇ ਬਾਰਕ ਹੇ ਪੁੱਤਰ ਜਾ, ਆ ਅੱਗ ਬਲਦੀ ਹੈ, ਇਹਦੇ ਵਿੱਚ ਇੱਕ ਛਾਲ ਮਾਰ ਤੂੰ। ਹੁਣ ਆ ਅੱਗ ਬਲਦੀ ਹੈ, ਲੱਕੜਾਂ ਜਿਹੜੀਆਂ ਹਨ ਪੂਰੀਆਂ ਸੜ ਰਹੀਆਂ ਹਨ, ਤੂੰ ਜਿਹੜਾ ਹੈ ਜਾ ਕੇ ਇਸ ਅੱਗ ਦੇ ਵਿੱਚ ਛਾਲ ਮਾਰ। ਸੋਰਠਾ ਤੇ ਬਾਰਿਕ ਕੋ ਨਾਏ ਸੰਗਤਿਆ ਪਿਤ ਨਹਿ ਧਰਿਓ। ਉਸ ਬਾਲਕ, ਉਸ ਜਿਹੜਾ ਹੁਣ ਬੱਚਾ ਜਿਹੜਾ ਸੀ 12 ਸਾਲ ਦਾ, ਉਹਦਾ ਨਾਂ ਸੰਗਤਿਆ ਸੀਗਾ, ਜੋ ਉਹਦੇ ਪਿਤਾ ਨੇ ਰੱਖਿਆ ਸੀ ਸੰਗਤਿਆ, ਕਿਉਂਕਿ ਸਾਧ ਸੰਗਤ ਤੋਂ ਪ੍ਰਾਪਤ ਹੋਇਆ ਸੀ ਨਾ, ਤੇ ਉਹਦਾ ਨਾਂ ਵੀ ਸੰਗਤਿਆ ਹੀ ਰੱਖਿਆ ਹੋਇਆ ਸੀ। ਤੇ ਇਹ ਜਿਹੜਾ ਪੁੱਤਰ ਸੰਗਤਿਆ ਸੀਗਾ। ਨਰ ਨਾਰੀ ਬਿਸਮਾਏ ਲਖੀਨਾ ਗੁਰਗਤ ਜਾਵੇ। ਹੁਣ ਲੋਕ ਜਿਹੜੇ ਸਨ, ਜਿਹੜੀਆਂ ਔਰਤਾਂ ਤੇ ਮਰਦ ਬੈਠੇ ਸਨ, ਸਾਰੇ ਬੜੇ ਹੈਰਾਨ ਹਨ, ਇਹ ਸਤਿਗੁਰੂ ਜੀ ਕੀ ਕਰ ਰਹੇ ਨੇ। ਇਹ ਵਿਚਾਰਾ ਕਹਿੰਦਾ ਮੇਰਾ ਪੁੱਤਰ ਹੁਣ ਤੱਕ ਬਚ ਗਿਆ, ਬੜਾ ਖੁਸ਼ ਹੈ, ਤੇ ਆ ਕੇ ਭੇਟਾ ਵੀ ਕੀਤਾ, ਤੇ ਸਤਿਗੁਰੂ ਜੀ ਕੀ ਕਰ ਰਹੇ ਹਨ। ਕਹਿੰਦੇ ਵੀ ਇਹ ਤਾਂ ਜਿਉਂਦੇ ਨੂੰ ਹੀ ਮਾਰ ਰਹੇ ਹਨ। ਹਾਂਜੀ, ਲੱਕੜਾਂ ਤੇ ਜਿਹੜੇ ਹਨ ਇਕੱਠੀਆਂ ਕਰਕੇ ਅੱਗ ਲਾ ਕੇ ਕਹਿੰਦੇ ਤੂੰ ਉੱਤੇ ਜਾ ਕੇ ਛਾਲ ਮਾਰੋ। ਹੁਣ ਅੱਗ ਦੇ ਵਿੱਚ ਕੌਣ ਬਚਦਾ ਹੈ। ਦੋਹਰਾ ਇੱਕ ਤੇ ਖਾਨ ਕੋ ਤਾਤ ਹੈ, ਆਨ ਚੜਾਇਓ ਸੋਏ। ਦੇਖੋ ਇੱਕੇ ਵਿਚਾਰੇ ਦਾ ਪੁੱਤਰ ਹੈ, ਉਹ ਵੀ ਆ ਕੇ ਚੜਾਤਾ ਸੀ ਵਿਚਾਰੇ ਨੇ। ਪਾਵਕ ਮਹਿ ਤੇ ਪਾਵਈ ਅਤ ਅਚਰਜ ਇਹ ਹੋਏ। ਹੈਰਾਨਗੀ ਤਾਂ ਇਹ ਗੱਲ ਆ, ਇਹ ਵਿਚਾਰੇ ਨੇ ਕੀ ਕੀਤਾ, ਕੀ ਵਿਗਾੜਿਆ ਕਿਸੇ ਦਾ ਇਹ ਪੁੱਤਰ ਸੰਗਤੀਆਂ ਨੇ, ਜਿਹੜਾ ਕਿ ਇਹਨੂੰ ਜਿਹੜਾ ਹਨ ਮਹਾਰਾਜ ਜੀ ਆਦੇਸ਼ ਦੇ ਰਹੇ ਨੇ ਕਿ ਤੂੰ ਅੱਗ ਵਿੱਚ ਛਾਲ ਮਾਰ ਕੇ ਸੜ ਜਾ। ਚੌਪੇ ਸਿਸਕੋ ਆਇਸ ਦੀਨੀ ਜਬ ਹੀ। ਜਦੋਂ ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਬਚਨ ਹੋਇਆ ਨਾ ਕਿ ਬਾਰਕ ਇਸ ਅੱਗ ਦੇ ਵਿੱਚ ਜਾ ਕੇ ਛਾਲ ਮਾਰ, ਉਸ ਵੇਲੇ ਤੇ ਕੀ ਹੋਇਆ। ਸਿੱਧ ਨਾਰ ਨਰ ਦੇਖੈ ਸਭ ਹੀ। ਇਹ ਸਿੱਧ ਲੋਕ ਜਿਹੜੇ ਉੱਥੇ ਬੈਠੇ ਸਨ ਸ਼ਕਤੀਆਂ ਗਵਾ ਕੇ, ਜਿਹੜੇ ਮਨੁੱਖ, ਜਿਹੜੇ ਆਮ ਬੰਦੇ ਸਨ, ਸਾਰੇ ਬੈਠੇ ਉੱਥੇ, ਜਿਹੜੀਆਂ ਸੰਗਤਾਂ ਇਕੱਠੀਆਂ ਹੋਈਆਂ ਸਨ ਸ਼ਿਵਰਾਤਰੀ ਦੇ ਮੇਲੇ ਵਾਸਤੇ, ਉਹ ਸਾਰੇ ਦੇਖਦੇ ਹਨ ਹੈਰਾਨ ਹੋ ਕੇ। ਨਾ ਡੋਲਿਓ ਰਾਖੀ ਧੀਰ। ਦੇਖੋ ਇਹ ਜਿਹੜਾ ਭਾਈ ਸੰਗਤਿਆ ਸੀਗਾ ਨਾ, ਇਹ ਜਿਹੜਾ 12 ਸਾਲ ਦਾ ਬੱਚਾ ਹੈ, ਇਹਦਾ ਮਨ ਨਹੀਂ ਡੋਲਿਆ। ਇਹਦਾ ਇੰਨਾ ਭਰੋਸਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਹੈ, ਕਹਿੰਦੇ ਇਹਨੇ ਧੀਰਜ ਰੱਖੀ। ਪਾਵਕ ਕੀ ਕੁਛ ਗਨੀ ਨਾ ਪੀਰ। ਇਹਨੇ ਕੀ ਕੀਤਾ, ਉਸ ਅੱਗ ਦੀ ਪੀੜ ਨੂੰ ਇਹਨੇ ਮੰਨਿਆ ਨਹੀਂ,
ਇਹਨੇ ਆਪਣੇ ਹਿਰਦੇ 'ਚ ਇਹ ਰੱਖਿਆ ਮੇਰੇ ਗੁਰੂ ਨੇ ਮੈਨੂੰ ਆਦੇਸ਼ ਦਿੱਤਾ ਹੈ, ਮੇਰਾ ਗੁਰੂ ਦਾ ਇਹ ਹੁਕਮ ਹੈ। ਉਹਨੇ 2 ਵਾਰੀ ਇਹ ਗੱਲ ਨਹੀਂ ਸੋਚੀ ਵੀ ਗੁਰੂ ਕੀ ਕਹਿ ਰਿਹਾ, ਮੈਨੂੰ ਕੀ ਕਰਨੇ ਨੂੰ ਕਹਿ ਰਿਹਾ। ਨਹੀਂ, ਮੇਰੇ ਗੁਰੂ ਦਾ ਬਚਨ ਹੈ, ਜੋ ਗੁਰੂ ਨੇ ਕਿਹਾ ਮੇਰਾ ਫਰਜ਼ ਬਣਦਾ ਹੈ ਮੈਂ ਕਰਾਂ। 12 ਬਰਖਨ ਬੈਸ ਕੁਮਾਰਾ। ਦੇਖੋ ਇਹ 12 ਸਾਲ ਦਾ ਜਿਹੜਾ ਹੈ ਬੱਚਾ ਹੈ ਚੜ੍ਹਦੀ ਜਵਾਨੀ ਦਾ, ਮਰ ਛਾਰ ਗਾ ਅਗਨ ਮਝਾਰਾ। ਦੇਖੋ ਉਸੇ ਵੇਲੇ ਭਾਈ ਸੰਗਤਿਆਂ ਦਾ ਜਿਹੜਾ ਹੈ ਇੰਨਾ ਜਿਹੜਾ ਭਰੋਸਾ ਗੁਰੂ ਸਾਹਿਬ ਦੇ ਬਚਨਾਂ ਤੇ, ਉਹ ਵਿਚਾਰੇ ਨੇ ਇੱਕ ਵੀ ਗੱਲ ਮਹਾਰਾਜ ਨੂੰ ਪੁੱਛੀ ਨਹੀਂ ਕਿਉਂ। ਉਸੇ ਵੇਲੇ ਜਿਹੜਾ ਹੈ ਭੱਜ ਕੇ ਜਾ ਕੇ ਉਸ ਬਲਦੀ ਚਿਖਾ ਵਿੱਚ ਜਾ ਕੇ ਛਾਲ ਮਾਰੀ। ਬੈਠ ਨਾਨਕ ਸਿਓ ਧਰ ਔਰ ਧੀਰਾ। ਤੇ ਛਾਲ ਮਾਰ ਕੇ ਉਸ ਚਿਖਾ ਦੇ ਵਿੱਚ ਜਾ ਬੈਠਿਆ, ਚੌਂਕੜਾ ਮਾਰ ਕੇ ਬਹਿ ਗਿਆ। ਜਿਵੇਂ ਥੱਲੇ ਬੈਠਾ ਸੀ ਉਵੇਂ ਜਾ ਕੇ ਉਸ ਲੱਕੜਾਂ ਦੇ ਢੇਰ ਤੇ, ਬਲਦੀਆਂ ਹੋਈਆਂ ਲੱਕੜਾਂ ਦੇ ਢੇਰ ਤੇ ਬਹਿ ਗਿਆ। ਪਾਵਕ ਤੇਜ ਨਾ ਛੁਹਿਓ ਸਰੀਰਾ। ਪਰ ਦੇਖੋ ਗੁਰੂ ਮਹਾਰਾਜ ਦਾ ਪ੍ਰਤਾਪ ਕੈਸਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਉਸ ਅੱਗ ਬਲਦੀ ਭਾਂਬੜ ਮੱਚ ਦੇ ਵਿੱਚ ਇਹ ਬੈਠਾ ਹੈ, ਪਰ ਇਹਦੇ ਇੱਕ ਰੋਮ ਵੀ ਉਹ ਅੱਗ ਨੇ ਨਹੀਂ ਸਾੜਿਆ। ਉਹ ਅੱਗ ਜਿਹੜੀ ਸਾੜਨ ਵਾਲੀ ਹੈ, ਅੱਜ ਗੁਰੂ ਦੇ ਹੁਕਮ ਦੇ ਨਾਲ ਉਹ ਅੱਗ ਜਿਹੜੀ ਹੈ ਆਪਣੇ ਸੇਕ ਤੋਂ ਬਚਾ ਰਹੀ ਹੈ। ਦੇਖੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ 5 ਤੱਤਾਂ ਦੇ ਮਹਾਰਾਜ ਜੀ ਆਪ ਮਾਲਕ ਹਨ, ਤੇ ਇਸ ਕਰਕੇ ਹਰ ਇੱਕ ਤੱਤ ਜਿਹੜਾ ਹੈ ਗੁਰੂ ਦੇ ਹੁਕਮ ਦੇ ਵਿੱਚ ਹੈ। ਮਹਾਰਾਜ ਨੇ ਐਸਾ ਹੁਕਮ ਕੀਤਾ ਸੰਗਤੀਆਂ ਨੂੰ, ਤੇ ਨਾਲ ਹੀ ਅੱਗ ਨੇ ਦੇਖਿਆ ਕਿ ਗੁਰੂ ਸਾਹਿਬ ਦਾ ਹੁਕਮ ਹੈ, ਉਸ ਦਾ ਸੁਭਾਅ ਸਾੜਨ ਦਾ ਹੈ। ਅੱਜ ਪਹਿਲੀ ਵਾਰੀ ਅੱਗ ਨੇ ਉਹ ਸੁਭਾਅ ਬਦਲ ਕੇ ਬਚਾਉਣ ਵਾਲਾ ਕੀਤਾ। ਸਵਾ ਜਾਮ ਬੈਠਿਓ ਜਬ ਰਹਿਓ। ਸਵਾ ਜਾਮ ਜਿਹੜਾ ਹੈ 3 ਘੰਟੇ 45 ਮਿੰਟ 3 ਆਵਰਸ ਐਂਡ 45 ਮਿੰਟਸ ਵਾਸਤੇ ਭਾਈ ਸੰਗਤਿਆਂ ਜੀ ਉਹ ਬਲਦੀ ਅੱਗ ਵਿੱਚ ਬੈਠੇ ਰਹੇ। ਸਭਨ ਦੇਖ ਅਚਰਜ ਔਰ ਲਹਿਓ। ਲੋਕ ਦੇਖਣ ਵਾਲੇ ਹੈਰਾਨ ਹਨ। ਦੇਖੋ ਇਹ ਬੱਚਾ ਜਿਹੜਾ ਕੈਸੇ ਭਰੋਸੇ ਵਾਲਾ ਹੈ। ਇਹ ਤਾਂ ਜਿਹੜੀ ਗੱਲ ਭਾਵੇਂ ਕੋਈ ਸਿਆਣੇ ਨੂੰ ਵੀ ਕੋਈ ਕਹਿ ਦਿੰਦਾ ਨਾ, ਉਹਨੇ ਵੀ 2 ਵਾਰੀ ਸੋਚਣਾ ਸੀ, ਪਰ ਇਹ ਬੱਚਾ ਦੇਖੋ ਬਿਲਕੁਲ ਗੁਰੂ ਦੇ ਹੁਕਮ ਵਿੱਚ ਬੈਠਾ ਹੈ। ਪਰਮ ਪ੍ਰਸੀਦ ਭਏ ਗੁਣ ਖਾਨੀ। ਮਹਾਰਾਜ ਜੀ ਬੜੇ ਪ੍ਰਸੰਨ ਹੋਏ ਭਾਈ ਸੰਗਤਿਆ ਦੇ ਉੱਤੇ, ਉਹਦਾ ਭਰੋਸਾ, ਉਹਦਾ ਜਿਹੜਾ ਨਿਸ਼ਚਾ ਦੇਖ ਕੇ। ਕਰਨ ਕਿਰਤਾਰਥ ਉਚਰੀ ਬਾਣੀ। ਉਸ ਨੂੰ ਜਿਹੜਾ ਹੈ ਨਿਹਾਲ ਕਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ। ਦੋਹਰਾ ਜਨਮ ਮਰਨ ਤੇ ਰਹਿਤ ਭਾ ਟੂਟ ਗਏ ਜਮ ਜਾਲ। ਕੀਤੀ ਕਿਰਪਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਤੇਰਾ ਅੱਜ ਤੋਂ ਜਨਮ ਤੇ ਮਰਨ ਕੱਟਿਆ ਗਿਆ। ਤੂੰ ਅੱਜ ਤੋਂ ਬਾਅਦ ਨਾ ਤੇਰਾ ਜਨਮ ਹੋਏਗਾ ਨਾ ਤੇਰਾ ਮਰਨ ਹੋਏਗਾ। ਜਿੰਨੇ ਵੀ ਜਮਜਾਲ ਨੇ, ਜਮਾਂ ਦੇ ਜਾਮ ਨੇ, ਉਹ ਸਾਰੇ ਟੁੱਟ ਗਏ ਹਨ। ਹੁਣ ਉਹ ਤੇਰੇ ਨੇੜੇ ਨਹੀਂ ਕੋਈ ਆ ਸਕਦਾ। ਮੌਤ ਤੇਰੇ ਕੋਲ ਆ ਕੇ ਟੁੱਕ ਵੀ ਨਹੀਂ ਸਕਦੀ। ਹੁਣ ਕੋਈ ਨਹੀਂ ਤੈਨੂੰ ਦੁੱਖ ਹੋਵੇਗਾ। ਨਿਕਸੋ ਆਵੋ ਵਹਿਰ ਕੋ ਅਬ ਤੇ ਸਦਾ ਨਿਹਾਲ। ਉਸ ਵੇਲੇ ਗੁਰੂ ਸਾਹਿਬ ਜੀ ਨੇ ਇਹ ਹੁਕਮ ਕੀਤਾ, ਕਹਿੰਦੇ ਅਬ ਤੇ ਸਦਾ ਨਿਹਾਲ, ਹੁਣ ਤੋਂ ਬਾਅਦ ਤੂੰ ਸਦਾ ਹੀ ਨਿਹਾਲ ਹੋਵੇਂਗਾ। ਤੇ ਆ ਜਾ ਸੰਗਤਿਆ, ਬਾਹਰ ਉੱਠ ਕੇ ਆ ਜਾ ਹੁਣ ਅੱਗ ਤੋਂ ਬਾਹਰ ਉੱਠ ਕੇ ਆ ਜਾ ਹੁਣ ਸਾਡੇ ਕੋਲ। ਚੌਪੇ ਸੁਣਤਿਓ ਸਿਸਕੇ ਖੁੱਲੇ ਕਪਾਟਾ। ਬਸ ਇਹ ਸੁਣਨ ਦੀ ਦੇਰ ਸੀ, ਭਾਈ ਸੰਗਤਿਆਂ ਦੇ ਕਪਾਟ ਖੁੱਲ ਗਏ। ਕਪਾਟ ਖੁੱਲਣੇ ਹੁੰਦੇ ਨੇ ਵੀ ਸਾਰਾ ਹੀ ਗਿਆਨ ਹੋ ਜਾਣਾ। ਸਾਰੇ ਜਿਹੜੇ ਹਨ, ਜਿਹੜੇ ਪੜ੍ਹਦੇ ਹੁੰਦੇ ਨੇ, ਅਨਮੈ ਖੋਸ਼, ਪ੍ਰਾਣਮੈ ਖੋਸ਼, ਮਨੋਮੈ ਖੋਸ਼, ਵਿਗਿਆਨਮੈ ਖੋਸ਼, ਆਨੰਦਮੈ ਖੋਸ਼, ਇਹ ਜਿੰਨੇ ਵੀ ਖੋਸ਼ ਹੁੰਦੇ ਨੇ ਇਹ ਸਾਰੇ ਹੀ ਟੁੱਟ ਗਏ। ਸਾਰਿਆਂ ਦੇ ਟੁੱਟਣ ਕਰਕੇ ਭਾਈ ਸੰਗਤਿਆਂ ਨੂੰ ਉਸ ਪਰਮੇਸ਼ਰ ਦਾ ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ ਉਸੇ ਵੇਲੇ। ਦ્વੈਤ ਭਰਮ ਕੇ ਸੰਕੁਰ ਕਾਟਾ। ਦੇਖੋ ਦ્વੈਤ ਜਿਹੜਾ ਡਾਊਟ ਹੈ ਜਾਂ ਜਿਹੜਾ ਭਰਮ ਇਲੂਸ਼ਨ ਹੈ, ਇਹ ਸਾਰੇ ਜਿਹੜੇ ਇਹਦੇ ਸੰਗਲ ਹਨ ਉਹ ਵੀ ਟੁੱਟ ਗਏ। ਦਿਵ ਦ੍ਰਿਸ਼ਟ ਹੋਈ ਤ੍ਰੈ ਲੋਕੰ। ਤੇ ਫੇਰ ਦੇਖੋ ਦਿਵ ਦ੍ਰਿਸ਼ਟ ਹੋ ਗਈ, ਗੁਪਤ ਤੇ ਜਿਹੜੇ ਸਾਹਮਣੇ ਜਿਹੜੇ ਪਏ ਪਦਾਰਥ ਹੁੰਦੇ ਨੇ ਉਹਦੇ ਅੱਗੇ ਪ੍ਰਗਟ ਹੋ ਗਏ ਸਾਰੇ। ਹੁਣ ਜਿਹੜੇ ਗੁਪਤ ਚੀਜ਼ਾਂ ਹੁੰਦੀਆਂ ਨੇ ਆਮ ਅੱਖਾਂ ਨਹੀਂ ਦੇਖ ਸਕਦੀਆਂ, ਇਸ ਨੂੰ ਦਿਵ ਦ੍ਰਿਸ਼ਟ ਕਹਿੰਦੇ ਹਨ। ਉਹ ਕੈਪੇਬਿਲਿਟੀ ਨੂੰ ਜੋ ਹਰ ਇੱਕ ਚੀਜ਼ ਨੂੰ ਦੇਖ ਸਕਦਾ ਹੈ। ਜਿਵੇਂ ਐਕਸਰੇ ਜਿਹੜੇ ਹਨ, ਉਹ ਸਿਰਫ ਇੱਕ ਮਸ਼ੀਨ ਜਿਹੜੀ ਹਨ ਉਹ ਐਕਸਰੇ ਲਾਉਂਦੀ ਹੈ, ਉਹ ਅੰਦਰ ਸਰੀਰ ਦੇ ਹੱਡਾਂ ਨੂੰ ਦੇਖ ਲੈਂਦੀ ਹੈ। ਪਰ ਉਹ ਵੀ ਹੱਡਾਂ ਨੂੰ ਦੇਖਣ ਵਾਲੀ ਵੀ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਵੀ ਇਹ ਸ਼ਕਤੀ ਨਹੀਂ ਹੁੰਦੀ ਜਿਹੜਾ ਮਨ ਨੂੰ ਦਿਖਾ ਦੇਵੇ, ਜਿਹੜੇ ਅੰਦਰ ਪਈ ਆਤਮਾ ਨੂੰ ਦਿਖਾ ਦੇਵੇ। ਦਿਵ ਦ੍ਰਿਸ਼ਟ ਤਾਂ ਐਸੀ ਹੈ
ਕਿ ਅੰਦਰ ਆਤਮਾ ਨੂੰ ਵੀ ਪ੍ਰਗਟ ਕਰਕੇ ਦਿਖਾ ਦਿੰਦੀ ਹੈ। ਹੋਈ ਤ੍ਰੈ ਲੋਕੰ, ਕਹਿੰਦੇ 3 ਲੋਕ ਜੋ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਨੇ, ਇਹਨਾਂ ਦੇ ਵਿੱਚ ਉਹ ਆਪ ਪ੍ਰਗਟ ਰੂਪ ਦੇ ਵਿੱਚ ਉਹ ਸਾਰਾ ਕੁਝ ਕਲੀਅਰ ਹੋ ਗਿਆ। ਜਨਮ ਮਰਨ ਕੇ ਚੂਕੇ ਸੋਕੰ, ਦੇਖੋ ਜਨਮ ਮਰਨ ਤੇ ਜਿਹੜੇ ਸੋਕ ਹਨ, ਦੁੱਖ ਹਨ, ਉਹ ਵੀ ਦੂਰ ਹੋ ਗਏ। ਸ੍ਰੀ ਗੁਰ ਕਹੈ ਜਾਚ ਚੋ ਚਾਹੀ। ਉਸ ਵੇਲੇ ਭਾਈ ਸੰਗਤਿਆ ਤੇ ਇੰਨੇ ਖੁਸ਼ ਹੋਏ, ਸਤਿਗੁਰੂ ਜੀ ਪ੍ਰਸੰਨ ਹੋਏ। ਭਾਈ ਸੰਗਤਿਆ ਜੀ ਨੂੰ ਕੋਲ ਬਿਠਾ ਕੇ ਨਾ ਸਤਿਗੁਰੂ ਜੀ ਨੇ ਪੁੱਛਣਾ ਕੀਤਾ, ਬੇਟਾ ਜਾਚ ਜੋ ਚਾਹੀ, ਕਹਿਣ ਲੱਗੇ ਤੂੰ ਮੰਗ ਲੈ ਜੋ ਤੈਨੂੰ ਚਾਹੁੰਦਾ ਹੈ, ਜੋ ਤੇਰੀ ਚਾਹਤ ਹੈ। ਅੱਜ ਪਰਮਾਤਮਾ ਦਾ ਦਰ ਤੇਰੇ ਵਾਸਤੇ ਖੁੱਲਾ ਹੈ, ਮੰਗ ਲੈ ਜੋ ਤੂੰ ਮੰਗਣਾ ਹੈ। ਦੇਵੋ ਸੋ ਅਬ ਬਿਲਮੰਗ ਨਾਹੀ, ਉਹੀ ਅਸੀਂ ਦਵਾਂਗੇ ਤੈਨੂੰ, ਕੋਈ ਦੇਰੀ ਨਹੀਂ ਕਰਾਂਗੇ। ਮੰਗ ਲੈ ਅੱਜ ਜੋ ਮੰਗਣਾ ਹੈ, ਤੂੰ ਜੋ ਮੰਗੇਗਾ ਤੈਨੂੰ ਇਸੇ ਵਕਤ ਇੰਸਟੈਂਟਲੀ ਅਸੀਂ ਦਵਾਂਗੇ। ਹੱਥ ਬੰਦ ਬੋਲਿਓ ਸਿਸ ਤਬ ਹੀ। ਪਰ ਦੇਖੋ ਭਾਈ ਸੰਗਤਿਆ ਜਿਹੜਾ ਸੀ ਨਾ, ਗੁਰੂ ਸਾਹਿਬ ਜੀ ਦਾ ਇਹ ਹੁਕਮ ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ, ਤੁਮਰੇ ਨਿਕਟ ਸਿੱਧ ਜੇ ਸਭ ਹੀ। ਪਾਤਸ਼ਾਹ ਜੀ ਆਹ ਦੇਖੋ ਤੁਹਾਡੇ ਆਲੇ ਦੁਆਲੇ ਸਿੱਧ ਲੋਕ ਬੈਠੇ ਹਨ। ਇਹ ਸਾਰੇ ਸਿੱਧ ਲੋਕ ਜਿਹੜੇ ਤੁਹਾਡੇ ਕੋਲ ਬੈਠੇ ਹਨ, ਇਹ ਬੜੇ ਦੁਖੀ ਜੇ ਹੋਏ ਬੈਠੇ ਹਨ। ਦੋਹਰਾ ਇਨਕੋ ਇਨਕੀ ਸਖਤ ਜੋ ਦੀਜੈ ਕਿਰਪਾ ਆਵਾਸ। ਮਹਾਰਾਜ ਜੀ ਮੈਨੂੰ ਕੁਝ ਦੇਣਾ ਹੈ ਨਾ, ਤੁਸੀਂ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਸਿੱਧਾਂ ਦੀਆਂ ਸ਼ਕਤੀਆਂ ਵਾਪਸ ਦੇ ਦਿਓ। ਵਿਚਾਰੇ ਬੜੇ ਦੁਖੀ ਜੇ ਬੈਠੇ ਹਨ। ਇਹਨਾਂ ਦਾ ਜਿਹੜਾ ਹੈ ਪਾਤਸ਼ਾਹ ਜੀ, ਇਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਇਹਨਾਂ ਨੂੰ ਵਾਪਸ ਦੇ ਦਿਓ, ਕਿਉਂਕਿ ਤੁਸੀਂ ਕਿਰਪਾ ਦੇ ਘਰ ਹੋ। ਦੇਖੋ ਭਾਈ ਸੰਗਤਿਆ ਜੀ ਨੇ ਮੰਗਿਆ ਤੇ ਕੀ ਮੰਗਿਆ। ਔਰ ਅਜਿਤਾ ਦੀਨ ਹੋਏ ਛੂਛੇ ਭਏ ਉਦਾਸ। ਪਾਤਸ਼ਾਹ ਜੀ ਇਹ ਭਾਈ ਅਜਿਤਾ ਜੀ ਵੀ ਵਿਚਾਰੇ ਖਾਲੀ ਹੋਏ ਬੈਠੇ ਹਨ। ਪਾਤਸ਼ਾਹ ਜੀ ਇਹਨਾਂ ਦੀਆਂ ਵੀ ਸ਼ਕਤੀਆਂ ਵਾਪਸ ਦੇ ਦਿਓ ਇਹਨਾਂ ਨੂੰ। ਚੌਪੇ ਚਿੰਤਾ ਤੁਰ ਹੋਏ ਕਿ ਸਭ ਵੈਸੇ। ਮਹਾਰਾਜ ਇਹ ਸਾਰੇ ਵਿਚਾਰੇ ਫਿਕਰਾਂ ਵਿੱਚ ਬੈਠੇ ਨੇ, ਦੁਖੀ ਹੋਏ ਬੈਠੇ ਨੇ ਤੁਹਾਡੇ ਆਲੇ ਦੁਆਲੇ। ਕਿਰਪਨ ਖੋਏ ਦਰਬ ਕੋ ਜੈਸੇ। ਪਾਤਸ਼ਾਹ ਜੀ ਇੰਨੇ ਵਿਚਾਰੇ ਦੁਖੀ ਨੇ ਜਿਵੇਂ ਕੋਈ ਕੰਜੂਸ ਦਾ ਧਨ ਕੋਈ ਚੋਰੀ ਕਰਕੇ ਲੈ ਗਿਆ ਹੁੰਦਾ ਹੈ, ਇਸ ਤਰ੍ਹਾਂ ਦੇ ਦੁਖੀ ਹੋਏ ਬੈਠੇ ਹਨ। ਸ੍ਰੀ ਗੁਰ ਕਹਿਓ ਸਖਤ ਦਿਖਰਾਵਤ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਸਾਰੇ ਜਿਹੜੇ ਹਨ ਇਹ ਸ਼ਕਤੀਆਂ ਦਿਖਾਉਂਦੇ ਸਨ, ਆਪਣੀਆਂ ਚਾਮਲੇ ਹੋਏ ਸਨ। ਹਾਂਜੀ ਬੜਾ ਇਹਨਾਂ ਨੇ ਜਿਹੜਾ ਹੈ ਅੱਤ ਚੁੱਕੀ ਹੋਈ ਸੀ। ਦੰਭ ਕਰੈ ਨਿਜ ਮਾਨ ਵਧਾਵਤ। ਕਹਿਣਗੇ ਦੰਭ ਪਖੰਡ ਕਰਦੇ ਸਨ ਇਹ ਸਾਰੇ, ਆਪਣਾ ਮਾਣ ਵਧਾਉਣ ਵਾਸਤੇ ਵੀ ਲੋਕੀ ਸਾਡੀ ਇੱਜ਼ਤ ਕਰਨਗੇ, ਸਾਡੇ ਕੋਲ ਬੜੀਆਂ ਸ਼ਕਤੀਆਂ ਹਨ। ਇਹ ਲੋਕਾਂ ਨੂੰ ਦਿਖਾਵਾ ਕਰਦੇ ਸਨ ਸਾਰਾ। ਦੇਨੀ ਉਚਿਤ ਅਬੈਨ ਹੈ ਇਨਕੋ। ਪਰ ਇਹਨਾਂ ਨੂੰ ਦੇਣੀ ਜਿਹੜੀ ਵਾਪਸ ਸ਼ਕਤੀ ਇਹਨਾਂ ਦੀ ਹੁਣ ਸਮਾਂ ਠੀਕ ਨਹੀਂ, ਇਹਨਾਂ ਨੂੰ ਹੁਣ ਨਹੀਂ ਦੇਣਾ ਚਾਹੀਦਾ। ਕਿਉਂਕਿ ਜਿਹੜਾ ਬੱਚਾ ਨਾ, ਜਿਹੜਾ ਬਹੁਤਾ ਨੋਟੀ ਹੋਵੇ, ਬਹੁਤੀਆਂ ਜ਼ਿਆਦਾ ਇਲਤਾਂ ਕਰੇ, ਉਹਨੂੰ ਜਿਹੜਾ ਹਨ ਉਹਦੇ ਹੱਥ ਤੋਂ ਉਹ ਚੀਜ਼ਾਂ ਜਿਹੜੀਆਂ ਹਨ ਉਹਦੇ ਜਿਹੜੇ ਮਾਪੇ ਹੁੰਦੇ ਖੋਹ ਲੈਂਦੇ ਨੇ ਵੀ ਇਹ ਵਿਗਾੜੂਗਾ। ਹੁਣ ਜਿਹੜੇ ਬੱਚੇ ਨੂੰ ਕੁਝ ਤੁਸੀਂ ਪੈਨ ਫੜਾ ਦਿਓ, ਉਹਨੇ ਕੰਧਾਂ ਤੇ ਜਾ ਕੇ ਸਾਰੀਆਂ ਲੀਕਾਂ ਪਾ ਦੇਣੀਆਂ ਹਨ। ਹਾਂਜੀ ਜੇ ਕੁਝ ਹੋਰ ਫੜਾ ਦਿਓ, ਉਹਨੇ ਹੋਰ ਕੋਈ ਨੁਕਸਾਨ ਕਰ ਦੇਣਾ। ਇਸ ਕਰਕੇ ਉਹਨਾਂ ਤੋਂ ਉਹ ਚੀਜ਼ ਲੈ ਲਈ ਜਾਂਦੀ ਹੈ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਹੁਣ ਸ਼ਕਤੀਆਂ ਨਹੀਂ ਦੇਣੀਆਂ ਚਾਹੀਦੀਆਂ, ਕਿਉਂਕਿ ਇਹਨਾਂ ਨੇ ਵਿਗਾੜੇ ਕਰਨਾ ਹੈ। ਮਾਨ ਵਿਖੇ ਮਨ ਬੁੱਢਿਓ ਜਿਨਕੋ। ਦੇਖੋ ਇਹ ਸ਼ਕਤੀਆਂ ਦੇ ਕਾਰਨ ਕਰਕੇ ਇਹਨਾਂ ਦੇ ਮਨ ਵਿੱਚ ਹੰਕਾਰ ਵੱਧਦਾ ਜਾਂਦਾ ਹੈ। ਜੇ ਹੰਕਾਰ ਵਧੂਗਾ ਤਾਂ ਇਹ ਨਰਕਾਂ ਨੂੰ ਹੀ ਜਾਣਗੇ ਨਾ, ਇਹ ਤਾਂ ਡੁੱਬਣਗੇ ਸੰਸਾਰ ਵਿੱਚ, ਇਹ ਤਰਨਗੇ ਨਹੀਂ। ਸੋ ਇਹਨਾਂ ਦੀਆਂ ਸ਼ਕਤੀਆਂ ਲੈਣ ਦੇ ਵਿੱਚ ਇਹਨਾਂ ਦਾ ਹੀ ਭਲਾ ਹੈ। ਤੇਰੋ ਕਹਿਓ ਨਾ ਮੋਰ ਹੈ ਕੈਸੇ। ਪਰ ਫਿਰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੰਗਤਿਆ ਜੀ ਨੂੰ, ਕਹਿੰਦੇ ਤੇਰਾ ਕਿਹਾ ਮੈਂ ਮੋੜ ਨਹੀਂ ਸਕਦਾ, ਤੂੰ ਕਹਿ ਦਿੱਤਾ ਹੁਣ ਤੇ ਫਿਰ ਤੇ ਅਗਾਰੀ ਹੋਏ ਅਬ ਤੈਸੇ। ਚੱਲ ਫਿਰ ਇਹਨਾਂ ਦੀਆਂ ਸ਼ਕਤੀਆਂ ਉਵੇਂ ਹੀ ਹੋਣਗੀਆਂ ਜਿਵੇਂ ਪਹਿਲੀਆਂ ਸੀਗੀਆਂ। ਭਾਈ ਸੰਗਤਿਆਂ ਨੂੰ ਸਤਿਗੁਰਾਂ ਨੇ ਇਹ ਕਿਹਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਕਿ ਤੇਰਾ ਬਚਨ ਨਹੀਂ ਅਸੀਂ ਮੋੜ ਸਕਦੇ, ਜੋ ਤੂੰ ਕਿਹਾ ਅਸੀਂ ਉਹੀ ਕਰਾਂਗੇ। ਦੇਖੋ ਨਾ ਭਾਈ ਸੰਗਤਿਆਂ ਨੇ ਗੁਰੂ ਨਾਨਕ ਦਾ ਹੁਕਮ ਮੰਨਿਆ ਤੇ ਭਾਈ ਸੰਗਤਿਆਂ ਦੀ ਇੱਛਾ ਨੂੰ ਗੁਰੂ ਨਾਨਕ ਨੇ ਨਾ ਨਹੀਂ ਕੀਤੀ। ਇਸ ਪ੍ਰਕਾਰ ਕਰਕੇ ਨਾ ਜਿੱਦਣ ਆਪਾਂ ਵੀ ਗੁਰੂ ਨਾਨਕ ਦੇ ਸਿੱਖ ਬਣ ਕੇ ਗੁਰੂ ਦਾ ਹੁਕਮ ਨੂੰ ਮੰਨਾਂਗੇ, ਪਾਲਾਂਗੇ ਉਹ ਹੁਕਮ ਨੂੰ, ਜੋ ਗੁਰੂ ਕਹਿੰਦਾ ਨਿਰਸੰਸ਼ੇ ਹੀ ਆਪਾਂ ਕਰਾਂਗੇ, ਆਪਾਂ ਮੰਨਾਂਗੇ, ਤਾਂ ਉਸ ਵੇਲੇ ਫਿਰ ਗੁਰੂ ਅੱਗੇ ਕੀਤੀ ਅਰਦਾਸ ਵੀ ਗੁਰੂ ਨਾ ਨਹੀਂ ਕਿਤੇ ਕਰਦਾ। ਇਹੀ ਗੱਲ ਆ ਨਾ, ਦੇਖੋ ਬਿਲਕੁਲ ਕਲੀਅਰ ਹੋ ਗਈ। ਆਪਾਂ ਕਹਿੰਦੇ ਨਾ ਮੇਰੀ ਅਰਦਾਸ ਕਿਉਂ ਨਹੀਂ ਮਹਾਰਾਜ ਸੁਣਦਾ, ਮੇਰੀ ਅਰਦਾਸ ਕਿਉਂ ਨਹੀਂ ਪੂਰੀ ਹੁੰਦੀ। ਆਨਸਰ ਆ ਗਿਆ ਜੀ, ਮਹਾਰਾਜ ਦਾ ਹੁਕਮ ਮੰਨੋ, ਹੁਕਮ ਵਿੱਚ ਰਹੋ ਤੇ ਤੁਹਾਡੀ ਗੱਲ ਵੀ ਗੁਰੂ ਕਿਤੇ ਨਾ ਨਹੀਂ ਕਰੇਗਾ। ਭਾਈ ਸੰਗਤਿਆ ਦੇਖੋ ਕਿੱਡਾ ਵੱਡਾ ਗੁਰਸਿੱਖ ਹੈ, ਬੱਚਾ 12 ਸਾਲਾਂ ਦਾ ਹੈ, ਪਰ ਦੇਖੋ ਕਿੱਡਾ ਵੱਡਾ ਉਹਨੇ ਕਾਰਜ ਕੀਤਾ। ਮੰਗਿਆ ਵੀ ਆਪਣੇ ਵਾਸਤੇ ਨਹੀਂ ਮੰਗਿਆ, ਹੋਰਾਂ ਵਾਸਤੇ ਮੰਗਿਆ। ਇਹਨੂੰ ਕਹਿੰਦੇ ਪਰਉਪਕਾਰੀ ਜੀਵਨ। ਸਿੱਧਨ ਯੁੱਤ ਅਚਰਜ ਨਰ ਨਾਰੀ। ਸੋ ਉਸ ਵੇਲੇ ਇਹ ਸਿੱਧ ਬੈਠੇ ਹੈਰਾਨ ਹੋ ਗਏ ਸੁਣ ਕੇ, ਇਹ ਡਾਇਲੌਗ ਨੂੰ ਸੁਣ ਕੇ ਉਹ ਵਿਚਾਰੇ ਬੜੇ ਹੀ ਜਿਹੜੇ ਹਨ ਹੈਰਾਨ ਹੋਏ। ਤੇ ਉਹਨਾਂ ਦੀ ਹੈਰਾਨਗੀ ਇਸ ਕਰਕੇ ਹੈ, ਇਹ ਬਾਲਕ ਬਹੁ ਪਰ ਉਪਕਾਰੀ। ਦੇਖੋ ਕਹਿੰਦੇ ਬਾਲਕ ਕਿੰਨਾ ਪਰਉਪਕਾਰੀ ਹੈ।
ਪਰਮਾਤਮਾ ਨੇ ਦਰਵਾਜ਼ੇ ਖੋਲ੍ਹਤੇ ਇਹਦੇ ਵਾਸਤੇ, ਪਰ ਫਿਰ ਵੀ ਇਹਨੇ ਮੰਗਿਆ ਤੇ ਕੀ ਮੰਗਿਆ? ਦੂਜੇ ਵਾਸਤੇ ਮੰਗਿਆ, ਦੂਜੇ ਦੇ ਸੁੱਖ ਵਾਸਤੇ ਮੰਗਿਆ। ਵੈਸ ਅਲਪ ਮਹਿਮਾ ਅਧਿਕਾਏ। ਦੇਖੋ ਉਮਰ ਭਾਵੇਂ ਛੋਟੀ ਹੈ, ਇਸ ਦੀ ਬੱਚਾ ਹੈ, ਕਹਿੰਦੇ ਮਹਿਮਾ ਅਧਿਕਾਏ, ਇਹਦੀ ਪ੍ਰੇਸ ਬਹੁਤ ਵੱਡੀ ਹੈ। ਸਿੱਧ ਸਰਬ ਲੀਨੇ ਬਖਸਾਏ। ਉਸ ਵੇਲੇ ਸਿੱਧ ਜਿਹੜੇ ਹਨ ਸਾਰੇ ਇਹਨੇ ਬਖਸ਼ਾ ਲਏ ਗੁਰੂ ਨਾਨਕ ਸਾਹਿਬ ਤੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਮੁਆਫੀਆਂ ਮੰਗਾ ਲੀਆਂ ਉਹਨਾਂ ਦੀਆਂ, ਉਹਨਾਂ ਦੀ ਮੁਆਫੀ ਜਿਹੜੀ ਕਬੂਲ ਕਰਾ ਲਈ ਗੁਰੂ ਨਾਨਕ ਸਾਹਿਬ ਤੋਂ। ਦੋਹਰਾ ਭਈ ਸਬਨ ਮਹਿ ਸਖਤ ਪੁਨ ਰਹੇ ਹਿਰਦੇ ਹਰ ਖਾਏ। ਸਾਰਿਆਂ ਦੀਆਂ ਸ਼ਕਤੀਆਂ ਵੈਸੇ ਦੀਆਂ ਵੈਸੇ ਹੀ ਆ ਗਈਆਂ, ਫਿਰ ਮੁੜ ਕੇ ਸਿੱਧਾਂ ਨੂੰ ਵੀ ਆਪਣੀਆਂ ਸ਼ਕਤੀਆਂ ਮਿਲ ਗਈਆਂ ਤੇ ਜਿਹੜਾ ਅਜਿੱਤਾ ਰੰਧਾਵਾ ਸੀ ਉਹਨੂੰ ਵੀ ਮਿਲ ਗਈਆਂ, ਸਾਰੇ ਖੁਸ਼ ਹੋ ਗਏ ਜੀ। ਧੰਨ ਧੰਨ ਸ੍ਰੀ ਗੁਰ ਤੁਹੀ ਮਹਿਮਾ ਕਹੀ ਨਾ ਜਾਏ। ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਤੁਹੀ, ਸਾਰੇ ਜਿਹੜੇ ਹਨ ਸਿੱਧ ਵੀ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ, ਮਨ ਕਰਕੇ ਧੰਨ ਹੋ, ਸਰੀਰ ਕਰਕੇ ਤੁਸੀਂ ਧੰਨ ਹੋ, ਤੁਹਾਡੀ ਮਹਿਮਾ ਕਹੀ ਨਹੀਂ ਜਾਂਦੀ। ਚੌਪੇ ਸਿੱਖੀ ਧੰਨ ਧੰਨ ਸਿੱਖ ਤੇਰੇ। ਕਹਿੰਦੇ ਸਿੱਖੀ ਧੰਨ ਹੈ ਤੇ ਧੰਨ ਤੇਰੇ ਸਿੱਖ ਹਨ, ਤੇਰੀ ਦਿੱਤੀ ਹੋਈ ਸਿੱਖੀ ਧੰਨ ਹੈ। ਜਿਹੜੇ ਸਿੱਖ ਜਿਹੜਾ ਹਨ ਸਿੱਖੀ ਨੂੰ ਸੁਣ ਕਰਕੇ ਸਿੱਖੀ ਨੂੰ ਧਾਰਨ ਕਰਦੇ ਨੇ ਉਹ ਸਿੱਖ ਵੀ ਧੰਨ ਹਨ। ਪਰ ਉਪਕਾਰ ਕਰਹਿ ਦੁਖ ਹੇਰੇ। ਪਰ ਉਪਕਾਰ ਕਰਦੇ ਹਨ ਦੂਜੇ ਦਾ ਦੁੱਖ ਦੇਖ ਕੇ। ਦੇਖੋ ਇਹ ਹੈ ਸਿੱਖੀ। ਸਿੱਖੀ ਜਿਹੜੀ ਹੈ ਪਰ ਉਪਕਾਰ ਵਾਸਤੇ ਹੈ, ਦੂਸਰੇ ਦੇ ਭਲੇ ਵਾਸਤੇ ਹੈ। ਅਸ ਕਹਿ ਸਿੱਧਨ ਗਰਭ ਗਵਾਇਓ। ਇਸ ਜਿਹੜੀਆਂ ਹਨ ਇਸ ਤਰ੍ਹਾਂ ਦੀ ਬੇਨਤੀ ਇਹ ਸਿੱਧਾਂ ਨੇ ਕੀਤੀ ਤੇ ਆਪਣਾ ਹੰਕਾਰ ਉਹਨਾਂ ਨੇ ਗਵਾ ਲਿਆ। ਹੁਣ ਹੰਕਾਰ ਆਪਣਾ ਦੂਰ ਕੀਤਾ, ਹੋਰ ਨਾ ਸ੍ਰੀ ਗੁਰ ਨਿਕਟ ਜਨਾਇਓ। ਪਰ ਫੇਰ ਨਹੀਂ, ਉਸ ਤੋਂ ਬਾਅਦ ਇਹ ਅਖੀਰਲੀ ਵਾਰੀ ਸੀ ਸਿੱਧਾਂ ਨੇ ਕਿਤੇ ਵੀ ਆਪਣੀ ਸ਼ਕਤੀ ਗੁਰੂ ਸਾਹਿਬ ਨੂੰ ਦਿਖਾਉਣਾ ਕੀਤੀ। ਇਸ ਸਮੇਂ ਤੋਂ ਬਾਅਦ ਸਿੱਧਾਂ ਨੇ ਕਿਤੇ ਵੀ ਗੁਰੂ ਸਾਹਿਬ ਨੂੰ ਆਪਣੀ ਸ਼ਕਤੀ ਨਾ ਦਿਖਾਈ। ਭਈ ਸਾਤ ਦੁਰਮਤ ਸਭ ਨਾਸੀ। ਦੇਖੋ ਸ਼ਾਂਤ ਆ ਗਈ ਉਹਨਾਂ ਦੇ ਮਨ ਵਿੱਚ, ਸਾਰੀ ਦੁਰਮਤ ਜਿਹੜੀ ਹੈ ਉਹ ਦੂਰ ਹੋ ਗਈ। ਸੋ ਇਸ ਕਰਕੇ ਬਾਬੇ ਕੀਤੀ ਸਿੱਧ ਗੋਸ਼ਟ। ਦੇਖੋ ਸਿੱਧਾਂ ਨਾਲ ਗੋਸ਼ਟੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਬਾਣੇ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਦੇਖੋ ਹੁਣ ਸ਼ਾਂਤੀ ਮਹਾਰਾਜ ਨੇ ਦਿੱਤੀ, ਭਾਵੇਂ ਸਿੱਧ ਲੋਕਾਂ ਨੇ ਭਗਤੀ ਜਿੰਨੀ ਮਰਜ਼ੀ ਵੀ ਕੀਤੀ ਹੋਵੇ। ਭਾਈ ਗੁਰਦਾਸ ਜੀ ਨੇ ਇਹੀ ਗੱਲ ਦੱਸੀ ਹੈ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਦੇਖੋ ਹੁਣ ਸ਼ਾਂਤੀ ਤਾਂ ਗੁਰੂ ਸਾਹਿਬ ਜੀ ਨੇ ਹੀ ਦਿੱਤੀ ਹੈ ਨਾ। ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਮਹਾਰਾਜ ਨੇ ਉਹ ਸਿੱਧਾਂ ਨੂੰ ਬਖਸ਼ਣਾ ਕੀਤਾ। ਕਹੈ ਪੁਰਖ ਤੁਮ ਹੋ ਅਵਿਨਾਸੀ। ਕਹੈ ਪੁਰਖ ਕਹਿਣਗੇ, ਕਹੈ ਕਹਿੰਦੇ ਹਨ ਪੁਰਖ ਤੁਮ ਹੋ ਅਵਿਨਾਸੀ। ਕਹਿਣਗੇ ਤੂੰ ਅਵਿਨਾਸੀ ਹੈ, ਤੂੰ ਨਾਸ ਤੋਂ ਪਰੇ ਹੈ ਤੇ ਪੂਰੀਆਂ ਨੂੰ ਰੱਖਣ ਵਾਲਾ ਹੈ। ਸਾਰੀ ਦੁਨੀਆ ਦਾ ਸਸਤੇਨ, ਸਾਰੇ ਗੈਲੈਕਸੀ ਦਾ ਤੂੰ ਸਸਤੇਨ ਇਕੱਲਾ ਹੈ। ਤੂੰ ਪੁਰਖ ਜਿਹੜਾ ਹਨ ਨਰਕਾਂ ਵਿੱਚ ਪੈਂਦੇ ਹੋਇਆਂ ਨੂੰ ਤੂੰ ਰੱਖਣ ਵਾਲਾ ਹੈ। ਇਸ ਤਰ੍ਹਾਂ ਦਾ ਤੂੰ ਅਬਨਾਸੀ ਹੈ, ਤੇਰਾ ਕੋਈ ਨਾਸ ਨਹੀਂ। ਗੁਰੂ ਨਾਨਕ ਸਾਹਿਬ ਜੀ ਉਸਤਤ ਕਰਕੇ ਅਨੇਕ ਪ੍ਰਕਾਰ। ਇਸ ਪ੍ਰਕਾਰ ਦੀ ਉਸਤਤ ਸਿੱਧਾਂ ਨੇ ਬੜੇ ਪ੍ਰਕਾਰ ਬੜੇ ਤਰ੍ਹਾਂ ਨਾਲ ਕੀਤੀ। ਗੁਣ ਬੂਝਨ ਹਿਤ ਬਚਨ ਉਚਾਰ। ਫਿਰ ਪੁੱਛਣ ਵਾਸਤੇ ਇਹ ਕਿਹਾ, ਕੇਤਿਕ ਸਖਤ ਤੁਮਾਰੇ ਮਾਹੀ। ਪੁੱਛਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿੰਨੀ ਕੁ ਸ਼ਕਤੀ ਹੋਵੇਗੀ ਤੁਹਾਡੇ ਵਿੱਚ। ਕਹੋ ਤਪਾ ਜੀ ਹਮਰੇ ਪਾਹੀ। ਇਹ ਤਪਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸੋ ਸਾਨੂੰ, ਅਸੀਂ ਤਾਂ ਬੜੇ ਹੈਰਾਨ ਆ ਤੁਹਾਡੀਆਂ ਸ਼ਕਤੀਆਂ ਦੇਖ ਕੇ, ਕਿੰਨੀ ਕੁ ਸ਼ਕਤੀ ਹੋਵੇਗੀ ਤੁਹਾਡੇ ਕੋਲ। ਪਰ ਨਾ ਤੁਮਰੇ ਸਮਸਰ ਦੇਖਾ। ਕਿਉਂਕਿ ਅੱਜ ਤੱਕ ਤੁਹਾਡੇ ਬਰਾਬਰ ਅਸੀਂ ਕੋਈ ਨਾ ਦੇਖਿਆ। ਸਭ ਤੇ ਤੁਮ ਹੋ ਪੁਰਖ ਵਿਸੇਖਾ। ਸਾਰਿਆਂ ਤੋਂ ਉੱਤਮ ਤੁਸੀਂ ਹੋ, ਸਭ ਤੋਂ ਗ੍ਰੇਟ, ਸਭ ਤੋਂ ਵੱਡੇ ਤੁਸੀਂ ਆਪ ਹੋ। ਦੋਹਰਾ ਗੁਰੂ ਭਣਿਓ ਸਤਨਾਮ ਕੀ ਵਡਿਆਈ ਵੱਡ ਜਾਨ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਖੋ ਉਸ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇਣ ਵਾਸਤੇ ਸਤਿਗੁਰਾਂ ਨੇ ਉਸ ਦਾ ਉੱਤਰ ਵੀ ਇਹੀ ਦਿੱਤਾ, ਸਤਨਾਮ ਕੀ। ਇਹ ਤਾਂ ਸਤਨਾਮ ਸੱਚੇ ਪਰਮਾਤਮਾ ਦਾ ਜੋ ਨਾਮ ਹੈ, ਜੋ ਵਾਹਿਗੁਰੂ ਹੈ, ਉਸ ਦੀ ਵਡਿਆਈ ਵੱਡੀ ਹੈ, ਸਾਡੀ ਨਹੀਂ, ਉਸੇ ਦੀ ਵਡਿਆਈ ਹੈ। ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰਿੰਸੀਪਲ ਆਪਾਂ ਨੂੰ ਸਮਝਾਇਆ ਹੈ। ਦੇਖੋ ਇਹ ਨਾਮ ਦਾ ਪ੍ਰਤਾਪ ਹੈ, ਨਾਮ ਦੀ ਸ਼ਕਤੀ ਹੈ। ਜਿਹੜੀ ਚੀਜ਼ ਨੂੰ ਤੁਸੀਂ ਆਪਣੀ ਬਣਾਓਗੇ ਉਹ ਤੁਹਾਡੇ ਹੰਕਾਰ ਹਉਮੈ ਕਰਕੇ ਛੋਟੀ ਹੋ ਜਾਏਗੀ। ਜਦੋਂ ਤੱਕ ਉਸ ਚੀਜ਼ ਨੂੰ ਤੁਸੀਂ ਪਰਮਾਤਮਾ ਦੀ ਸਮਝੋਗੇ, ਪਰਮਾਤਮਾ ਦੀ ਹੀ ਅਮਾਨਤ ਸਮਝੋਗੇ, ਜਦੋਂ ਤੱਕ ਤੁਸੀਂ ਉਸ ਬਖਸ਼ਿਸ਼ ਨੂੰ ਪਰਮਾਤਮਾ ਦੀ ਹੀ ਦਿੱਤੀ ਹੋਈ ਜਾਣੋਗੇ, ਉਸੇ ਦੀ ਹੀ ਦਿੱਤੀ ਹੋਈ ਦੀ ਵਰਤੋਂ ਤੁਸੀਂ ਉਸ ਦੇ ਹੀ ਆਸਰੇ ਕਰੋਗੇ, ਤਾਂ ਉਹ ਵੱਡੀ ਹੈ। ਕਹਿੰਦੇ ਵਡਿਆਈ ਵੱਡ ਜਾਣ, ਪਰਮਾਤਮਾ ਦੇ ਨਾਮ ਦੀ ਵਡਿਆਈ ਵੱਡੀ ਹੈ। ਏਕ ਓੰਕਾਰ ਅਕਾਰ ਪ੍ਰਭ ਪੂਰਨ ਕਿਰਪਾ ਨਿਧਾਨ। ਦੇਖੋ ਇੱਕ ਓੰਕਾਰ, ਉਹ ਇੱਕ ਓੰਕਾਰ ਜੋ ਪਰਮਾਤਮਾ ਹੈ, ਜੋ ਆਕਾਰ ਉਕਾਰ ਮਕਾਰ, ਜੋ ਸਾਰੇ ਇਹ ਸੰਸਾਰ ਨੂੰ ਬਣਾਉਣ ਪਾਲਣ ਤੇ ਨਾਸ਼ ਕਰਨ ਵਾਲਾ ਹੈ ਪਰਮਾਤਮਾ, ਜੋ ਆਪਣੇ ਜਿਹੜਾ ਹਨ ਇੱਕ ਹੀ ਸਰੂਪ ਹੈ ਉਸਦਾ।
ਕਹਿੰਦੇ ਆਕਾਰ ਪ੍ਰਭ, ਇਹ ਸਾਰਾ ਹੀ ਸੰਸਾਰ ਉਸ ਪ੍ਰਮਾਤਮਾ ਦਾ ਆਕਾਰ ਹੀ ਹੈ। ਇਸ ਕਰਕੇ ਪੂਰਨ ਕਿਰਪਾ ਨਿਧਾਨ, ਉਹ ਪੂਰਨ, ਉਹ ਸੰਪੂਰਨ ਹਨ, ਉਹ ਸਾਰੇ ਹਿਰਦਿਆਂ ਦੇ ਵਿੱਚ ਵਸਣ ਵਾਲੇ ਹਨ। ਕਿਰਪਾ ਨਿਧਾਨ, ਉਹ ਕਿਰਪਾ ਦੇ ਖਜ਼ਾਨੇ ਹਨ, ਉਹ ਪਰਮੇਸ਼ਰ। ਚੌਪਈ ਜੇ ਵੱਡ ਸਾਹਿਬ ਤੇ ਵੱਡ ਦਾਤ। ਦੇਖੋ ਜਿੱਡਾ ਵੱਡਾ ਸਾਹਿਬ ਹੈ, ਉਸ ਦੀਆਂ ਦਾਤਾਂ ਵੀ ਉੱਡੀਆਂ ਹੀ ਵੱਡੀਆਂ ਹਨ। ਜੇ ਸਾਹਿਬ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀਆਂ ਦਾਤਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਕਬਹੂ ਪਾਰ ਨਾ ਪਾਇਓ ਜਾਤ। ਉਸ ਦਾ ਪਾਰ ਨਹੀਂ ਪਾਇਆ ਜਾਂਦਾ। ਉਸ ਦੀ ਮਿਣਤੀ ਗਿਣਤੀ ਮੈਸ਼ਰਮੈਂਟ ਕੌਣ ਕਰ ਸਕਦਾ ਹੈ ਕਿ ਕਿੱਡੀ ਕੁ ਵੱਡੀ ਉਹਦੀ ਦਾਤ ਹੈ ਤੇ ਕਿੱਡਾ ਕੁ ਵੱਡਾ ਉਹ ਆਪ ਹੈ। ਕਰੁਣਾਮੈ ਨਿਤ ਜੋਤ ਸਰੂਪੰ। ਕਿਰਪਾ ਦੇ ਘਰ ਹਨ, ਨਿਤ ਹੀ ਸਾਰਿਆਂ ਤੇ ਕਿਰਪਾ ਕਰਨ ਵਾਲੇ ਹਨ ਉਹ ਪਰਮੇਸ਼ਰ। ਜੋਤ ਸਰੂਪੰ, ਕਹਿਣਗੇ ਉਹ ਜੋਤ ਸਰੂਪ ਹੈ, ਉਹ ਜੋਤ ਸਰੂਪ ਹੈ, ਉਹ ਆਪ ਸਾਰਿਆਂ ਦੀ ਲਾਈਫ ਫਾਰਮ ਹੈ, ਉਹ ਸਾਰਿਆਂ ਦਾ ਜੀਵਨ ਰੂਪ ਹੈ। ਉਹ ਸਾਰਿਆਂ ਦੇ ਵਿੱਚ ਵਸ ਕਰਕੇ ਹੀ ਸਾਰਿਆਂ ਦੇ ਕਾਰਜ ਕਰਾਉਂਦਾ ਵੀ ਹੈ ਤੇ ਕਰਦਾ ਵੀ ਹੈ, ਤੇ ਉਹਨਾਂ ਦਾ ਬਹਾਨਾ ਵੀ ਆਪ ਹੀ ਬਣਾਉਂਦਾ ਹੈ। ਸਭ ਵਿਦ ਸ੍ਰੀ ਕਰਤਾਰ ਅਨੂਪੰ। ਇਸ ਪ੍ਰਕਾਰ ਕਰਕੇ ਉਹ ਸ੍ਰੀ ਕਰਤਾਰ ਮਾਇਆ ਦਾ ਪਤੀ, ਜੋ ਪਰਮਾਤਮਾ ਕ੍ਰੀਏਟਰ ਹੈ, ਸਾਰੀ ਸੰਸਾਰ ਨੂੰ ਬਣਾਉਣ ਵਾਲਾ, ਸਭ ਵਿਦ ਕਹਿਣਗੇ ਸਾਰੇ ਪ੍ਰਕਾਰ ਕਰਕੇ ਉਹਦੀ ਉਪਮਾ ਜਿਹੜੀ ਹੈ ਕਹੀ ਨਹੀਂ ਜਾ ਸਕਦੀ। ਉਹ ਜਿਹੜਾ ਹਨ ਅਨੂਪਮ, ਉਹਦੀ ਉਪਮਾ ਕੋਈ ਵੀ ਕਹਿ ਨਹੀਂ ਸਕਦਾ। ਕਿਰਪਾ ਦ੍ਰਿਸ਼ਟ ਦੇਖਤ ਹੈ ਜਾਂ ਕੋ। ਦੇਖੋ ਜਿਹਦੇ ਉੱਤੇ ਉਹ ਪਰਮੇਸ਼ਰ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨੂੰ ਪਾਉਂਦਾ ਹੈ। ਦਾਨ ਨਾਮ ਕੋ ਦੇਵਤ ਤਾਂ ਕੋ। ਬਸ ਉਹਨਾਂ ਨੂੰ ਸਭ ਤੋਂ ਵੱਡੀ ਦਾਤ ਪਰਮਾਤਮਾ ਦੀ ਕੀ ਹੈ, ਜਿਹਦੇ ਉੱਤੇ ਇੱਕ ਪਰਮਾਤਮਾ ਕਿਰਪਾ ਦੀ ਦ੍ਰਿਸ਼ਟੀ ਪਾਉਂਦਾ ਹੈ ਨਾ। ਹੁਣ ਮਹਾਰਾਜ ਦੱਸਣ ਲੱਗੇ ਨੇ ਵੀ ਸਭ ਤੋਂ ਵੱਡੀ ਦਾਤ ਪਰਮਾਤਮਾ ਦੀ ਕਿਹੜੀ ਹੈ, ਕਿਹੜੀ ਦਾਤ ਆ ਜਿਹੜੀ ਸਭ ਤੋਂ ਗ੍ਰੇਟ ਹੈ, ਸਭ ਤੋਂ ਵੱਡੀ ਦਾਤ ਹੈ। ਕਹਿੰਦੇ ਉਹ ਦਾਤ ਹੈ ਦਾਨ ਨਾਮ ਕੋ ਦੇਵਤ ਤਾਂ ਕੋ। ਪਰਮਾਤਮਾ ਦੋ ਚੀਜ਼ਾਂ ਜਿਹੜਾ ਹਨ, ਇੱਕ ਨਾਮ ਦੀ ਦਾਤ ਦਿੰਦਾ ਹੈ, ਉਹ ਨਾਮ ਦੀ ਦਾਤ ਦਾਨ ਕਰਕੇ ਦਿੰਦਾ ਹੈ, ਜਿਹਦੇ ਤੇ ਉਹ ਖੁਸ਼ ਹੁੰਦਾ ਹੈ। ਦੇਖੋ ਨਾਮ ਦਾਨ ਵਿੱਚ ਦਿੰਦਾ ਹੈ, ਭਾਵੇਂ ਉਹ ਦਾਨ ਵਿੱਚ, ਦੇਖੋ ਹੁਣ ਆਪਾਂ ਨੂੰ ਵੀ ਤਾਂ ਦਾਨ ਵਿੱਚ ਮਿਲਿਆ ਹੈ ਨਾ। ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਆਪਾਂ ਨੂੰ ਨਾਮ ਦ੍ਰਿੜ ਕਰਾਉਂਦੇ ਨੇ, ਉਹ ਦਾਨ ਵਿੱਚ ਨਾਮ ਮਿਲਿਆ, ਆਪਾਂ ਕਮਾਇਆ ਨਹੀਂ। ਉਸ ਜਿਹੜਾ ਹਨ ਉਸ ਦੀ ਕਮਾਈ ਨਹੀਂ ਆਪਾਂ ਕੀਤੀ। ਪਿਛਲੇ ਯੁਗਾਂ ਦੇ ਵਿੱਚ ਲੋਕ ਆਪਣੇ ਗੁਰੂਆਂ ਦੇ, ਮੁਰਸ਼ਿਦਾਂ ਦੇ, ਪੀਰਾਂ ਦੇ ਕਿੰਨੀ ਸੇਵਾ ਕਰਿਆ ਕਰਦੇ ਸਨ ਨਾਮ ਦੀ ਪ੍ਰਾਪਤੀ ਵਾਸਤੇ। ਵੱਡੇ ਵੱਡੇ ਰਿਸ਼ੀ ਮੁਨੀ ਵੀ ਕਰਿਆ ਕਰਦੇ ਸਨ। ਪਰ ਦੇਖੋ ਦਾਨ ਵਿੱਚ ਨਾਮ ਗੁਰੂ ਨਾਨਕ ਸਾਹਿਬ ਨੇ ਹੀ ਦਿੱਤਾ ਹੈ। ਦਾਨ ਵਿੱਚ ਦੇ ਦਿੱਤਾ, ਕੁਝ ਨਹੀਂ ਪੁੱਛਿਆ, ਕੁਝ ਨਹੀਂ ਮੰਗਿਆ, ਕੁਝ ਨਹੀਂ ਕਹਿਣ ਨੂੰ ਕੀਤਾ, ਬਸ ਦਾਨ ਦੇ ਦਿੱਤਾ ਨਾਮ ਦਾ। ਸੋ ਕਹਿੰਦੇ ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ। ਜੇ ਅੱਜ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹੋ, ਪੰਜ ਪਿਆਰੇ ਤੁਹਾਨੂੰ ਨਾਮ ਦ੍ਰਿੜ ਕਰਦੇ, ਜਾਣ ਲਓ ਕਿ ਸਭ ਤੋਂ ਵੱਡੀ ਦਾਤ ਪਰਮਾਤਮਾ ਦੀ ਹੈ। ਜਿਹਨੂੰ ਕਿਸੇ ਨੂੰ ਵੀ ਪਰਮਾਤਮਾ ਦਾਤ ਦਿੰਦਾ ਹੈ ਵੱਡੀ, ਉਹ ਨਾਮ ਹੈ। ਨਾਮ ਤੋਂ ਵੱਡੀ ਦਾਤ ਕੋਈ ਨਹੀਂ ਹੈਗੀ। ਮਾਨ ਅਮਾਨ ਸੁਤੇ ਛੁੱਟ ਜਾਹੀ। ਦੇਖੋ ਮਾਨ ਅਮਾਨ, ਕਹਿੰਦੇ ਮਾਨ ਜਿਹੜਾ ਹੁੰਦਾ ਹੈ ਅੰਦਰ ਹੰਕਾਰ, ਜਿਹੜਾ ਅਮਾਨ, ਜਿਹੜਾ ਕਿ ਬੰਦਾ ਮੁਕਰਦਾ ਹੈ ਆਪਣੇ ਕਰਮਾਂ ਤੋਂ, ਕਹਿੰਦੇ ਸੁੱਤੇ ਛੁੱਟ ਜਾਹੀ, ਸਾਰਾ ਹੀ ਛੁੱਟ ਜਾਂਦਾ ਹੈ। ਸੁਖ ਕੇ ਸਹਿਤ ਪਰਮ ਪਦ ਪਾਹੀ। ਸੁਖ ਦੇ ਸਹਿਤ ਸੌਖਾ ਹੀ ਉਹ ਪਰਮ ਪਦਵੀ ਨੂੰ ਪਾ ਲੈਂਦਾ ਹੈ, ਸ੍ਰਿਸ਼ਟ ਪਦਵੀ ਨੂੰ। ਉਹ ਸਟੇਟ ਨੂੰ ਜਾ ਕੇ ਪਾ ਲੈਂਦਾ ਜਿਹੜੀ ਸਭ ਤੋਂ ਉੱਚੀ ਹੁੰਦੀ ਹੈ। ਸਤਿਗੁਰ ਕੀ ਵੱਡੀ ਵਡਿਆਈ। ਇਸ ਕਰਕੇ ਸਤਿਗੁਰੂ ਦੀ ਵੱਡੀ ਵਡਿਆਈ ਹੈ ਜੋ ਇਹ ਦਾਤ ਨੂੰ ਦਿੰਦਾ ਹੈ ਆਪਣੇ ਸਿੱਖਾਂ ਨੂੰ, ਜੋ ਆਪ ਕਿਰਪਾ ਕਰਕੇ ਖੁਸ਼ ਹੋ ਕੇ ਪਰਮਾਤਮਾ ਦੇ ਨਾਮ ਦਾ ਦਾਨ ਦਿੰਦਾ ਹੈ ਆਪਣੇ ਸਿੱਖਾਂ ਨੂੰ। ਇਸ ਕਰਕੇ ਸਤਿਗੁਰੂ ਦੀ ਵੱਡੀ ਵਡਿਆਈ ਹੈ। ਭੇਦ ਪਾਰ ਨਹਿ ਪਾਇਓ ਜਾਈ। ਇਸ ਕਰਕੇ ਉਸ ਦਾ ਭੇਦ ਦਾ ਜਿਹੜਾ ਹਨ ਪਾਰ, ਜਿਹੜਾ ਹਨ ਕਿੰਨਾ ਕੁ ਉਹ ਪਰਮਾਤਮਾ ਵੱਡਾ ਹੈ, ਕਿੰਨਾ ਕੁ ਉਹ ਕਿਰਪਾ ਨਿਧਾਨ ਹੈ, ਕਹਿੰਦੇ ਕਿ ਉਸ ਦਾ ਜਿਹੜਾ ਹੈ ਨਹੀਂ ਪਾਇਆ ਜਾਂਦਾ, ਉਹਦਾ ਅੰਤ ਨਹੀਂ ਕੋਈ ਵੀ ਪਾ ਸਕਦਾ। ਇਸ ਬਿਦ ਕਹਿ ਕਰ ਕਿਰਪਾ ਨਿਧਾਨਾ। ਇਸ ਪ੍ਰਕਾਰ ਦੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੇ। 301 ਸ਼ਲੋਕ ਬਖਾਨਾ। ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ ਤੇ ਇਹ ਸ਼ਲੋਕ ਜਿਹੜਾ ਹੈ 147 ਜਾਂ 147 ਅੰਗ ਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਤੇ ਇਹ ਜਿਹੜਾ ਹਨ ਇਹ ਸ਼ਬਦ ਦੇ ਵਿੱਚ ਸਤਿਗੁਰਾਂ ਜੀ ਨੇ ਇੱਕ ਗੱਲ ਸਮਝਾਈ। ਕਹਿੰਦੇ ਦੇਖੋ ਨਾ, ਮੈਂ ਭਾਵੇਂ ਕਿੱਡਾ ਵੀ ਵੱਡਾ ਕਿਉਂ ਨਾ ਹੋ ਜਾਵਾਂ, ਮੈਂ ਅਗਨੀ ਦੇ ਕੱਪੜੇ ਵੀ ਪਹਿਨ ਕਰਕੇ ਮੈਂ ਅਗਨੀ ਦੇ ਵਿੱਚ ਹੀ ਰਹਿ ਕੇ ਉਹ ਅਗਨੀ ਦੇ ਵਿੱਚ ਹੀ ਰਹਾਂ। ਗਰਮੀ ਦੇ ਮੌਸਮ ਵਿੱਚ ਮੈਂ ਹੋਰ ਅੱਗ ਲਾ ਕੇ ਧੁਨੀਆਂ ਜਗਾ ਕੇ ਮੈਂ ਬਹਿ ਜਾਵਾਂ। ਜਿਹੜਾ ਹਨ ਫਿਰ ਸਰਦੀ ਦੇ ਸਮੇਂ ਦੇ ਵਿੱਚ ਮੈਂ ਆਈਸ ਜਾਂ ਜਿਹੜੇ ਹਨ ਬਰਫ਼ ਦੇ ਵਿੱਚ ਘਰ ਬਣਾ ਕੇ ਬਹਿ ਜਾਵਾਂ। ਫਿਰ ਮੈਂ ਭੋਜਨ ਜਿਹੜਾ ਹਾਂ ਲੋਹੇ ਦਾ ਛਕਾਂ। ਪਹਿਲਾ ਅਗਨ ਹਿਵੈ ਘਰ ਬਾਧਾ ਭੋਜਨ ਸਾਰ ਕਰਾਈ। ਦੇਖੋ ਇੱਥੇ ਮਹਾਰਾਜ ਨੇ ਕਿਹਾ ਮੇਰੇ ਕੋਲ ਇੰਨੀ ਸ਼ਕਤੀ ਵੀ ਹੋ ਜਾਵੇ,
ਸਗਲੇ ਦੁੱਖ ਪਾਣੀ ਕਰ ਪੀਵਾਂ, ਜਿੰਨੇ ਦੁੱਖ ਹਨ ਸੰਸਾਰ ਦੇ ਮੈਂ ਪਾਣੀ ਕਰਕੇ ਪੀ ਜਾਵਾਂ। ਜਿਵੇਂ ਕੋਈ ਪਾਣੀ ਸੌਖਾ ਹੀ ਪੀ ਜਾਂਦਾ ਹੈ, ਵੀ ਮੈਂ ਸਾਰੇ ਇਹ ਦੁੱਖ ਇਸੇ ਤਰ੍ਹਾਂ ਹੀ ਪੀ ਜਾਵਾਂ। ਕਹਿੰਦੇ ਧਰਤੀ ਹੱਕ ਚਲਾਈ, ਫਿਰ ਧਰਤੀ ਨੂੰ ਮੈਂ ਆਪਣੀ ਮਰਜ਼ੀ ਨਾਲ ਹੱਕ ਲਵਾਂ, ਜਿਵੇਂ ਕੋਈ ਜਿਹੜਾ ਬੋਲਦਾਂ ਨੂੰ ਹੱਕ ਦਾ ਹੁੰਦਾ ਹੈ। ਕਹਿੰਦੇ ਫਿਰ ਇਹ ਜਿਹੜਾ ਧਰਤੀ ਤੇ ਆਕਾਸ਼ ਨੂੰ ਮੈਂ ਤੋਲ ਦੇਵਾਂ, ਇੱਕ ਜਿਹੜਾ ਹਨ ਇੱਕ ਤਕੜੀ ਚ ਪਾ ਕੇ ਮੈਂ ਤੋਲ ਦੇਵਾਂ। ਕਹਿਣ ਲੱਗੇ ਇਸੇ ਤਰ੍ਹਾਂ ਹੀ ਧਰਤ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ ਤੇ ਪਿੱਛੇ ਇੱਕ ਮਾਸੇ ਦਾ ਜਿਹੜਾ ਪੱਥਰ ਰੱਖ ਕੇ ਮੈਂ ਇੱਕ ਪਾਸੇ ਧਰਤੀ ਤੇ ਆਕਾਸ਼ ਰੱਖ ਕੇ ਉਹਨੂੰ ਜਿਹੜਾ ਤਕੜੀ ਨੂੰ ਬੈਲੈਂਸ ਕਰ ਲਵਾਂ। ਇੱਕ ਮਾਸਾ ਜਿਹੜਾ ਹੈ 1 ਗ੍ਰਾਮ ਦਾ ਹੁੰਦਾ, ਪਰ ਮਹਾਨ ਕੋਸ਼ ਨੇ 4 ਗ੍ਰਾਮ ਦਾ ਦੱਸਿਆ ਹੈ। ਏਵਡ ਵੱਡਾ ਮਾਵਾ ਨਹੀਂ ਸਭਸੇ ਨੱਥ ਚਲਾਈ, ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਵੀ ਮੈਂ ਸਮਾਵਾਂ ਨਾ, ਮੈਂ ਐਡਾ ਵੱਡਾ ਵੀ ਕਿਉਂ ਨਾ ਹੋ ਜਾਵਾਂ ਤੇ ਸਾਰੀ ਦੁਨੀਆ ਨੂੰ, ਜਿਵੇਂ ਲੋਕ ਡੰਗਰਾਂ ਦੇ ਨੱਕ ਵਿੱਚ ਜਿਹੜਾ ਹਨ ਹੁੱਕ ਪਾ ਕੇ ਉਹਨਾਂ ਨੂੰ ਚਲਾਉਂਦੇ ਨੇ, ਉਹਨਾਂ ਨੂੰ ਕੰਟਰੋਲ ਕਰ, ਮੈਂ ਸਾਰੀ ਦੁਨੀਆ ਨੂੰ ਐਂ ਚਲਾ ਲਵਾਂ। ਇੰਨੀ ਸ਼ਕਤੀ ਹੋਵੇ, ਇੱਥੇ ਤਾਣ ਹੋਵੇ ਮਨ ਅੰਦਰ, ਇੰਨਾ ਤਾਣ ਮੇਰੇ ਅੰਦਰ, ਇੰਨੀ ਸ਼ਕਤੀ ਵੀ ਮੇਰੇ ਵਿੱਚ ਹੋ ਜਾਵੇ। ਕਰੀ ਪੀ ਆਖ ਕਰਾਈ, ਮੈਂ ਦੁਨੀਆ ਤੋਂ ਜੋ ਮਰਜ਼ੀ ਕਰਾਉਣਾ ਚਾਹਾਂ ਮੈਂ ਕਰਾ ਸਕਦਾ, ਸਾਰਾ ਮੇਰੇ ਕੰਟਰੋਲ ਵਿੱਚ ਹੋਵੇ। ਕਹਿੰਦੇ ਜੇਵਡ ਸਾਹਿਬ ਤੇਵਡ ਦਾਤੀ, ਕਹਿਣਗੇ ਜੇਵਡ ਜਿੱਡਾ ਵੱਡਾ ਉਹ ਸਾਹਿਬ ਆਪ ਹੈ, ਉਹਦੀਆਂ ਦਾਤਾਂ ਵੀ ਉੱਡੀਆਂ ਹੀ ਵੱਡੀਆਂ ਹਨ। ਦੇ ਦੇ ਕਰੇ ਰਜਾਈ, ਉਹ ਦਿੰਦਾ ਹੈ ਕਰਾਉਂਦਾ ਹੈ ਆਪਣੀ ਰਜਾ ਆਪਣੇ ਹੁਕਮ ਵਿੱਚ, ਨਾਨਕ ਨਦਰ ਕਰੇ ਜਿਸ ਉੱਪਰ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਫਰਮਾਨ ਕਰਦੇ ਨੇ ਕਿ ਉਹ ਨਾ ਅਨਕ ਨਾ ਅਨੇਕਤਾ ਵਿੱਚ ਆਉਣ ਵਾਲਾ ਜਿਹੜਾ ਪਰਮੇਸ਼ਰ ਹੈ, ਕਹਿੰਦੇ ਜਿਸ ਦੇ ਉੱਤੇ ਵੀ ਉਹ ਜਿਹੜਾ ਹੈ ਆਪਣੀ ਕਿਰਪਾ ਕਰਦਾ, ਨਦਰ ਕਰਦਾ ਹੈ, ਸੱਚ ਨਾਮ ਵਡਿਆਈ, ਉਹਨੂੰ ਸੱਚੇ ਨਾਮ ਦੀ ਵਡਿਆਈ ਦਿੰਦਾ ਹੈ। ਇਸ ਕਰਕੇ ਪਰਮੇਸ਼ਰ ਜਿਹੜੇ ਹਨ ਸਭ ਤੋਂ ਵੱਡੀ ਦਾਤ ਉਹਨਾਂ ਦੀ ਨਾਮ ਹੈ। ਉਹ ਨਾਮ ਦੀ ਦਾਤ ਦਿੰਦੇ ਹਨ ਜਿਹਦੇ ਤੇ ਸਭ ਤੋਂ ਖੁਸ਼ ਹੁੰਦੇ ਨੇ। ਸੋ ਇਹ ਸ਼ਬਦ ਇੱਕ ਵਾਰੀ ਆਪ ਜੀ ਸਾਰੇ ਸੁਣ ਲਓ। ਸਿਰੇ ਮੁਖਵਾਕ ਸ਼ਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੈ ਘਰ ਬਾਧਾ, ਭੋਜਨ ਸਾਰ ਕਰਾਈ। ਸਗਲੇ ਦੁਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਏ। ਧਰ ਤਾਰਾ ਜੀ ਅੰਬਰ ਤੋਲੀ, ਪਿੱਛੇ ਟੰਕ ਚੜਾਏ। ਏਵਡ ਵੱਧਾ ਮਾਵਾ ਨਾਹੀ, ਸਭ ਸੈ ਨੱਥ ਚਲਾਏ। ਏਤਾ ਤਾਣ ਹੋਵੇ ਮਨ ਅੰਦਰ, ਕਰੀ ਭੈ ਆਖ ਕਰਾਈ। ਜੇਵਡ ਸਾਹਿਬ ਤੇਵਡ ਦਾਤੀ, ਦੇ ਦੇ ਕਰੇ ਰਜਾਈ। ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਦੋਹਰਾ ਇਹ ਸ਼ਲੋਕ ਸੁਣ ਕਹਿ ਸਬੈ, ਸਿੱਧਨ ਸਤ ਕਰ ਮਾਨ। ਇਹ ਸ਼ਲੋਕ ਜਦੋਂ ਸਾਰਿਆਂ ਨੇ ਉੱਥੇ ਸੁਣਿਆ ਬੈਠਿਆਂ ਹੋਇਆਂ ਨੇ, ਸਿੱਧਨ ਸਤ ਕਰ ਮਾਨ, ਸਿੱਧਾਂ ਨੇ ਸੱਚ ਕਰਕੇ ਮੰਨ ਲਿਆ। ਹੋਰ ਖਾਦ ਤੇ ਦੀਨ ਹੋਇ, ਬੰਦੇ ਜੋਰਤ ਪਾਨ। ਕਿਉਂਕਿ ਉਹਨਾਂ ਨੇ ਪੁੱਛਿਆ ਸੀ ਨਾ ਵੀ ਕਿੰਨੀ ਕੁ ਸ਼ਕਤੀ ਆ ਤੁਹਾਡੇ ਵਿੱਚ। ਸਤਿਗੁਰਾਂ ਨੇ ਇਹ ਸ਼ਬਦ ਵਿੱਚ ਸਾਰੇ ਉਹਨਾਂ ਦੇ ਅੰਸਸ ਦੇ ਦਿੱਤੇ ਤੇ ਗੋਰਖਨਾਥ ਆਦਿ ਜਿਹੜੇ ਵੱਡੇ ਵੱਡੇ ਸਿੱਧ ਲੋਕ ਉੱਥੇ ਬੈਠੇ ਸਨ, ਸਾਰੇ ਦੀਨ ਹੋ ਗਏ, ਨਿਮਰਤਾ ਵਿੱਚ ਆ ਗਏ, ਦੋਨੋਂ ਹੱਥ ਜੋੜ ਲਏ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਚੌਪੇ ਅਪਰ ਸਿੱਧ ਸਭ ਬਿਨੈ ਅਲਾਵੈ। ਹੋਰ ਵੀ ਸਾਰੇ ਸਿੱਧ ਬੇਨਤੀਆਂ ਕਰਦੇ ਹਨ ਸਤਿਗੁਰਾਂ ਨੂੰ। ਭੰਗਰਨਾਥ ਨਾ ਸੀਸ ਨਿਵਾਵੈ। ਪਰ ਇੱਕ ਸੀਗਾ ਭੰਗਰਨਾਥ ਜਿਹੜਾ ਹਜੇ ਵੀ ਮੱਥਾ ਨਹੀਂ ਟੇਕਦਾ ਸੀ, ਹਜੇ ਵੀ ਉਹਦਾ ਹੰਕਾਰ ਠੀਕ ਨਹੀਂ ਆ ਰਿਹਾ ਸੀ ਭੰਗਰਨਾਥ ਦਾ। ਇਹ ਭੰਗਰਨਾਥ ਜਿਹੜਾ ਸਭ ਤੋਂ ਢੀਠ ਨਿਕਲਿਆ ਸਾਰੇ ਸਿੱਧਾਂ ਵਿੱਚੋਂ। ਇਸ ਬਿਦ ਬਚਨ ਕਹਿਤ ਭਾਤ ਅਬਹੀ। ਉਸ ਵੇਲੇ ਭੰਗਰਨਾਥ ਬੋਲਿਆ ਜੀ, ਜਦੋਂ ਸਾਰੇ ਸਿੱਧ ਠੀਕ ਹੋ ਗਏ, ਸਾਰਿਆਂ ਵਿੱਚ ਨਿਮਰਤਾ ਆ ਗਈ, ਸਾਰੇ ਠੀਕ ਹੋ ਗਏ, ਇਹਨੇ ਜਿਹੜਾ ਹੈ ਵਿੱਚ ਬੋਲ ਪਿਆ ਜੀ ਫਿਰ। ਪਸਚਮ ਸੁਰ ਬਹੀ ਨਾ ਕਬਹੀ। ਦੇਖੋ ਕਹਿੰਦੇ ਜਿਹੜੀ ਗੰਗਾ ਹੈ ਨਾ, ਕਹਿੰਦੇ ਪੱਛੋਂ ਦੀ ਮਤਲਬ ਵੈਸਟ ਦੀ, ਉਹ ਜਿਹੜੀ ਗੰਗਾ ਕਿਤੇ ਵੈਸਟ ਤੋਂ ਨਹੀਂ ਵਗੀ, ਨਾ ਵਗ ਸਕਦੀ ਹੈ ਕਿਤੇ। ਅਸਤਨ ਪ੍ਰਾਚੀ ਸਵਤਾ ਭਇਓ। ਕਹਿਣ ਲੱਗਾ ਜਿਹੜਾ ਸੂਰਜ ਹੈ ਉਹ ਪ੍ਰਾਚੀ ਦਿਸ਼ਾ ਵੱਲ, ਉਹ ਪੂਰਬ ਦਿਸ਼ਾ ਵੱਲ, ਕਿਉਂਕਿ ਇਸ ਤੋਂ ਚੜਦਾ ਹੈ ਵੈਸਟ ਤੇ ਜਾ ਕੇ ਡੁੱਬਦਾ ਹੈ। ਕਹਿੰਦੇ ਅਸਤ, ਕਹਿੰਦੇ ਵੈਸਟ ਤੋਂ ਕਿਤੇ ਨਹੀਂ ਸੂਰਜ ਚੜਿਆ। ਧਾਰ ਪੰਖ ਰਹਿ ਮੇਰ ਉਡਿਓ। ਦੇਖੋ ਜਿਹੜੇ ਵੱਡੇ ਵੱਡੇ ਮਾਊਂਟਨਸ ਹੁੰਦੇ ਨੇ, ਉਹ ਕਿਤੇ ਪੰਖ ਫੈਦਰਸ ਲਾ ਕੇ, ਵਿੰਗਸ ਲਾ ਕੇ ਉੱਡੇ ਨਹੀਂ ਆਕਾਸ਼ ਵਿੱਚ। ਹਮ ਹੈ ਸਿੱਧ ਜੇ ਗ੍ਰਹਿਸਥ ਅਗਾਰੀ। ਕਹਿ ਲਗੇ ਮੈਂ ਸਿੱਧ ਹਾਂ, ਮੈਂ ਇੱਕ ਗ੍ਰਸਤੀ, ਗੁਰੂ ਨਾਨਕ ਨੂੰ ਗ੍ਰਸਤੀ ਕਹਿੰਦਾ ਹੈ, ਵੀ ਫੈਮਿਲੀ ਲਾਈਫ ਵਾਲਾ ਹੈ, ਵੀ ਇਹਨਾਂ ਦੀ ਸ਼ਾਦੀ ਹੋਈ, ਬੱਚੇ ਹਨ। ਕਹਿੰਦੇ ਇਹ ਜਿਹੜਾ ਗ੍ਰਸਤੀ ਹੈ, ਕਹਿੰਦੇ ਇੱਕ ਸਿੱਧ ਹੋ ਕੇ ਮੈਂ ਇੱਕ ਗ੍ਰਸਤੀ ਗੁਰੂ ਨਾਨਕ ਵਰਗੇ ਨੂੰ ਨਮੋ ਕਰੇ ਅਸਮੰਜਸ ਭਾਰੀ। ਇਹ ਤਾਂ ਅਯੋਗ ਗੱਲ ਹੈ, ਮੈਂ ਨਹੀਂ ਕਰਾਂਗਾ, ਨਹੀਂ ਮੈਂ ਕਿਤੇ ਵੀ ਆਪਣਾ ਸੀਸ ਨਿਵਾਵਾਂਗਾ ਗੁਰੂ ਨਾਨਕ ਅੱਗੇ, ਕਿਉਂਕਿ ਉਹ ਗ੍ਰਸਤੀ ਨੇ, ਮੈਂ ਤਾਂ ਸਿੱਧ ਹਾਂ। ਉੱਡਿਓ ਆਕਾਸ਼ ਵਿਖੈ ਕਹਿ ਐਸੇ। ਉਹ ਗੁੱਸੇ ਵਿੱਚ ਆ ਕੇ ਇਹ ਗੱਲ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਉੱਡ ਗਿਆ ਜੀ ਆਕਾਸ਼ ਦੇ ਵਿੱਚ, ਉਹਨੇ ਉਡਾਰੀ ਮਾਰੀ ਆਕਾਸ਼ ਵਿੱਚ। ਜਾਤ ਬਿਹੰਗ ਯਤ ਬਲ ਕੇ ਜੈਸੇ। ਕਹਿੰਦਾ ਐਉਂ ਉੱਡਿਆ ਜਿਵੇਂ ਕਿਤੇ ਕੋਈ ਪੰਖੀ ਉੱਡਦਾ ਹੁੰਦਾ ਹੈ ਆਕਾਸ਼ ਦੇ ਵਿੱਚ, ਆਪਣੇ ਜਿਹੜੇ ਹਨ ਵਿੰਗਸ ਲਾ ਕੇ। ਸ੍ਰੀ
ਨਾਨਕ ਲਖ ਗਰਭ ਸਮੇਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭੰਗਰ ਨਾਥ ਦਾ ਹਜੇ ਹੰਕਾਰ ਦੇਖਿਆ ਵੀ ਬਾਕੀ ਰਹਿ ਗਿਆ ਇਹਦੇ ਵਿੱਚ ਕੁਛ। ਹੌਸ ਉਡਾਈ ਖੋਵਨ ਹੇਤਾ। ਮਹਾਰਾਜ ਨੇ ਕੀ ਕੀਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਮਹਾਰਾਜ ਦਾ ਜਿਹੜਾ ਸੈਂਡਲ ਸੀਗਾ ਨਾ, ਜਾਂ ਮਹਾਰਾਜ ਦਾ ਜਿਹੜਾ ਖੜਾਮ ਸਾਹਮਣੇ ਪਈ ਸੀ, ਮਹਾਰਾਜ ਦੇ ਉਹ ਕੌਂਸ਼ ਕਹਿੰਦੇ ਹਾਂ ਉਹਨੂੰ, ਤੇ ਉਹ ਪਈ ਸੀ ਸਾਹਮਣੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਖੜਾਉ ਨੂੰ ਕਿਹਾ, ਹੇ ਖੜਾਉ ਉੱਡ ਜਾ, ਭੰਗਰ ਨਾਥ ਨੂੰ ਕੁੱਟ ਕੇ ਲਿਆ ਵਾਪਸ। ਮਹਾਰਾਜ ਨੇ ਭੇਜਤੀ ਜੀ ਖੜਾਉ ਆਪਣੀ। ਉਹ ਤਾਂ ਉੱਡਿਆ ਸੀ ਐਂ ਜਿਵੇਂ ਰੌਕਟ ਉੱਤੇ ਨੂੰ ਜਾਂਦੀ ਹੁੰਦੀ ਹੈ, ਵੀ ਜੋ ਮੂਨ ਨੂੰ ਜਾਂਦੇ ਹੁੰਦੇ ਨੇ, ਜਿਵੇਂ ਅਪੋਲੋ 7 ਭੇਜੀ ਸੀ ਜਾਂ ਬੜੀਆਂ ਹੋਰ ਭੇਜੀਆਂ ਸਨ। ਇਹ ਉਹ ਸਮੇਂ 'ਚ ਭੰਗਰ ਨਾਥ ਹੀ ਜਾਂਦਾ ਸੀ ਵਿਚਾਰਾ ਮੂਨ ਨੂੰ। ਸੋ ਉਸ ਵੇਲੇ ਜਿਹੜਾ ਹੈ ਜਦੋਂ ਭੰਗਰ ਨਾਥ ਉੱਤੇ ਨੂੰ ਉੱਡਿਆ ਤਾਂ ਮਹਾਰਾਜ ਨੇ ਪਿੱਛੇ ਪਿੱਛੇ ਆਪਣੀ ਕੌਂਸ਼ ਭੇਜ ਦਿੱਤੀ। ਹਾਂਜੀ, ਮਹਾਰਾਜ ਨੇ ਆਪਣੀ ਖੜਾਂ ਭੇਜ ਦਿੱਤੀ। ਲਗੀ ਜਾਏ ਕਿ ਸੀਸ ਮਝਾਰੇ। ਇਹ ਖੜਾਉ ਨੇ ਜਾ ਕੇ ਨਾ ਸਿੱਧੀ ਜਾ ਕੇ ਭੰਗਰ ਨਾਥ ਦੇ ਸਿਰ ਤੇ ਵੱਜੀ ਜਾ ਕੇ। ਹਾਂਜੀ, ਉਹ ਜਿਹੜਾ ਹਨ ਭੰਗਰ ਨਾਥ ਦੇ ਸਿਰ ਤੇ ਜਾ ਕੇ ਵੱਜਦੀ ਹੈ। ਉੱਡਿਓ ਬਹੁਰ ਪੀਰਾ ਪੀ ਭਾਰੀ। ਉਹਦੇ ਬਹੁਤ ਪੀੜ ਹੋਈ, ਫੇਰ ਉੱਡਿਆ ਉੱਤੇ ਨੂੰ। ਉਹ ਕੌਂਸ਼ ਵੀ ਨਾਲੇ ਗਈ ਜੀ, ਉਹ ਖੜਾਂ ਵੀ ਨਾਲ ਜਾ ਕੇ ਫੇਰ ਉਹਦੇ ਸਿਰ 'ਚ ਵੱਜਦੀ ਹੈ। ਤੇ ਉੱਚੀ ਗਈ ਖਰਾਏ। ਤੇ ਕਹਿੰਦੇ ਜਿੰਨਾ ਭੰਗਰ ਨਾਥ ਉੱਤੇ ਜਾਂਦਾ, ਮਹਾਰਾਜ ਦਾ ਜਿਹੜਾ ਖੜਾਮ ਆ ਨਾ ਉਹ ਹੋਰ ਵੀ ਉੱਤੇ ਜਾਂਦੀ ਹੈ ਉਸ ਤੋਂ। ਸਿਰ ਮੈਂ ਲਾਗੀ ਰਹਿਓ ਬਚਾਏ। ਉਹ ਬਚਾਉਂਦਾ ਹੈ, ਪਰ ਇਹ ਖੜਾਮ ਜਾ ਕੇ ਉਹਦੇ ਸਿਰ ਤੇ ਵੱਜੇ ਜਾਂਦੀ ਹੈ। ਇਹ ਤਾਂ ਜਿਵੇਂ ਐਕਰੋਬੈਟ ਹੁੰਦਾ ਹੈ, ਕੋਈ ਗੇਮ ਹੋ ਰਿਹਾ ਜੀ ਆਕਾਸ਼ ਦੇ ਵਿੱਚ, ਭੰਗਰ ਨਾਥ ਉੱਡਿਆ ਜਾਂਦਾ, ਕੌਂਚ ਉਹਦੇ ਸਿਰ ਤੇ ਵੱਜਦੀ ਹੈ ਜਾ ਕੇ। ਜਬ ਥਿਰ ਹੋਵੇ ਪੁਨ ਸਿਰ ਲੱਗੈ। ਕਹਿਣ ਲੱਗੇ ਫੇਰ ਜਦੋਂ ਥੋੜਾ ਜਿਹਾ ਸਾਹ ਲੈਣ ਵਾਸਤੇ ਰੁਕਦਾ ਭੰਗਰਾ, ਉਹ ਖੜਾਮ ਪਹੁੰਚ ਜਾਂਦੀ, ਫੇਰ ਉਹਦੇ ਸਿਰ ਤੇ ਵੱਜਦੀ ਹੈ। ਹਟੇ ਨਾ ਕਸ ਜੇ ਅਪਰ ਦਿਸ ਭਾਗੈ। ਕਹਿਣ ਲੱਗੇ ਹਟੇ ਨਾ ਕਸ, ਕਿਸੇ ਤਰ੍ਹਾਂ ਵੀ ਇਹ ਖੜਾਮ ਹਟਦੀ ਨਹੀਂ, ਉਹਦਾ ਸਿਰ ਭੰਨਣ ਤੇ ਆਈ ਹੋਈ ਹੈ ਪੂਰੀ ਜ਼ੋਰ ਨਾਲ। ਸ੍ਰੀ ਨਾਨਕ ਕੀ ਦਿਸ ਜਬ ਆਵੈ। ਦੇਖੋ ਕਹਿੰਦੇ ਜੋ ਹੁਣ ਭੰਗਰ ਨਾਥ ਜਿੰਨਾ ਗੁਰੂ ਨਾਨਕ ਸਾਹਿਬ ਤੋਂ ਦੂਰ ਜਾਂਦਾ ਹੈ ਨਾ, ਉਨਿਓ ਉਹ ਇਹਦੇ ਜਿਹੜੇ ਕੌਂਸ਼ ਕੁੱਟ ਪੈਂਦੀ ਆ ਉਹਦੇ, ਉਨਿਓ ਜ਼ੋਰ ਦੀ ਆ ਕੇ ਉਹਦੇ ਸਿਰ 'ਚ ਵੱਜਦੀ ਹੈ। ਤੇ ਵੱਜਦੀ ਬੜਾ ਟਕਾ ਕੇ ਮਾਰਦੀ ਹੈ ਜੀ ਸਾਰੇ ਸਿਰ ਦੇ ਵਿੱਚ। ਉਹਦਾ ਸਿਰ ਹਲਾਤਾ ਜੀ ਭੰਗਰ ਨਾਥ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਆਉਂਦਾ ਹੈ ਭੰਗਰ ਨਾਥ, ਸਿਰ ਤੇ ਕੌਂਸ ਲਗਨ ਹਟ ਜਾਵੇ। ਉਦੋਂ ਕੌਂਸ਼ ਹਟ ਜਾਂਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਵੱਲ ਆਵੇ ਤਾਂ ਉਦੋਂ ਹਟ ਜਾਂਦੀ, ਜੇ ਦੂਰ ਜਾਂਦਾ ਫੇਰ ਕੁੱਟ ਪੈ ਜਾਂਦੀ ਹੈ। ਜਾਣਿਓ ਰਿਦਾ ਨਾ ਹਟਿਓ ਖਰਾਉ। ਉਹ ਜਾਣ ਲਿਆ ਜੀ ਭੰਗਰ ਨਾਥ ਦੇ, ਉਹ ਤਾਂ ਬੜਾ ਸ਼ਕਤੀਸ਼ਾਲੀ ਬਣਿਆ ਫਿਰਦਾ ਸੀ ਵਿਚਾਰਾ। ਮਹਾਰਾਜ ਦੀ ਜਿਹੜੀ ਕੌਂਸ਼, ਮਹਾਰਾਜ ਦਾ ਜਿਹੜਾ ਹੈ ਖੜਾਮ ਤੋਂ ਨਹੀਂ ਖੜਾ ਛਡਾ ਸਕਿਆ ਵਿਚਾਰਾ। ਹਾਂਜੀ, ਹੋਰ ਤਾਂ ਕੀ ਕਰਨਾ ਸੀ ਵਿਚਾਰੇ ਭੰਗਰ ਨਾਥ ਨੇ। ਹਾਂਜੀ, ਨਾ ਵੀ ਉਹੋ ਜਿਹੀ ਸੀ ਭੰਗਰ ਨਾਥ, ਤੇ ਕੰਮ ਵੀ ਉਹੋ ਜਿਹੇ ਕੀਤੇ, ਤੇ ਖੜਾਮ ਤੋਂ ਕੁੱਟ ਖਾ ਰਿਹਾ ਜੀ ਆਕਾਸ਼ ਦੇ ਵਿੱਚ ਵਿਚਾਰਾ। ਇੰਦੀ ਇਹ ਖਾ ਰਿਹਾ ਹੈ ਕੁੱਟ। ਕਰ ਬਹੁ ਰਹੇ ਹੋ ਨਾ ਚਲਤ ਉਪਾਉ। ਹਾਂ, ਕਰ ਬਹੁ ਰਹੇ ਹੋ, ਕਹਿੰਦੇ ਕਿ ਹੱਥ ਪੈਰ ਬਹੁਤ ਮਾਰਦਾ ਵਿਚਾਰਾ, ਲੱਤਾਂ ਵੀ ਮਾਰਦਾ ਕੌਂਸ਼ ਦੇ ਕਿਤੇ, ਜਿਹੜਾ ਹਨ ਜਿਵੇਂ ਫਲਾਈਂਗ ਕਿਕ ਕੀਤੀ ਹੁੰਦੀ ਹੈ ਜਾਂ ਕਰਾਤੇ ਕਰਦਾ ਕਿਤੇ ਖੜ ਕੇ ਵਿਚਾਰਾ, ਵੀ ਕੌਂਸ਼ ਨੂੰ ਮੈਂ ਤੋੜ ਦੇਵਾਂ, ਮੈਂ ਸੜ ਦੇਵਾਂ, ਮੈਂ ਫੜ ਲਵਾਂ। ਪਰ ਕਹਿੰਦੇ ਬੜਾ ਕੁਛ ਇਹ ਹੱਥ ਪੈਰ ਜੇ ਮਾਰੀ ਜਾਂਦਾ ਵਿਚਾਰਾ। ਕੀ ਪਤਾ ਵਿਚਾਰੇ ਨੇ ਆਪਣੇ ਕੱਪੜੇ ਵੀ ਪਾੜ ਲਏ ਹੋਣੇ ਆ ਵਿਚਾਰੇ ਨੇ ਕੋਸ਼ਿਸ਼ ਕਰਕੇ, ਕਿਉਂਕਿ ਕਰਾਤੇ ਜੂਡੋ ਕਰਦਾ ਰਿਹਾ ਵਿਚਾਰਾ ਉੱਥੇ, ਪਤਾ ਜਿਹੜਾ ਹਨ। ਪਰ ਕਹਿੰਦਾ ਕੋਈ ਉਪਾਅ ਨਹੀਂ ਇਹਦਾ ਚੱਲਦਾ, ਕੁਛ ਨਹੀਂ ਹੁੰਦਾ। ਉਹ ਫਿਰ ਵੀ ਇਹਦੇ ਸਿਰ ਭੰਨਣ ਤੇ ਆਈ ਹੋਈ ਹੈ। ਪੀਰ ਪਾਏ ਹਿਰਦੇ ਪਛਤਾਨਾ। ਕਹਿਣ ਕਹਿਣ ਲੱਗੇ ਪੀੜ ਪਈ ਹੁਣ ਸਿਰ ਦੇ ਵਿੱਚ, ਸਿਰ ਘੁੰਮ ਗਿਆ ਭੰਗਰ ਨਾਥ ਦਾ ਐਸਾ। ਉਹ ਕੌਂਸ਼ ਨੇ ਸਿਰ ਦੇ ਜਿਹੜਾ ਹੈ ਕੁੱਟ ਕੇ ਇਹਦਾ ਠੀਕ ਕਰਤਾ। ਹਾਂਜੀ, ਤੇ ਹਿਰਦੇ ਵਿੱਚ ਪਛਤਾਉਂਦਾ, ਮੈਂ ਕਾਹਨੂੰ ਪੰਗਾ ਲੈਣਾ ਸੀ। ਮਿਟਿਓ ਗਰਭ ਬਹੁ ਭਇਓ ਲਜਾਨਾ। ਹੁਣ ਸਾਰਾ ਗਰਭ ਹੰਕਾਰ ਇਹਦਾ ਦੂਰ ਹੋ ਗਿਆ ਤੇ ਸ਼ਰਮਸ਼ਾਰ ਹੋ ਕੇ ਆਇਆ, ਕੁੱਟ ਖਾ ਕੇ ਪੂਰੀ ਸਿਰਜਾ ਲਾਲ ਕਰ ਲਿਆ, ਮੱਥਾ ਵੀ ਲਾਲ ਜਾ ਕਰੀ ਫਿਰਦਾ ਸੀ। ਦੋਹਰਾ ਹੋਏ ਦੀਨ ਆਵਤ ਭਇਓ ਜਹ ਬੇਦੀ ਕੁਲ ਦੀਪ। ਹੁਣ ਆ ਗਿਆ ਜੀ ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸੀ। ਬੜਾ ਨਿਮਰਤਾ ਵਿੱਚ ਆਇਆ ਭੰਗਰ ਨਾਥ। ਹੁਣ ਚਰਨ ਕਮਲ ਬੰਦਨ ਕਰੇ ਬੈਠਿਓ ਹੋਏ ਸਮੀਪ। ਆ ਕਰਕੇ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਜੀ। ਬਹਿ ਗਿਆ ਮਹਾਰਾਜ ਦੇ ਕੋਲ ਇੱਕ ਸਿਆਣਾ ਬੱਚਾ ਬਣ ਕੇ, ਜਿਵੇਂ ਕੁੱਟ ਖਾ ਕੇ ਕੋਈ ਬੱਚਾ ਕੋਲ ਬਹਿ ਜਾਂਦਾ ਹੈ ਮਾਪਿਆਂ ਦੇ। ਇਹ ਵੀ ਕੁੱਟ ਖਾ ਕੇ ਆਇਆ ਜੀ ਵਿਚਾਰਾ, ਬੜਾ ਸਿਆਣਾ ਬਣ ਕੇ ਬੈਠਾ, ਹਾਂਜੀ ਕਰਦਾ। ਚੌਪੇ ਗੋਰਖ ਦੇਖ ਬਚਨ ਕੋ ਕਹੈ। ਉਸ ਵੇਲੇ ਗੋਰਖਨਾਥ ਨੇ ਦੇਖਿਆ ਭੰਗਰ ਨਾਥ ਦੀ ਕੁੱਟ ਪਈ ਹੋਈ ਤੇ ਬੈਠਾ ਚੁੱਪ ਕਰਕੇ ਸਰਜਾ ਸੱਟੀ ਹੋਈ। ਤੇ ਗੋਰਖਨਾਥ ਕਹਿੰਦਾ ਭੰਗਰ ਨਾਥ ਨੂੰ, ਇਉਂ ਕਰਵਾਏ ਬਿਨਾ ਨਾ ਰਹਿ। ਕਹਿਣ ਲੱਗੇ ਭੰਗਰ ਨਾਥ ਤੂੰ ਇਹ ਕੀਤੇ ਬਿਨਾ ਰਹਿਣਾ ਨਹੀਂ ਸੀ ਨਾ, ਤੂੰ ਕੁੱਟ ਖਾ ਕੇ ਹੀ ਹਟਣਾ ਸੀ। ਕਲੀ ਕਾਲ ਮੈਂ ਸ੍ਰੀ ਕਰਤਾਰਾ। ਕਹਿਣ ਲੱਗੇ ਕਲਯੁਗ ਦੇ ਸਮੇਂ ਵਿੱਚ ਉਹ ਪਰਮੇਸ਼ਰ ਪਾਰ ਬ੍ਰਹਮ ਪਰਮੇਸ਼ਰ ਆਪ ਨਾਮ ਜਪਾਵਨ ਹਿਤ ਤਨ ਧਾਰਾ। ਦੇਖੋ ਉਹ ਗੁਰੂ ਨਾਨਕ ਬਣ ਕੇ ਆਪ ਸੰਸਾਰ ਤੇ ਆਇਆ ਹੈ ਨਾਮ ਜਪਾਉਣ ਵਾਸਤੇ, ਕਲਯੁਗ ਨੂੰ ਤਾਰਨ ਵਾਸਤੇ। ਇਸ ਕੀ ਸਮਤਾ ਹੋਏ ਨਾ ਕੈਸੇ। ਇਸ ਦੀ ਸਮਤਾ ਕਿਵੇਂ ਹੋ ਸਕਦੀ ਹੈ ਜਦੋਂ ਰੱਬ ਆਪ ਹੀ ਆ ਗਿਆ ਧਰਤੀ ਦੇ ਉੱਤੇ, ਉਹਦੀ ਜਿਹੜੀ ਬਰਾਬਰੀ ਕੌਣ ਕਰੇਗਾ। ਬੰਧਨ ਕਰੋ ਭਲਾ ਹੋਏ ਜੈਸੇ। ਇਸ ਕਰਕੇ ਬੰਧਨ
ਚਿੰਤਨ ਕਰ ਮੱਥਾ ਟੇਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਇਸੇ ਵਿੱਚ ਤੇਰਾ ਭਲਾ ਹੈ। ਨੀਕੇ ਬਚਨ ਸੁਨੋ ਪੁਨ ਕਹੋ। ਕਹਿਣਗੇ ਨੀਕੇ ਬਚਨ, ਚੰਗੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿ, ਤੇ ਚੰਗੇ ਬਚਨ ਸੁਣ, ਇਹਨਾਂ ਦੀ ਸਿੱਖਿਆ ਸੁਣ। ਤਤ ਗਿਆਨ ਕੋ ਉਰਮਹਿ ਲਹੋ। ਕਹਿਣਗੇ ਤਤ ਗਿਆਨ, ਉਸ ਪਰਮੇਸ਼ਰ ਦਾ ਆਤਮਕ ਗਿਆਨ, ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਵਿੱਚ ਜਾਣਨਾ ਕਰ, ਇਹਨਾਂ ਦੀ ਕਿਰਪਾ ਨੂੰ ਪਾਲਾ, ਇਹਨਾਂ ਦੀ ਖੁਸ਼ੀ ਪਾਲਾ ਤੂੰ। ਹੁਣ ਗੋਰਖ ਗੁਰ ਸੰਗ ਉਚਾਰਾ। ਉਸ ਵੇਲੇ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਕੁਝ ਕੁ ਸਵਾਲ ਕੀਤੇ। ਕਲੀ ਕਾਲ ਮਹਿ ਕਿਆ ਵਰਤਾਰਾ। ਮਹਾਰਾਜ ਇਹ ਦੱਸੋ, ਇਹ ਕਲਯੁਗ ਦੇ ਵਿੱਚ ਇਨਸਾਨਾਂ ਦਾ ਕੀ ਵਰਤਾਰਾ ਹੈ, ਇਨਸਾਨਾਂ ਦਾ ਕੈਰੈਕਟਰ ਕੈਸਾ ਹੈ, ਕਲਯੁਗ ਦੇ ਵਿੱਚ ਲੋਕ ਕੀ ਕਰਦੇ ਹਨ, ਇਹ ਸਮਾਂ ਕੈਸਾ ਹੈ। ਬੈਠੇ ਸਭ ਹੀ ਸਿੱਧ ਸਮੀਪਾ। ਉਸ ਵੇਲੇ ਸਾਰੇ ਸਿੱਧ ਕੋਲ ਬੈਠੇ ਸਨ। ਜਦੋਂ ਗੋਰਖਨਾਥ ਨੇ ਇਹ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਤਬ ਬੋਲੇ ਬੇਦੀ ਕੁਲ ਦੀਪਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ 3 ਸ਼ਬਦਾਂ ਦਾ ਉਚਾਰਨ ਕੀਤਾ। ਪਹਿਲਾ ਸ਼ਬਦ ਜਿਹੜਾ ਹੈ ਵਾਰ ਆਸਾ ਦਾ ਹੈ, ਜੋ ਕਿ 468 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੋਭਤ ਹੈ। ਪਹਿਲਾਂ ਇਹ ਸ਼ਬਦ ਸੁਣੋ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ ਰੁੱਤੀ, ਹੂ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜਾਈਐ, ਸ਼ਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਮਹਾਰਾਜ ਨੇ ਉਸ ਕਲਯੁਗ ਦਾ ਕੂੜ ਵਰਤਾਰਾ ਦੱਸਿਆ ਹੈ ਕਿ ਕਲਯੁਗ ਦਾ ਕੂੜ ਵਰਤਾਰਾ ਹੈ, ਝੂਠ ਦਾ ਵਰਤਾਰਾ। ਇਹ 'ਚ ਝੂਠ ਦੀ ਇੱਜ਼ਤ ਹੋਣੀ ਆ, ਲੋਕੀ ਝੂਠ ਦੇ ਪਿੱਛੇ ਜ਼ਿਆਦੇ ਲੱਗਣਗੇ ਸੱਚ ਨੂੰ ਛੱਡ ਕੇ। ਤੇ ਅਖੀਰਲੇ ਪੰਕਤੀ ਵਿੱਚ ਸਰਗੁਣ ਨਾਨਕ ਭਗਤੀ ਜੇ ਰਪੈ, ਉਹੀ ਬਚਣਗੇ ਜੋ ਭਗਤੀ ਵਿੱਚ ਰਪਣਗੇ, ਜੋ ਨਾਮ ਜਪਣਗੇ, ਜੋ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਜੋੜਨਗੇ। ਕੂੜੈ ਸੋਏ ਨਾ ਕੋਏ, ਉਹ ਨਹੀਂ ਕੂੜ ਵਿੱਚ ਫਸਣਗੇ, ਬਾਕੀ ਤਾਂ ਸਾਰੇ ਫਸ ਜਾਣਗੇ। ਹੁਣ ਅਗਲਾ ਸ਼ਬਦ ਜਿਹੜਾ ਹੈ 145 ਜਾਂ 145 ਅੰਗ ਤੇ ਸਤਿਗੁਰਾਂ ਨੇ ਉਚਾਰਨ ਕੀਤਾ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਾਸਾਏ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਏ, ਆਧੇਰੈ ਰਾਹੋ ਨਾ ਕੋਈ। ਵਿੱਚ ਹਉਮੈ ਕਰ ਦੁਖ ਰੋਏ, ਕਹੋ ਨਾਨਕ ਕਿਨ ਬਿਦ ਗਤ ਹੋਈ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਮਾਝ ਵਾਰ ਦਾ ਇਹ ਸ਼ਬਦ ਹੈ। ਸਤਿਗੁਰਾਂ ਜੀ ਨੇ ਕਿਹਾ ਕਲ ਕਾਤੀ ਰਾਜੇ ਕਾਸਾਈ, ਇਹ ਜਿਹੜਾ ਹੈ ਕਹਿੰਦੇ ਇਹ ਕਲਯੁਗ ਦਾ ਸਮਾਂ ਕਾਤੀ ਜਿਹੜਾ ਕੱਟਣ ਵਾਲਾ ਹੈ। ਕਾਤੀ ਜਿਹੜਾ ਹਨ ਰਾਜੇ ਕਸਾਈ ਬਣ ਜਾਣਗੇ, ਜਿਹੜੇ ਰਾਜੇ ਪਾਲਣਾ ਕਰਦੇ ਉਹੀ ਬੁੱਚੜ ਬਣ ਜਾਣਗੇ, ਉਹੀ ਮਾਰਨਾ ਸ਼ੁਰੂ ਕਰ ਦੇਣਗੇ। ਧਰਮ ਜਿਹੜਾ ਹੈ ਵਿੰਗਸ ਲਾ ਕੇ ਉੱਡ ਜਾਏਗਾ, ਪਤਾ ਨਹੀਂ ਕਿੱਥੇ। ਕਹਿੰਦੇ ਕੂੜ ਅਮਾਵਸ, ਕਹਿੰਦੇ ਕੂੜ ਦਾ ਜਿਹੜਾ ਹੈ ਅਮਾਵਸ ਜਿਹੜਾ ਹੈ ਅਮਾਵਸ ਕੀ ਹੁੰਦਾ ਹੈ, ਜਦੋਂ ਹਨੇਰੇ ਵਾਲਾ ਪੱਖ ਹੁੰਦਾ ਹੈ। ਇਸ ਕਰਕੇ ਜਿਹੜਾ ਹੈ ਇਹ ਅਮਾਵਸ, ਇਹ ਜਿਹੜਾ ਹੈ ਐਸਾ ਸਮਾਂ ਜਿਹੜਾ ਕੂੜ ਦਾ ਹੈ, ਝੂਠ ਦਾ। ਕਹਿੰਦੇ ਕਿ ਸੱਚ ਚੰਦਰਮਾ ਜਿਹੜਾ ਸੀ ਉਹ ਪਤਾ ਨਹੀਂ ਕਿੱਥੇ ਹੈ, ਦਿਖਾਈ ਨਹੀਂ ਦਿੰਦਾ। ਕਹਿੰਦੇ ਇਸ ਕਰਕੇ ਦਿਸੇ ਨਾਹੀ ਕਹਿ ਚੜਿਆ ਵੀ ਕਿੱਥੇ ਹੈ। ਇਹ ਕੱਲ ਜਿਹੜਾ ਹੈ ਕਾਤੀ ਇੱਕ ਜਿਹੜਾ ਹਨ ਇੱਕ ਨਾਈਫ ਹੈ ਜਾਂ ਇੱਕ ਕਰਦ ਹੈ ਜੋ ਕੱਟਣ ਵਾਲੀ ਹੈ। ਇਹ ਕਲਯੁਗ ਸਾਰਿਆਂ ਦਾ ਭਰੋਸਾ ਧਰਮ ਨੂੰ ਕੱਟਣ ਵਾਲੀ ਹੈ। ਰਾਜੇ ਕਸਾਈ ਬਣ ਜਾਣਗੇ, ਧਰਮ ਵਿੰਗਸ ਲਾ ਕੇ ਉੱਡ ਜਾਏਗਾ। ਦੇਖੋ ਹੁਣ ਸਤਿਗੁਰੂ ਜੀ ਨੇ ਉਹ ਦੱਸਿਆ ਹੈ ਕਿ ਚੰਦਰਮਾ ਜਿਹੜਾ ਸੱਚ ਹੈ, ਜਿਹੜਾ ਹਨੇਰੇ ਦਾ ਸਮਾਂ ਤਾਂ ਠੀਕ ਹੈ, ਕੱਲ ਆ ਗਿਆ ਕੂੜ ਅਮਾਵਸ ਜਿਹੜਾ ਇਕਲਿਪਸ ਹੈ ਜਿੱਥੇ ਚੰਦਰਮਾ ਜਿਹੜਾ ਹੈ ਜਾਂ ਜਿਹੜਾ ਗ੍ਰਹਿਣ ਹੈ ਕਹਿ ਲਈਏ। ਸੋ ਕਹਿੰਦੇ ਉਹ ਅਮਾਵਸ ਵਾਲਾ ਸਮਾਂ ਹੈ ਜਿੱਦਣ ਇਹ ਗ੍ਰਹਿਣ ਲੱਗਦਾ ਹੈ। ਸੋ ਇਹ ਵੀ ਅਰਥ ਹੈ ਕਿ ਸੱਚ ਜਿਹੜਾ ਚੰਦਰਮਾ ਉਹ ਲੁਕ ਗਿਆ ਹੈ, ਦਿਸੇ ਨਹੀਂ ਕਹਿ ਚੜਿਆ ਵੀ ਦਿਸਦਾ ਨਹੀਂ ਕਿੱਥੇ ਚੜਿਆ ਹੋਇਆ ਹੈ। ਜਦੋਂ ਮੂਨ ਨਹੀਂ ਹੈ, ਜਿਹੜਾ ਹਨੇਰੇ ਦਾ ਪੱਖ ਜਿਹੜਾ ਹੁੰਦਾ ਹੈ, ਸਾਰਾ ਆਕਾਸ਼ ਹਨੇਰਾ ਹੀ ਹੁੰਦਾ ਹੈ। ਸੋ ਇਸ ਪ੍ਰਕਾਰ ਕਰਕੇ ਹਉ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਹੁਣ ਰਾਹ ਨਹੀਂ ਦਿਸਦਾ, ਸੱਚਾ ਰਾਹ ਕਿਹੜਾ ਹੈ, ਝੂਠਾ ਰਾਹ ਜਿਹੜਾ ਹੈ ਉਹ ਨਹੀਂ ਪਤਾ ਲੱਗਦਾ, ਕਿਉਂਕਿ ਹਨੇਰਾ ਤਾਂ ਸਾਰੇ ਪਾਸੇ ਹੋ ਗਿਆ। ਵਿੱਚ ਹਉਮੈ ਕਰ ਦੁੱਖ ਰੋਈ, ਲੋਕੀ ਹਉਮੈ ਕਰਕੇ ਦੁਖੀ ਹੋ ਕੇ ਰੋਣਗੇ ਤਾਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਇਹ ਤੋਂ ਬਚਣਾ ਕਿਵੇਂ ਹੈ। ਉਹਨਾਂ ਦਾ ਜਿਹੜਾ ਹੈ ਐਸੇ ਜਿਹੜੇ ਹਨ ਉਹ ਜਿਹੜੇ ਹਨ ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਨਹੀਂ ਲੱਗਣਾ ਵੀ ਦਾ ਸੋਲੂਸ਼ਨ ਕੀ ਹੈ। ਤਾਂ ਭੈੜੀ ਗੱਲ ਤਾਂ ਇਹ ਹੈ, ਉਹਨਾਂ ਨੂੰ ਪ੍ਰੋਬਲਮ ਦੀ ਜੜ ਦਾ ਵੀ ਨਹੀਂ ਪਤਾ ਲੱਗਣਾ ਵੀ ਜੜ ਕੀ ਹੈ ਪ੍ਰੋਬਲਮ ਦੀ। ਇਸ ਕਰਕੇ ਵਿੱਚ ਹਉਮੈ ਕਰ ਦੁੱਖ ਰੋਈ, ਕਹੋ ਨਾਨਕ ਕਿਨ ਬਿਦ ਗਤ ਹੋਈ।
ਕਹਿੰਦੇ ਕਿ ਕਿਸ ਤਰ੍ਹਾਂ ਗਤੀ ਹੋਵੇਗੀ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੋਣੀ। ਤੇ ਸਤਿਗੁਰਾਂ ਨੇ ਫਿਰ ਇੱਕ ਹੋਰ ਸ਼ਬਦ ਦਾ ਉਚਾਰਨ ਕੀਤਾ ਜੋ ਕਿ ਰਾਮਕਲੀ ਵਾਰ ਮਹੱਲਾ ਪਹਿਲਾ ਹੈ, ਜੋ ਕਿ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹਨ 951 ਜਾਂ 951 ਜਿਹੜਾ ਅੰਗ ਤੇ ਫਰਮਾਇਆ ਹੈ। ਸ੍ਰੀ ਮੁਖਵਾਕ ਸ਼ਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੋ, ਦੁਖ ਗੁਰ ਦੀਖਿਆ ਘਰ ਦੇਵਨ ਜਾਹੇ। ਇਸਤਰੀ ਪੁਰਖੈ ਖਟਿਐ ਭਾਓ, ਭਾਵੈ ਆਵੋ ਭਾਵੈ ਜਾਓ। ਸਾਸਤ ਬੇਦ ਨਾ ਮਾਨੈ ਕੋਏ, ਆਪੋ ਆਪੈ ਪੂਜਾ ਹੋਏ। ਕਾਜੀ ਹੋਇ ਕੈ ਬਹਿ ਨਿਆਏ, ਫੇਰੇ ਤਸਬੀਹ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਨਾਏ। ਤੁਰਕ ਮੰਤਰ ਕਨ ਹਿਰਦੈ ਸਮਾਹੇ, ਲੋਕ ਮੁਹਾਵਹਿ ਚਾੜੀ ਖਾਹੇ। ਚੌਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ। जोगी गिरही जटा बेभूत, आगे पाछै रोब है पूत। जोग ना पाया जुगत गवाए, कित कारण सिर छाई पाए। नानक कल का एहो परवान, आपे आखण आपे जान। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਤੀਜੇ ਸ਼ਬਦ ਤੇ ਇੱਕ ਹਾਲਾਤ ਨੂੰ ਆਪਾਂ ਨੂੰ ਦੱਸਿਆ, ਇੱਕ ਕਲਯੁਗ ਦੀ ਹਾਲਾਤ ਨੂੰ। ਇਹ ਹਾਲਾਤ ਐਸੀ ਹੈ, ਕਹਿੰਦੇ ਉਹ ਜਿਹੜੇ ਸਤੀ ਹੋਣਗੇ ਉਹ ਵੀ ਪਾਪ ਕਰਨਗੇ। ਸਤ ਆਪਣੇ ਆਪ ਨੂੰ ਸਤੀ ਅਖਾਉਣ ਵਾਲੇ ਵੀ ਕਹਿੰਦੇ ਉਹ ਵੀ ਜਿਹੜੇ ਹਨ ਸਤੀ ਪਾਪ ਕਰਕੇ ਸਤ ਕਮਾਹੇ। ਉਹ ਕਹਿੰਦੇ ਅਸੀਂ ਸੱਚ ਨੂੰ ਕਮਾਉਂਦੇ ਹਾਂ। ਉਹ ਸਤੀ ਹੋ ਕੇ ਵੀ ਪਾਪ ਕਰਨਗੇ ਤੇ ਆਪਣਾ ਨੂੰ ਸਤੀ ਅਖਾਉਂਦੇ ਫਿਰਨਗੇ। ਉਹਨਾਂ ਦੇ ਬੋਟ ਤਾਂ ਬਹੁਤ ਸੋਹਣੇ ਲੱਗਣਗੇ ਪਰ ਅੰਦਰ ਜੀਵਨ ਕੋਈ ਨਹੀਂ ਹੋਏਗਾ। ਚੋਲੇ ਤਾਂ ਚਿੱਟੇ ਹੋਣਗੇ ਪਰ ਅੰਦਰੋਂ ਮਨ ਕਾਲੇ ਹੋਣਗੇ ਉਹਨਾਂ ਦੇ। ਕਹਿੰਦੇ ਉਸ ਵੇਲੇ ਗੁਰ ਦਿਖਿਆ ਕਰ ਦੇਵਨ ਜਾਹੇ। ਕਹਿੰਦੇ ਦੇਖੋ ਉਹ ਜਿਹੜੇ ਗੁਰੂ ਹਨ, ਆਮ ਕਰਕੇ ਤਾਂ ਸ਼ਿਸ਼ ਜਿਹੜਾ ਹੁੰਦਾ ਉਹ ਗੁਰੂ ਕੋਲ ਚੱਲ ਕੇ ਆਉਂਦਾ ਹੈ ਸਿੱਖਣ ਵਾਸਤੇ। ਕਲਯੁਗ ਦੇ ਸਮੇਂ ਵਿੱਚ ਉਹ ਗੁਰੂ ਹੋਣਗੇ ਆਪਣੇ ਆਪ ਨੂੰ ਵਿਦਵਾਨ ਅਖਾਉਣ ਵਾਲੇ, ਬਾਬੇ ਅਖਾਉਣ ਵਾਲੇ। ਉਹ ਲੋਕਾਂ ਦੇ ਘਰ ਜਾ ਕੇ ਜਾਂ ਸਿੱਖਿਆ ਦਿਆ ਕਰਨਗੇ ਵੀ ਸਾਨੂੰ ਇੱਥੇ ਕੁਝ ਪੈਸੇ ਦੇਣਗੇ, ਸਾਨੂੰ ਕੁਝ ਖਾਣ ਨੂੰ ਦੇਣਗੇ, ਲੋਕਾਂ ਦੇ ਪਿੱਛੇ ਲੱਗਣਗੇ। ਜਾਂ ਇਹਦਾ ਅਰਥ ਇਹ ਵੀ ਹੈ ਕਿ ਜਿਹੜੀ ਵੀ ਕੋਈ ਕਥਾ ਕਰੇਗਾ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰੇਗਾ ਔਰ ਪਰਮਾਤਮਾ ਨੂੰ ਜਿਹੜਾ ਹਨ ਪਰਮਾਤਮਾ ਦਾ ਜਿਹੜਾ ਮੈਸੇਜ ਹੈ ਜਾਂ ਬਾਣੀ ਦਾ ਜਿਹੜਾ ਸੱਚਾ ਆਦੇਸ਼ ਹੈ, ਉਪਦੇਸ਼ ਹੈ, ਉਹ ਨਹੀਂ ਦੇਗਾ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਲੈਕਚਰ ਕਰਨਗੇ, ਲੋਕਾਂ ਨੂੰ ਖੁਸ਼ ਰੱਖਣਗੇ ਵੀ ਬਹੁਤੀ ਮਾਇਆ ਮਨੂੰ ਦਿਆ ਕਰਨਗੇ। ਇਸ ਪ੍ਰਕਾਰ ਕੇ ਇਸਤਰੀ ਪੁਰਖੈ ਖਟਿਆ ਭਾਓ। ਕਹਿਣਗੇ ਜਿਹੜਾ ਕਿ ਇਸਤਰੀ ਤੇ ਪੁਰਖ ਹਨ ਉਹਨਾਂ ਦਾ ਜਿਹੜਾ ਭਾਓ ਪ੍ਰੇਮ ਹੈ ਉਹ ਵੀ ਕੰਡੀਸ਼ਨਲ ਹੋਵੇਗਾ। ਭਾਵੇਂ ਆਵੋ ਭਾਵੇਂ ਜਾਓ। ਕਹਿਣਗੇ ਉਹ ਹਾਲਾਤ ਐਸੀ ਬਣ ਜਾਏਗੀ ਲੋਕਾਂ ਨੂੰ ਇਹ ਨਹੀਂ ਪਰਵਾਹ ਹੈਗੀ ਮੇਰਾ ਆਦਮੀ ਕਿੱਥੇ ਜਾਂਦਾ ਹੈ, ਕਿੰਨੀਆਂ ਔਰਤਾਂ ਬਾਹਰ ਰੱਖੀ ਬੈਠਾ ਹੈ, ਉਹਨੂੰ ਕੋਈ ਪਰਵਾਹ ਇਸਤਰੀਆਂ ਨੂੰ ਨਹੀਂ ਹੋਣੀ। ਉਹ ਕਹਿੰਦੀ ਹੈ ਜੇ ਮਾਇਆ ਖੱਟ ਕੇ ਲਿਆਉਣਾ ਤਾਂ ਠੀਕ ਹੈ। ਫਿਰ ਕਹਿੰਦੇ ਇਸਤਰੀ ਵੀ ਬਹੁਤ ਮਰਦ ਆਪਣੇ ਅੱਗੇ ਪਿੱਛੇ ਰੱਖੇਗੀ ਤੇ ਉਹ ਕਹਿੰਦੀ ਮੈਂ ਆਪਣੇ ਰਸਤੇ ਤੂੰ ਆਪਣੇ ਰਸਤੇ, ਤੂੰ ਮੈਨੂੰ ਮਾਇਆ ਲਿਆ ਕੇ ਦੇਈ ਜਾ, ਮੈਂ ਜਿਹੜਾ ਹਨ ਮਾਇਆ ਦੇ ਵਿੱਚ ਖੁਸ਼ ਰਵਾਂ। ਕਹਿੰਦੇ ਕੋਈ ਪਰਵਾਹ ਨਹੀਂ ਕਿਸੇ ਨੇ ਕਰਨੀ ਕੈਰੈਕਟਰ ਦਾ ਹੈ, ਬਿਲਕੁਲ ਹੀ ਨਾਸ ਹੋ ਜਾਣਾ। ਇਹ ਹਾਲਾਤ ਅੱਜ ਵੀ ਜਿਹੜਾ ਹਨ ਕਈਆਂ ਦੇ ਘਰ 'ਚ ਐਸਾ ਹੀ ਹੁੰਦਾ ਹੈ। ਉਹਨਾਂ ਨੂੰ ਪਰਵਾਹ ਹੀ ਨਹੀਂ ਹੈਗੀ ਵੀ ਕਿੱਧਰ ਨੂੰ ਮੂੰਹ ਚੱਕ ਕੇ ਤੁਰੇ ਫਿਰਦੇ ਹਨ ਸਾਰੇ, ਕਿਹੜੀਆਂ ਕਲੱਬਾਂ 'ਚ ਤੁਰੇ ਫਿਰਦੇ, ਕਿੰਨੀਆਂ ਗਰਲਫਰੈਂਡਾਂ ਰੱਖੀ ਫਿਰਦੇ, ਬॉयਫ੍ਰੈਂਡ ਰੱਖੀ ਫਿਰਦੇ। ਹਾਂਜੀ ਜੋ ਮਰਜ਼ੀ ਕਰੀ ਜਾਣ, ਕਿਸੇ ਨੂੰ ਕੋਈ ਪਰਵਾਹ ਨਹੀਂ। ਇਹ ਅੱਤਾ ਸਮਾਂ ਅੱਜ ਵੀ ਆਪਾਂ ਦੇਖ ਰਹੇ ਹਾਂ। ਹੁਣ ਅਗਲਾ ਜਿਹੜਾ ਹੈ ਸਾਸਤ ਵੇਦ ਨਾ ਮੰਨੇ ਕੋਈ। ਕਹਿਣਗੇ ਨਾ ਕੋਈ ਸ਼ਾਸਤਰਾਂ ਨੂੰ ਮੰਨੇਗਾ, ਨਾ ਕੋਈ ਵੇਦਾਂ ਨੂੰ ਮੰਨੇਗਾ, ਕੋਈ ਵੀ ਨਹੀਂ ਮੰਨੇਗਾ ਜੀ। ਉਪਦੇਸ਼ ਤਾਂ ਕੋਈ ਵੀ ਨਹੀਂ ਲਏਗਾ। ਉਹਨਾਂ ਨੇ ਮੰਨਣਾ ਹੀ ਨਹੀਂਗਾ ਇਹ ਉਪਦੇਸ਼ ਨੂੰ। ਕਹਿੰਦੇ ਪੁਰਾਣੀਆਂ ਗੱਲਾਂ ਨੇ, ਇਹ ਗੱਲਾਂ ਆਪਾਂ ਕਿਉਂ ਕਰਨੀਆਂ ਨੇ, ਉਹ ਤਾਂ ਸਮਿਆਂ ਦੀਆਂ ਗੱਲਾਂ ਸੀਗੀਆਂ। ਲੋਕ ਬਹੁਤ ਹੁਸ਼ਿਆਰ ਹੋ ਗਏ, ਆਪੇ ਪੂਜਾ ਹੋਏ, ਆਪਣੀ ਪੂਜਾ ਕਰਾਉਣਗੇ ਲੋਕ ਵੀ ਭਾਈ ਮੈਂ ਹੀ ਰੱਬ ਹਾਂ, ਮੇਰੀ ਪੂਜਾ ਕਰ ਲਓ, ਮੈਂ ਹੀ ਤੁਹਾਨੂੰ ਮੁਕਤੀ ਦੇਣੀ ਹੈ, ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਾਂਗਾ। ਗੁਰੂ ਗ੍ਰੰਥ ਸਾਹਿਬ ਤਾਂ ਜਿਹੜਾ ਹਨ ਬਾਣੀ ਹਨ ਉਹ ਕੀ ਕਰ ਲੈਣਗੇ, ਮੈਂ ਤੁਹਾਨੂੰ ਕਰਕੇ ਦਿੰਦਾ ਹਾਂ। ਇਸ ਪ੍ਰਕਾਰ ਕਰਕੇ ਲੋਕ ਆਪਣੇ ਆਪ ਨੂੰ ਗੁਰੂ ਬਣਵਾ ਕੇ, ਲੋਕਾਂ ਤੋਂ ਆਪਣੇ ਆਪ ਨੂੰ ਗੁਰੂ ਅਖਵਾ ਕੇ ਤੇ ਉਹਨਾਂ ਦਾ ਜਿਹੜਾ ਹੈ ਭਰੋਸਾ ਜਿੱਤ ਕੇ ਫਿਰ ਜਿਹੜੇ ਉਹਨਾਂ ਨੂੰ ਲੁੱਟਿਆ ਕਰਨਗੇ, ਉਹਨਾਂ ਨੂੰ ਝੂਠੀ ਆਸ ਦਿਆ ਕਰਨਗੇ। ਇਸ ਪ੍ਰਕਾਰ ਕਰਕੇ ਗੁਰੂ ਦੀ ਬਾਣੀ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ, ਗੁਰੂ ਦੇ ਉਪਦੇਸ਼ ਨੂੰ ਕੋਈ ਲੈਣ ਵਾਸਤੇ ਤਿਆਰ ਨਹੀਂ। ਉਹਨਾਂ ਨੂੰ ਤਾਂ ਇਹ ਚਾਹੀਦਾ ਹੈ ਕਿ ਜਿਵੇਂ ਜਿਹੜਾ ਹੈ ਵੀ ਹੁਣੇ ਕਿਹਾ ਤੇ ਹੁਣੇ ਹੋ ਜਾਵੇ, ਕੋਈ ਐਸਾ ਕੰਮ ਜਿਹੜਾ ਕਰ ਦੇਵੇ ਮੇਰੇ ਵਾਸਤੇ। ਸੋ ਕਹਿੰਦੇ ਸਾਰੇ ਮਤਲਬੀ ਨੇ, ਧਰਮੀ ਲੋਕ ਵੀ ਮਤਲਬੀ ਹੋ ਜਾਣਗੇ। ਕਾਜੀ ਹੋਏ ਕਿ ਬਹਿ ਨਿਆਏ। ਕਹਿੰਦੇ ਕਾਜੀ ਬੈਠੇ ਜਾਂ ਜਿਹੜਾ ਆਪਾਂ ਜੱਜ ਕਹਿੰਦੇ ਹਾਂ, ਮੈਜਿਸਟ੍ਰੇਟ ਕਹਿੰਦੇ ਹਾਂ, ਕਹਿੰਦੇ ਇਹ ਵੀ ਬੰਦੇ ਜਿਹੜੇ ਜਦੋਂ ਬੈਠੂਗੇ ਨਾ ਜਸਟਿਸ ਕਰਨ ਵਾਸਤੇ, ਕਹਿੰਦੇ
ਕਹਿੰਦੇ ਫੇਰੇ ਤਸਬੀਹ ਕਰੇ ਖੁਦਾਏ। ਉਹ ਵੀ ਬੰਦੇ ਜਿਹੜੇ ਹਨ, ਜਿਵੇਂ ਉਸ ਵੇਲੇ ਕਾਜੀ ਕਰਿਆ ਕਰਦੇ, ਹੱਥ ਵਿੱਚ ਤਸਬੀਹ ਉਹਨਾਂ ਦੇ ਮਾਲਾ ਹੁੰਦੀ ਸੀ, ਖੁਦਾ 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 ਕਰੀ ਜਾਂਦੇ ਨੇ, ਪਰ ਕਰਦੇ ਕੀ ਸੀਗੇ, ਵੱਡੀ ਲੈ ਕੇ ਹੱਕ ਗਵਾਏ, ਵਾਢੀ ਲਿਆ ਕਰਨਗੇ, ਕਰਪਸ਼ਨ ਲਿਆ ਕਰਨਗੇ, ਵੱਡੇ ਵੱਡੇ ਜੱਜਮੈਂਟ ਵੀ ਫੇਰ ਦਿਆ ਕਰਨਗੇ, ਉਹਨਾਂ ਦੇ ਹੱਕ ਵਿੱਚ ਕਰਦੇ ਨੇ ਜਿਹੜੇ ਪੈਸੇ ਦਿੰਦੇ ਨੇ। ਜਿਹੜਾ ਗਰੀਬ ਹੋਵੇਗਾ ਵਿਚਾਰਾ ਸੱਚਾ ਵੀ ਹੋਵੇਗਾ, ਉਹ ਮਾਰਿਆ ਜਾਏਗਾ। ਐਸੀ ਹਾਲਾਤ ਜਿਹੜੀ ਹੈ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਜੇ ਕੋਈ ਪੁੱਛੇ ਆਹ ਕੀ ਗੱਲ ਹੋਈ, ਉਹਨਾਂ ਨੇ ਜੱਜਮੈਂਟ ਪੇਪਰ ਲਿਆ ਕੇ ਦਿਖਾ ਦੇਣਾ, ਭਾਈ ਮੇਰਾ ਜੱਜਮੈਂਟ ਇਹਦੇ ਤੇ ਬੇਸ ਹੈ, ਮੈਂ ਤਾਂ ਇਹਦੇ ਤੇ ਬੇਸ, ਭਾਵੇਂ ਪਤਾ ਵੀ ਹੈ ਮੈਂ ਝੂਠ ਬੋਲ ਰਿਹਾ, ਪਰ ਫਿਰ ਵੀ ਉਹ ਜੱਜਮੈਂਟ ਪੇਪਰ ਲਿਆ ਕੇ ਦਿਖਾ ਦੇਣਗੇ। ਐਸੇ ਭੈੜੇ ਲੋਕ ਹੋਣਗੇ, ਕੋਈ ਵੀ ਕਿਸੇ ਦਾ ਨਿਆਂ ਜਸਟਿਸ ਨਹੀਂ ਕਰੇਗਾ। ਤੁਰਕ ਮੰਤਰ ਕਨ ਹਿਰਦੇ ਸਮਾਏ, ਕਹਿਣ ਲੱਗੇ ਤੁਰਕਾਂ ਦਾ ਮੰਤਰ, ਬਾਂਗਾ ਸੁਣ ਸੁਣ ਕੇ ਉਹਨਾਂ ਦਾ ਜੀਵਨ ਜਿਹੜਾ ਹੈ ਐਸਾ ਹੀ ਹੋ ਜਾਏਗਾ। ਉਹਨਾਂ ਨੂੰ ਆਪਣੇ ਧਰਮ ਦੇ ਮੰਤਰ ਭੁੱਲ ਜਾਣਗੇ, ਸਤਨਾਮ ਵਾਹਿਗੁਰੂ ਭੁੱਲ ਜਾਏਗਾ। ਉਹ ਗੱਲਾਂ ਕਰਨਗੇ ਜੋ ਲੋਕ ਸੁਣਨਾ ਚਾਹੁੰਦੇ ਹਨ। ਲੋਕ ਮੁਹਾਵੇ ਚਾੜੀ ਖਾਹੇ, ਕਹਿੰਦੇ ਲੋਕਾਂ ਦੀ ਜਿਹੜੀ ਹਨ ਵੱਡੀ ਖਾ ਕੇ, ਲੋਕਾਂ ਦੇ ਪੈਸੇ ਖਾ ਕੇ, ਤੇ ਲੋਕ ਮੁਹਾਵੇ ਲੋਕਾਂ ਨੂੰ ਖੁਸ਼ ਰੱਖਣਗੇ। ਹੁਣ ਇਸੇ ਤਰ੍ਹਾਂ ਹੀ ਤਾਂ ਹੁੰਦਾ ਹੈ ਨਾ, ਪੈਸੇ ਦੇ ਕੇ ਇਹ ਜਿਹੜੇ ਕਥਾਕਾਰ ਹੁੰਦੇ ਨੇ, ਇਹਨਾਂ ਤੋਂ ਜੋ ਮਰਜ਼ੀ ਕਹਾ ਲਓ, ਪੈਸਾ ਦੇ ਦਿਓ ਚੰਗਾ, ਜਿਹਦੀ ਮਰਜ਼ੀ ਵਡਿਆਈ ਕਰਾ ਲਓ। ਭਾਵੇਂ ਪ੍ਰਿਥੀ ਚੰਦ ਦੀ ਜਿਹਨੇ ਸਾਰੀ ਉਮਰ ਵੈਰ ਕੀਤਾ ਗੁਰੂ ਅਰਜਨ ਦੇਵ ਜੀ, ਉਹਦੀ ਵਡਿਆਈ ਕਰਾ ਲਓ, ਮਿਹਰਬਾਨ ਦੀ ਕਰਾ ਲਓ। ਹਾਂਜੀ, ਉਹਨਾਂ ਨੇ ਮਿਹਰਬਾਨ ਦੀ ਬੜੀ ਸੋਹਣੀ ਵਡਿਆਈ ਕਰ ਦੇਣੀ ਹੈ। ਭਾਵੇਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਂ ਮਾਰਨ ਨੂੰ ਫਿਰਦਾ ਸੀਗਾ, ਉਹਨੇ ਤਾਂ ਵੈਰ ਕੀਤਾ ਸਾਰੀ ਉਮਰ, ਪਰ ਉਹਨਾਂ ਦੀ ਵੀ ਵਡਿਆਈ ਕਰ ਦਿੰਦੇ ਨੇ। ਇਹ ਸਾਰੇ ਮਾਇਆ ਦੀ ਖੇਡ ਹੈ। ਮਹਾਰਾਜ ਕਹਿੰਦੇ ਚੌਕਾ ਦੇ ਕੇ ਜਿਹੜਾ ਹਾਂ ਸੋਚਾ ਹੋਏ, ਕਹਿੰਦਾ ਚੌਂਕਾ ਕੱਢਣ ਵਾਲਾ ਕੋਈ ਬ੍ਰਾਹਮਣ ਜਿਹੜਾ ਸੀ ਨਾ ਪੁਰਾਣੇ ਸਮੇਂ 'ਚ, ਜਿਵੇਂ ਖਾਣਾ ਬਣਾਉਂਦਾ, ਕਹਿੰਦਾ ਐਸਾ ਹਿੰਦੂ ਵੇਖੋ, ਕੋਈ ਐਸਾ ਹਿੰਦੂ ਕੋਈ ਰਹੀ ਨਹੀਂ ਜਾਣਾ ਸੰਸਾਰ ਵਿੱਚ, ਐਸਾ ਕਮਾਈ ਵਾਲਾ ਬੰਦਾ ਤਾਂ ਕੋਈ ਰਹੀ ਨਹੀਂ ਜਾਣਾ ਜਿਹੜਾ ਕਿ ਆਪਣੇ ਜਿਹੜਾ ਕਰਮਕਾਂਡ 'ਚ ਪੱਕਾ ਰਵੇ, ਕੋਈ ਨਹੀਂ ਹੋਵੇਗਾ। ਜੋਗੀ ਗਿਰਹੀ ਜੱਟਾ ਵਿਭੂਤੀ, ਕਹਿਣਗੇ ਜੋਗੀ ਲੋਕ, ਵੱਡੀਆਂ ਵੱਡੀਆਂ ਜਿਹੜੀਆਂ ਜੱਟਾਂ ਰੱਖਣ ਵਾਲੇ, ਗਿਰਹੀ ਜਿਹੜੇ ਗ੍ਰਸਤੀ ਲੋਕ ਹਨ ਸਾਰੇ ਜਿਹੜੇ ਹਨ, ਹੋਰ ਜਿਹੜੇ ਮੱਥੇ ਟਿੱਕੇ ਜਿਹੜਾ ਹਨ ਸੁਆਹ ਮਲੀ ਫਿਰਦੇ ਹਨ ਸਰੀਰ ਤੇ, ਅੱਗੇ ਪਾਛੇ ਰੋਬਤ ਪੂਤ, ਉਹਨਾਂ ਦੇ ਧੀ ਪੁੱਤਰ ਅੱਗੇ ਪਿੱਛੇ ਰੋਂਦੇ ਫਿਰਨਗੇ। ਹਾਂਜੀ, ਇਹ ਜੋਗੀ ਬਣੇ ਫਿਰਦੇ ਨੇ, ਭੇਸ ਧਾਰਿਆ ਹੋਇਆ ਪਖੰਡ ਦਾ, ਤੇ ਆਪਣੇ ਘਰ ਵਿੱਚ 2 ਰੋਟੀਆਂ ਕਮਾ ਕੇ ਨਹੀਂ ਆਪਣੇ ਬੱਚਿਆਂ ਨੂੰ ਖਿਲਾਉਣ ਜੋਗੇ ਹੋਣਗੇ। ਉਹਨਾਂ ਦੇ ਬੱਚੇ ਰੁਲਦੇ ਫਿਰਨਗੇ, ਲੋਕਾਂ ਨੂੰ ਕਹਿਣਗੇ ਸੁਸਾਇਟੀ ਸਾਂਭੇ, ਹੁਣ ਇਹ ਸੁਸਾਇਟੀ ਦਾ ਕੰਮ ਹੈ। ਸੋ ਜੋਗ ਨਾ ਪਾਇਆ ਜੁਗਤ ਗਵਾਈ, ਜੋਗ ਨਹੀਂ, ਪਰਮਾਤਮਾ ਨਾਲ ਜੋਗ ਨਹੀਂ ਕੋਈ ਕਮਾਵੇਗਾ, ਜੁਗਤ ਜਿਹੜੀ ਪਰਮਾਤਮਾ ਮਿਲਦੀ ਉਹ ਵੀ ਗਵਾ ਲੈਣੀ ਹੈ ਇਹਨਾਂ ਨੇ। ਕਿਤ ਕਾਰਨ ਸਿਰ ਛਾਈ ਪਾਈ, ਕਹਿਣਗੇ ਦੇਖੋ ਇਸੇ ਤਰ੍ਹਾਂ ਹੀ ਤਾਂ ਇਹ ਆਪਣੇ ਸਿਰ ਤੇ ਸੁਆਹ ਪਾਉਣਗੇ ਨਿਰਾਦਰੀ ਦੀ। ਤੇ ਦੇਖੋ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਨਕ ਕਲ ਕਾ ਇਹੋ ਪ੍ਰਵਾਨ, ਕਲਯੁਗ ਦੇ ਵਿੱਚ ਐਸਾ ਹੀ ਪ੍ਰਵਾਨ ਹੋਵੇਗਾ। ਝੂਠੇ ਬੰਦਿਆਂ ਦੀ ਮਾਨਤਾ ਹੋਵੇਗੀ, ਝੂਠੇ ਬੰਦਿਆਂ ਦੇ ਪਿੱਛੇ ਬਹੁਤ ਸਾਰੇ ਲੋਕ ਲੱਗਣਗੇ, ਜਿਹੜੇ ਗੁਰੂ ਦੀ ਨਿੰਦਿਆ ਕਰਨ ਵਾਲੇ ਨੇ ਉਹਨਾਂ ਦੇ ਪਿੱਛੇ ਤੁਰੇ ਫਿਰਨਗੇ ਮੂੰਹ ਚੱਕ ਕੇ, ਜਿਨ੍ਹਾਂ ਨੂੰ ਆਪ ਨਹੀਂ ਪਤਾ ਮੈਂ ਕਿੱਥੇ ਜਾ ਰਿਹਾ, ਨਰਕਾਂ ਨੂੰ ਭਾਵੇਂ ਕੋਈ ਲੈ ਕੇ ਜਾਂਦਾ ਹੋਵੇ, ਮੂੰਹ ਚੱਕ ਕੇ ਉਹਨਾਂ ਨਾਲ ਤੁਰ ਪੈਣਾ ਹੈ। ਇਹ ਹਾਲਾਤ ਜਿਹੜੇ ਨੇ ਇੰਨੇ ਭੈੜੇ ਹੋ ਜਾਣੇ ਨੇ। ਰਾਗੀ ਸਿੰਘ ਜਿਹੜੇ ਹਨ ਉਹਨਾਂ ਨੇ ਵੀ ਆਪਣਾ ਧਰਮ ਗਵਾ ਲੈਣਾ ਹੈ। ਗੁਰੂ ਦੀ ਬਾਣੀ ਲੈ ਕੇ ਉਹਨਾਂ ਨੇ ਵਿੱਚ ਮਿਕਸ ਕਰਕੇ ਹੋਰੇ ਜਿਹੜੇ ਹਨ ਆਪਣੀ ਕੱਚੀ ਬਾਣੀ ਆਪਣੇ ਸ਼ਬਦ ਵਿੱਚ ਪਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਪਾ ਦੇਣਗੇ, ਮਿਲਾਵਟ ਕਰ ਦੇਣਗੇ ਗੁਰਬਾਣੀ ਦੀ। ਹੁਣ ਵੀ ਹੋ ਰਹੀ ਹੈ ਜੀ, ਕਿਹੜੇ ਨਹੀਂ ਹੋ ਰਹੀ, ਅਰਥਾਂ ਦੇ ਅਨਰਥ ਕਰਕੇ ਰੱਖਦੇ ਨੇ ਹਨ, ਤੇ ਆਪੇ ਆਖਣ ਆਪੇ ਜਾਣ। ਪਰ ਮਹਾਰਾਜ ਜੀ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਪੇ ਆਖਣ, ਇਹ ਆਖਾਣ ਜਿਹੜਾ ਹੈ ਇਹ ਪਰਮਾਤਮਾ ਦਾ ਆਪਣਾ ਹੀ ਕਿਹਾ ਹੋਇਆ ਹੈ। ਇਹ ਕਲਯੁਗ ਦੇ ਵਿੱਚ ਐਸਾ ਹੀ ਹੋਣਾ ਹੈ। ਤੇ ਕਹਿੰਦੇ ਆਪੇ ਜਾਣ, ਉਹ ਪਰਮਾਤਮਾ ਆਪੇ ਹੀ ਜਾਣਦਾ ਸਭ ਕੁਝ। ਇਹਦੇ ਕਲਯੁਗ ਦੇ ਸਮੇਂ ਤਾਂ ਵਿਰਲੇ ਬਚਣਗੇ ਜੋ ਗੁਰੂ ਦੇ ਭਰੋਸੇ ਵਾਲੇ ਗੁਰਸਿੱਖ ਹੋਣਗੇ। ਚੌਪੇ ਪੁਨ ਗੁਰ ਸਿੱਧ ਗੋਸ਼ਟ ਕਰੇ, ਫਿਰ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਧ ਗੋਸ਼ਟ ਕੀਤੀ। ਸਿੱਧਨ ਕੀ ਦੁਬਿਧਾ ਸਭ ਹਰੇ, ਸਾਰੇ ਸਿੱਧਾਂ ਦੀ ਜਿਹੜੀ ਦੁਬਿਧਾ ਸੀ ਨਾ, ਡਾਊਟ ਸੀਗਾ, ਉਹ ਦੂਰ ਕਰਤਾ। ਪਦ ਪੰਕਜ ਪਰ ਬੰਧਨ ਕਰਹੀ, ਪਦ ਪੰਕਜ ਸਤਿਗੁਰਾਂ ਦੇ ਚਰਨਾਂ ਤੇ ਸਾਰੇ ਸਿੱਧਾਂ ਨੇ ਮੱਥਾ ਟੇਕਿਆ। ਉਸਤਤ ਉਚਰ ਹਰਖ ਉਰ ਧਰਹੀ, ਤੇ ਬੜਾ ਮਨ ਚ ਖੁਸ਼ੀ ਧਾਰਨ ਕਰਕੇ ਉਹਨਾਂ ਨੇ ਉਸਤਤ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ। ਲਖਿਓ ਕਲੀ ਮਹਿ ਭਾ ਅਵਤਾਰਾ, ਤੇ ਉਹਨਾਂ ਨੇ ਜਾਣਿਆ ਵੀ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਅਵਤਾਰ ਹਨ ਪਰਮਾਤਮਾ ਦੇ। ਧਰਨ ਕੀਨ ਤਨ ਸ੍ਰੀ ਕਰਤਾਰਾ, ਧਰਨ ਕਹਿੰਦੇ ਧਾਰਨਾ ਕੀਤਾ ਸਰੀਰ ਉਸ ਪਰਮਾਤਮਾ ਨੇ ਆਪ। ਨਾਮ ਜਪਾਏ ਪੁਮਾਨ ਉਧਾਰ ਹੈ, ਕਿਉਂਕਿ ਨਾਮ ਜਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁਰਸ਼ਾਂ ਨੂੰ ਤਾਰਨ ਵਾਸਤੇ, ਇਹ ਨਰਾਂ ਨੂੰ ਜੀਵਾਂ ਨੂੰ ਤਾਰਨ ਵਾਸਤੇ ਉਹ ਪਰਮਾਤਮਾ ਨੇ ਨਾਮ ਜਪਾਉਣ ਵਾਸਤੇ ਹੀ ਸਰੀਰ ਧਾਰਨ ਕੀਤਾ ਹੈ। ਜਹ ਤਹ ਕੀਰਤ ਧਰਮ ਬਿਥਾਰਾ, ਜਿੱਥੇ ਕਿੱਥੇ ਵੀ ਜਿਹੜੀ ਹਨ ਧਰਮ ਦੀ ਕੀਰਤੀ ਹੀ ਮਹਾਰਾਜ ਜੀ ਥਾਪਣਗੇ, ਧਰਮ ਨੂੰ ਹੀ ਉੱਚਾ ਰੱਖਣਗੇ। ਸਤਿਗੁਰੂ ਜੀ ਇਸੇ ਕਰਕੇ ਤਾਂ ਆਏ ਆ ਨਾ, ਕਲਯੁਗ 'ਚ ਧਰਮ ਖਤਮ ਹੋ ਜਾਣਾ ਸੀ, ਉਹ ਧਰਮ ਨੂੰ ਰੱਖਣ ਵਾਸਤੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ। ਹੋਤ ਸਮਾਨ ਨਾ ਜਾਂ ਕੇ ਕੋ, ਇਸ ਕਰਕੇ ਗੁਰੂ ਨਾਨਕ ਵਰਗਾ ਕੋਈ ਵੱਡਾ ਨਹੀਂ, ਕਿਉਂਕਿ ਅੱਜ ਤੱਕ ਜਿਹੜਾ ਵੀ ਆਇਆ ਉਹਨੇ ਆਪਣਾ ਫਿਰਕਾ
ਆਪਣਾ ਗਰੁੱਪ, ਆਪਣਾ ਜਿਹੜਾ ਹਨ ਧਰਮ ਅੱਡ ਬਣਾ ਲਿਆ। ਲੋਕਾਂ ਦੇ ਵਿੱਚ ਡਿਵੀਜ਼ਨ ਜ਼ਰੂਰ ਪਾ ਦਿੱਤੇ, ਦੁਨੀਆ ਨੂੰ ਇੱਕ ਦੂਜੇ ਤੋਂ ਪਾੜਤਾ, ਦੁਨੀਆ ਨੂੰ ਦੂਜੇ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉੱਚਾ ਦਿਖਾਇਆ। ਇੱਕੋ ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਹੋਤ ਸਮਾਨ। ਕਹਿੰਦੇ ਇਹਦੇ ਵਰਗਾ ਤਾਂ ਹੀ ਨਹੀਂ ਕੋਈ ਹੈਗਾ, ਕਿਉਂਕਿ ਇਹੀ ਇੱਕੋ ਇੱਕ ਹੈ ਉਹ ਪਰਮਾਤਮਾ ਜਿਹਨੇ ਸਾਰੇ ਸੰਸਾਰ ਨੂੰ ਇੱਕ ਜੈਸਾ ਉਪਦੇਸ਼ ਦਿੱਤਾ ਹੈ, ਜਿਹਨੇ ਸਾਰੇ ਹੀ ਸੰਸਾਰ ਨੂੰ ਜਿਹੜਾ ਹੈ ਆਪਣਾ ਕਰਕੇ ਮੰਨਿਆ ਹੈ। ਗਤਦਾਇਕ ਸਰਦਾ ਧਰ ਜੋ, ਇਸ ਕਰਕੇ ਗਤਦਾਇਕ ਮੁਕਤੀ ਦੇ ਦਾਤੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਪਰ ਉਹਨਾਂ ਦੇ ਮੁਕਤੀ ਦਾਤੇ ਹਨ ਜਿਹੜੇ ਮਹਾਰਾਜ ਤੇ ਸ਼ਰਧਾ ਧਰਦੇ ਹਨ। ਬਿਨ ਪ੍ਰਭ ਹਮੈ ਨਾ ਜੀਤ ਸਕਾਏ, ਇਸ ਕਰਕੇ ਬਿਨਾ ਪ੍ਰਭ ਸਿੱਧ ਕਹਿੰਦੇ ਹਨ ਕਿ ਸਤ ਜਿਹੜਾ ਪਰਮੇਸ਼ਰ ਤੋਂ ਬਗੈਰ ਸਾਨੂੰ ਕੋਈ ਨਹੀਂ ਹਰਾ ਸਕਦਾ ਸੀ, ਤੇ ਸੱਚਮੁੱਚ ਗੁਰੂ ਨਾਨਕ ਪਰਮੇਸ਼ਰ ਹੈ। ਹੁਣ ਇੱਥੇ ਇਹਨਾਂ ਨੇ ਪ੍ਰੂਫ ਦਿੱਤਾ ਸਿੱਧਾਂ ਨੇ ਕਿ ਗੁਰੂ ਨਾਨਕ ਕਿਉਂ ਪਰਮਾਤਮਾ ਹੈ। ਕਹਿੰਦੇ ਕਿਉਂਕਿ ਸਾਨੂੰ ਕੋਈ ਨਹੀਂ ਦੁਨੀਆ ਤੇ ਹਰਾ ਸਕਦਾ, ਕੋਈ ਵੀ ਐਸਾ ਨਹੀਂ ਜਿਹੜਾ ਸਾਨੂੰ ਹਰਾ ਦੇਵੇ ਬਿਨਾ ਪਰਮਾਤਮਾ ਤੋਂ। ਜੇ ਗੁਰੂ ਨਾਨਕ ਨੇ ਸਾਨੂੰ ਹਟਾਇਆ ਤਾਂ ਜਿਹੜਾ ਹਨ ਕਹਿੰਦੇ ਅਸੀਂ ਕਨਫਰਮ ਕਰਦੇ ਹਾਂ ਇਹੀ ਪਰਮਾਤਮਾ ਹੈ, ਇਹੀ ਪਰਮਾਤਮਾ ਹੈ, ਇਹਨਾਂ ਤੋਂ ਬਗੈਰ ਨਹੀਂ ਸਾਨੂੰ ਕੋਈ ਹਿਲਾ ਸਕਦਾ ਸੀ, ਹਰਾ ਸਕਦਾ ਸੀ। ਜਾਂ ਤੇ ਸਤ ਜਾਣਿਓ ਜਗ ਰਾਈ, ਇਸ ਕਰਕੇ ਇਹ ਜਗਤ ਦੇ ਰਾਈ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਦੋਹਰਾ ਇਸ ਬਿਦ ਧਰੀ ਪ੍ਰਤੀਤ ਔਰ ਕਰ ਬੰਧਨ ਜਗ ਤੇਸ, ਇਸ ਪ੍ਰਕਾਰ ਦੀ ਉਹਨਾਂ ਨੇ ਭਰੋਸਾ ਰੱਖਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ, ਤੇ ਕਰ ਬੰਧਨਾ ਕੀਤੀ ਉਹ ਜਗਤ ਦੇ ਮਾਲਕ ਨੂੰ, ਗੁਰੂ ਨਾਨਕ ਜੀ ਨੂੰ। ਵਿਦਾ ਸਿੱਧ ਹੋਏ ਸਰਬ ਕਹਿ ਆਦੇਸ਼ ਅਦੇਸ਼, ਤੇ ਵਿਦਾ ਹੋਏ ਉਹ ਸਿੱਧ ਤੇ ਆਦੇਸ਼ ਕਹਿ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਚੌਪੇ ਸਭ ਚਰਚਾ ਜੇ ਵਰਣਨ ਕਰਹੁ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਸਾਰੀ ਹੀ ਕਥਾ ਵਰਣਨ ਕਰਾਂ, ਇੱਥੇ ਜੋ ਮਹਾਰਾਜ ਦਾ ਡਾਇਲੌਗ ਹੋਇਆ, ਜੋ ਉੱਤਰ ਪ੍ਰਸ਼ਨ ਹੋਏ ਸਿੱਧਾਂ ਦੇ, ਜਿਵੇਂ ਇੱਥੇ ਕਹਾਂ ਤਾਂ ਗ੍ਰੰਥ ਵੱਡਣ ਤੇ ਔਰ ਮਹਿ ਡਰ ਹਾਂ, ਤੇ ਫਿਰ ਇਹ ਗ੍ਰੰਥ ਬਹੁਤਾ ਵੱਧ ਜਾਏਗਾ, ਇਸ ਦਾ ਆਕਾਰ ਬਹੁਤ ਵੋਲੂਮਨਸ ਹੋ ਜਾਏਗਾ। ਔਰ ਨਾ ਪਾਰ ਸੋ ਪਾਇਓ ਜਾਏ, ਬਹੁਰ ਨਾ ਪਾਰ ਕਹਿੰਦੇ ਫੇਰ ਵੀ ਮੇਰੇ ਤੋਂ ਪਾਰ ਨਹੀਂ ਪਾਇਆ ਜਾਣਾ, ਕਿਉਂਕਿ ਮਹਾਰਾਜ ਦੇ ਬਚਨ ਜਿਹੜੇ ਹਨ ਉਹ ਬਹੁਤ ਹੀ ਪਰੇ ਤੋਂ ਪਰੇ ਹਨ। ਫੇਰ ਵੀ ਮੇਰੇ ਤੋਂ ਪੂਰੇ ਨਹੀਂ ਕਹੀ ਜਾਣੇ ਸੀ, ਜੇ ਮੈਂ ਪੂਰੇ ਕਹਿ ਵੀ ਦਿੰਦਾ, ਸਾਰੇ ਮੈਂ ਲਿਖ ਵੀ ਦਿੰਦਾ, ਫੇਰ ਵੀ ਮੇਰੇ ਤੋਂ ਪੂਰੇ ਨਹੀਂ ਹੋਣੇ ਸੀ। ਸ੍ਰੀ ਗੁਰ ਜੇਤਕ ਚਰਚਾ ਗਾਈ, ਦੇਖੋ ਜਿਤਨੇ ਕੁ ਸਤਿਗੁਰਾਂ ਦੀ ਚਰਚਾ ਦੀ ਗੱਲ ਇੱਥੇ ਕੀਤੀ ਹੈ, ਮੇਲਾ ਵਿਚਰਨ ਲਗਿਓ ਬਹੋਰੀ, ਤੇ ਉਸ ਵੇਲੇ ਉਹ ਸਾਰੀ ਹੀ ਚਰਚਾ ਜਿਹੜੀ ਕਹਿੰਦੇ ਸਾਰੀ ਨਹੀਂ ਦੱਸੀ, ਪਰ ਜ਼ਰੂਰੀ ਗੱਲਾਂ ਦੱਸ ਦਿੱਤੀਆਂ ਹਨ। ਸੋ ਇਸ ਪ੍ਰਕਾਰ ਕਰਕੇ ਸ਼ਿਵਰਾਤਰੀ ਦਾ ਮੇਲਾ ਜਿਹੜਾ ਸੀ ਅਟਲ ਬਟਾਲੇ, ਇਹ ਜਿਹੜਾ ਹਨ ਵਿਛੜਨ ਲੱਗਿਆ, ਲੋਕ ਵਾਪਸ ਘਰ ਨੂੰ ਮੁੜਨ ਲੱਗੇ। ਗਮਨੇ ਮਾਨਵ ਨਿਜ ਨਿਜ ਠੌਰੀ, ਮਾਨਵ ਜਿਹੜੇ ਲੋਕ ਸਨ ਆਪਣੋ ਆਪਣੇ ਥਾਵਾਂ ਨੂੰ ਵਾਪਸ ਮੁੜਨ ਲੱਗੇ। ਬਾਡੀ ਬਾਲਕ ਪਗਲ ਪਟਾਇਓ, ਕਹਿੰਦੇ ਉਹ ਤਰਖਾਣ ਦਾ ਜਿਹੜਾ ਬੱਚਾ ਸੀਗਾ ਭਾਈ ਸੰਗਤਿਆ ਜੀ, ਉਸ ਵੇਲੇ ਉਸਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ। ਆਰਨ ਸੁਤ ਕਰ ਪ੍ਰਭ ਸਿਰ ਲਾਇਓ, ਮਹਾਰਾਜ ਦੇ ਜਿਹੜੇ ਹਨ ਹੱਥ ਕਮਲ ਜਿਹੜੇ ਹਨ, ਸਤਿਗੁਰਾਂ ਜੀ ਨੇ ਉਸ ਬੇਟੇ ਜਿਹੜਾ ਸੀਗਾ ਨਾ ਭਾਈ ਸੰਗਤਿਆ, ਉਹਨੂੰ ਬੇਟੇ ਦਾ ਜਿਹੜਾ ਹੈ ਮਹਾਰਾਜ ਨੇ ਮਾਣ ਦਿੱਤਾ, ਤੇ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਉਹਦੇ ਸੀਸ ਨੂੰ ਹੱਥ ਲਾਇਆ। ਮਿਲ ਜੋ ਤੁਮ ਗਤ ਪਾਵ ਹੈ ਕਹਿ ਮੁਖ, ਮਹਾਰਾਜ ਨੇ ਦੇਖੋ ਕਿੱਡਾ ਵੱਡਾ ਵਰ ਦਿੱਤਾ ਭਾਈ ਸੰਗਤਿਆ ਨੂੰ, ਕਹਿੰਦੇ ਜੋ ਵੀ ਤੈਨੂੰ ਮਿਲੇਗਾ ਨਾ ਸੰਗਤਿਆ, ਉਹਦੀ ਵੀ ਮੁਕਤੀ ਹੋ ਜਾਏਗੀ, ਜੋ ਤੇਰੇ ਦਰਸ਼ਨ ਕਰੂਗਾ ਬਸ ਉਹਦੀ ਵੀ ਮੁਕਤੀ ਹੋਈ ਹੈ। ਸਤਨਾਮ ਤੁਮ ਕਹੋ ਸਭ ਮੈਂ ਲਖ, ਇਸ ਕਰਕੇ ਤੂੰ ਸਤਨਾਮ ਦਾ ਹੀ ਜਾਪ ਕਰ। ਭਾਈ ਸੰਗਤਿਆ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਸਤਨਾਮ ਦਾ ਤੂੰ ਉਪਦੇਸ਼ ਕਰੀ, ਕਿ ਸਭ ਮੈਂ ਲਖ, ਉਹੀ ਪਰਮਾਤਮਾ ਨੂੰ ਸਾਰਿਆਂ ਵਿੱਚ ਤੂੰ ਦੇਖੇਗਾ। ਬਰਮ ਦਿਵ ਦ੍ਰਿਸ਼ਟੀ ਸਤਿਗੁਰਾਂ ਨੇ ਬਖਸ਼ ਦਿੱਤੀ। ਦੋਹਰਾ ਬਸਹੋ ਤਾਤ ਨਿਜ ਤਾਤ ਨੀ, ਪਾਸ ਜਾਏ ਤੁਮ ਤਾਤ। ਸੋ ਉਸ ਵੇਲੇ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਸੰਗਤਿਆ, ਕਿਉਂਕਿ ਉਹਨੇ ਤਾਂ ਪੇਟਾ ਕਰਤਾ ਸੀ ਨਾ ਉਹ ਤਰਖਾਣ ਨੇ, ਮਹਾਰਾਜ ਕਹਿੰਦੇ ਉਸ ਭਾਈ ਸੰਗਤਿਆ ਜੀ ਨੂੰ, ਕਹਿੰਦੇ ਤੂੰ ਜਾ ਆਪਣੇ ਮਾਤਾ ਪਿਤਾ ਦੇ ਕੋਲ, ਤੂੰ ਉਹਨਾਂ ਕੋਲ ਹੀ ਰਹਿ, ਉਹਨਾਂ ਦਾ ਬੇਟਾ ਬਣ ਕੇ। ਬਹੁ ਨਰਕੋ ਭਵ ਤਾਰ ਹੋ, ਪੁਨਗਤ ਹੋਇ ਬਖਿਆਤ। ਤੇ ਫੇਰ ਕਹਿੰਦੇ ਤੂੰ ਬਹੁਤ ਲੋਕਾਂ ਨੂੰ ਤਾਰੇਂਗਾ ਇਸ ਸੰਸਾਰ ਵਿੱਚ ਉਪਦੇਸ਼ ਦੇ ਕੇ, ਕਹਿਣਗੇ ਫਿਰ ਤੇਰੀ ਵੀ ਜਿਹੜੀ ਗਤੀ, ਤੇਰੀ ਵੀ ਮੁਕਤੀ ਹੋਵੇਗੀ। ਚੌਪੇ ਮਾਨ ਬਚਨ ਸ੍ਰੀ ਜਗਤੇਸ਼ਵਰ ਕੋ, ਸੋ ਮਾਨ ਬਚਨ ਭਾਈ ਸੰਗਤਿਆ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨੇ। ਗਦ ਗਦ ਹੋਇ ਤੁਰ ਪਾ ਨਿਜ ਘਰ ਕੋ, ਗਦ ਗਦ ਹੋ ਕੇ ਬੜੀ ਖੁਸ਼ੀ ਦੇ ਵਿੱਚ, ਆਨੰਦ ਦੇ ਵਿੱਚ ਮਨ ਲੀਨ ਹੋ ਗਿਆ ਭਾਈ ਸੰਗਤਿਆ ਦਾ, ਤੇ ਆਪਣੇ ਘਰ ਨੂੰ ਤੁਰ ਪਿਆ। ਚੇਤਕ ਸੇਵਕ ਸੰਗ ਸਿਧਾਰੇ, ਕੁਝ ਕੁ ਸੇਵਕ ਸਤਿਗੁਰਾਂ ਦੇ ਨਾਲ ਹਨ ਉਸ ਵੇਲੇ। ਜਗ ਗੁਰ ਪ੍ਰਵੇਸੇ ਪੁਰ ਕਰਤਾਰੇ, ਮਹਾਰਾਜ ਜੋ ਕਰਤਾਰਪੁਰ ਪਹੁੰਚੇ ਆ ਕੇ ਵਾਪਸ। ਕਿਤਕ ਕਾਲ ਪ੍ਰਭ ਦੀਨ ਦਿਆਲਾ, ਕੁਝ ਕੁ ਸਮੇਂ ਤੱਕ ਦੀਨ ਜਿਹੜੇ ਹਨ ਗਰੀਬਾਂ ਦੇ ਦਇਆ ਦੇ ਘਰ ਸਤਿਗੁਰੂ ਜੀ ਰਹੇ ਤਹਾਂ ਬੈਠੇ ਧਰਮਸ਼ਾਲਾ, ਮਹਾਰਾਜ ਬੈਠੇ ਰਹੇ ਧਰਮਸਾਲ ਦੇ ਵਿੱਚ ਕੁਝ ਸਮੇਂ ਵਾਸਤੇ। ਹੋਤ ਕੀਰਤਨ ਨਿਸ ਦਿਨ ਪਾਸੂ, ਕਰਤਾਰਪੁਰ ਵਿੱਚ ਹੋਤ ਕੀਰਤਨ, ਹਮੇਸ਼ਾ ਕੀਰਤਨ
ਕੀਰਤਨ ਹੁੰਦਾ ਹੈ ਨਿਸ ਦਿਨ ਰਾਤ ਦਿਨ। ਸਹਿ ਸੰਗਤ ਕਰ ਅਰਦਾਸੂ, ਉੱਥੇ ਸਤਿਗੁਰੂ ਜੀ ਦੇ ਦਰਸ਼ਨ ਕਰਦੀ ਹੈ ਸੰਗਤ, ਆ ਕਰਕੇ ਤੇ ਅਰਦਾਸਾਂ ਕਰਦੇ ਹਨ। ਧਾਰ ਕਾਮਨਾ ਜੋ ਉਰ ਆਵਹਿ, ਜੋ ਵੀ ਮਨ ਵਿੱਚ ਜਿਹੜੇ ਹਨ ਕਾਮਨਾ ਕਰਕੇ ਕੋਈ ਆਉਂਦਾ ਹੈ ਸਤਿਗੁਰਾਂ ਦੇ ਚਰਨਾਂ ਤੇ, ਦਰਸ਼ਨ ਕਰਤੇ ਹੋ ਸੇ ਸਭ ਪਾਵਹਿ। ਤੇ ਉਹ ਦਰਸ਼ਨ ਕਰਦਿਆਂ ਮਾਤਰ ਹੀ ਸਾਰੀਆਂ ਹੀ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਰਾਮ ਨਗਰ ਸਗਰੇ ਪੁਰ ਮਾਹੀ, ਜਿੰਨੇ ਵੀ ਉੱਥੇ ਪਿੰਡ ਹਨ ਤੇ ਨਗਰ ਹਨ ਸਾਰੇ ਆਲੇ ਦੁਆਲੇ, ਲੈ ਸ੍ਰੀ ਨਾਨਕ ਨਾਮ ਸਰਾਹੀ। ਸਾਰੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰਕੇ ਮਹਾਰਾਜ ਦੀ ਵਡਿਆਈ ਕਰਦੇ ਹਨ। ਸੁਣ ਕਰ ਮਾਲੋ ਸੇਖ ਪ੍ਰਸ਼ੰਸਾ, ਇੱਕ ਜਿਹੜੀ ਹੈ ਇੱਕ ਗੁਰਸਿੱਖ ਸੀਗਾ ਜਿਹਦਾ ਨਾਂ ਸੀ ਮਾਲੋ ਸ਼ੇਖ, ਜਿਹੜਾ ਇੱਕ ਮੁਸਲਮਾਨ ਸੀਗਾ। ਸੋ ਇਹ ਵੀ ਜਿਹੜਾ ਹੈ ਜਦੋਂ ਇਹਨੇ ਮਹਾਰਾਜ ਦੀ ਪ੍ਰਸ਼ੰਸਾ ਵਡਿਆਈ ਸੁਣੀ, ਗਇਓ ਨਿਕਟ ਬੇਦਨ ਅਵਤੰਸਾ, ਮਹਾਰਾਜ ਦੇ ਕੋਲ ਚਲਿਆ ਗਿਆ ਜੋ ਬੇਦੀ ਕੁਲ ਦੇ ਮਹਾਰਾਜ ਜੀ ਭੂਖਣ ਸ਼ਿੰਗਾਰ ਹਨ ਸਤਿਗੁਰੂ ਜੀ। ਕਰ ਸਲਾਮ ਬੈਸਿਓ ਤਬ ਪਾਸੂ, ਜਿਹੜਾ ਹਨ ਸਤਿਗੁਰਾਂ ਦੇ ਕੋਲ ਸਲਾਮ ਕਹਿ ਕੇ ਜਿਹੜਾ ਹੈ, ਕਿਉਂਕਿ ਮੁਸਲਮਾਨ ਸੀ ਨੇ ਸਲਾਮ ਕਿਹਾ ਤੇ ਮਹਾਰਾਜ ਦੇ ਕੋਲ ਬੈਠ ਗਿਆ। ਪੂਜਨ ਲਾਗਿਓ ਮਤ ਸਰ ਜਾਸੂ, ਤੇ ਉਹ ਜਿਹੜਾ ਹਨ ਈਰਖਾ ਜਿਹੜੀ ਸੀਗੀ ਉਹਦੇ ਵਿੱਚ ਸੀ, ਕਿਉਂਕਿ ਆਮ ਕਰਕੇ ਇਹਨਾਂ ਨੂੰ ਪੜ੍ਹਾਈਓ ਇਹੀ ਕੀਤੀ ਜਾਂਦੀ ਵੀ ਅਸੀਂ ਵੱਡੇ ਹਾਂ ਦੂਜਿਆਂ ਦੇ ਮਤ ਛੋਟੇ ਹਨ। ਸੋ ਸਤਿਗੁਰਾਂ ਜੀ ਨੂੰ ਇਹੀ ਈਰਖਾ ਦਾ ਇੱਕ ਜਿਹੜਾ ਹੈ ਇਹਨੇ ਸਵਾਲ ਕੀਤਾ, ਹਿੰਦੂ ਵੱਡੇ ਕੇ ਤੁਰਕ ਬਤਾਵੋ। ਸੋ ਇਹ ਕਹਿੰਦਾ ਪਾਤਸ਼ਾਹ ਜੀ ਦੱਸੋ ਤਾਂ ਸਹੀ, ਹਿੰਦੂ ਵੱਡਾ ਕਿ ਤੁਰਕ ਦਾ ਧਰਮ ਵੱਡਾ ਹੈ? ਕਿਹਦਾ ਧਰਮ ਵੱਡਾ ਹੈ? ਉੱਤਮ ਕਹਿ ਤੋ ਮਤ ਸੁਣਾਵੋ, ਕਹਿਣਗੇ ਉੱਤਮ ਕਹਿ ਕੋ ਮਤ, ਜਿਹਦਾ ਧਰਮ ਉੱਚਾ ਹੈ ਉਹ ਦੱਸੋ ਜੀ, ਹਿੰਦੂ ਦਾ ਮਤ ਉੱਚਾ ਹੈ ਜਾਂ ਮੁਸਲਮਾਨ ਦਾ ਵੱਡਾ, ਇਹ ਸੁਣਾਓ ਸਾਨੂੰ। ਸ਼ੁਭ ਗਤ ਕੈਸੇ ਪ੍ਰਾਪਤ ਹੋਏ, ਫਿਰ ਇਹ ਦੱਸੋ ਕਿ ਸ਼ੁਭ ਗਤੀ ਕਿਵੇਂ ਪ੍ਰਾਪਤ ਹੋਵੇ, ਮੁਕਤੀ ਕਿਵੇਂ ਪ੍ਰਾਪਤ ਹੋਵੇ। ਤੁਮਰੀ ਉਸਤਤ ਕਹਿ ਸਭ ਕੋਏ, ਕਹਿਣਗੇ ਤੁਹਾਡੀ ਉਸਤਤ ਹਰ ਕੋਈ ਕਹਿੰਦਾ ਹੈ, ਇਸ ਕਰਕੇ ਮੈਂ ਤੁਹਾਡੇ ਕੋਲ ਆ ਕੇ ਪੁੱਛਿਆ ਹੈ। ਸੁਣ ਕੇ ਸ੍ਰੀ ਗੁਰ ਬਚਨ ਬਖਾਨੇ, ਇਹ ਸੁਣ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਇਸ ਵਿਦ ਬੁੱਝ ਹੈ ਜੇ ਅਣਜਾਣੇ। ਕਹਿਣਗੇ ਇਸ ਵਿਦ ਬੁੱਝ ਹੈ, ਕਹਿਣਗੇ ਇਸ ਤਰ੍ਹਾਂ ਤੋਂ ਬੁੱਝ ਰਿਹਾ ਹਾਂ ਜਿਵੇਂ ਕੋਈ ਅਣਜਾਣ ਹੁੰਦਾ ਹੈ। ਕਹਿੰਦਾ ਇਹ ਅਣਜਾਣੇ ਪੁਣੇ ਦੇ ਜਿਹੜੇ ਹਨ ਤੇਰੇ ਸਵਾਲ ਨੇ, ਜੇ ਲੱਗਦਾ ਹੈ ਤੂੰ ਅੱਜ ਤੱਕ ਧਰਮ ਨੂੰ ਹੀ ਨਹੀਂ ਸਮਝਿਆ, ਔਰ ਮਹਿ ਭਰਮ ਸੁਮਤ ਨਹਿ ਪਾਈ। ਤੇ ਕਹਿੰਦੇ ਤੇਰੇ ਹਿਰਦੇ ਦੇ ਵਿੱਚ ਜਿਹੜਾ ਹੈ ਭਰਮ ਹੈ, ਇਲੂਸ਼ਨਰੀ ਤੇਰੀ ਜਿਹੜੀ ਹੈ ਮਤ ਹੈ, ਤੂੰ ਸੁਮਤ ਸ੍ਰਿਸ਼ਟ ਮਤ ਨੂੰ ਕਿਤੇ ਪਾਇਆ ਹੀ ਨਹੀਂ, ਤੈਨੂੰ ਕਿਤੇ ਕਿਸੇ ਨੇ ਮਤ ਹੀ ਨਹੀਂ ਦਿੱਤੀ। ਦੁਇ ਪੱਖ ਹਿੰਦੂ ਤੁਰਕ ਦ੍ਰਿੜਾਈ, ਕਹਿਣਗੇ ਦੁਇ ਪੱਖ, ਤੂੰ ਹੁਣ ਤੱਕ ਇੱਥੇ ਫਸਿਆ ਰਿਹਾ ਕਿ ਦੋ ਪੱਖ ਹਨ, ਇੱਕ ਹਿੰਦੂ ਹੁੰਦੇ ਨੇ ਇੱਕ ਮੁਸਲਮਾਨ ਹੁੰਦੇ ਨੇ, ਤੇਰਾ ਬਸ ਇਹੀ ਤੂੰ ਦ੍ਰਿੜ ਕੀਤਾ, ਇਹੀ ਤੇਰਾ ਗਿਆਨ ਹੈ, ਇਹੀ ਕੁਝ ਸਿੱਖਿਆ ਹੁਣ ਤੱਕ ਵੀ ਹਿੰਦੂ ਕੀ ਹੈ ਮੁਸਲਮਾਨ ਕੀ ਹੈ, ਮੁਸਲਮਾਨ ਵੱਡਾ ਹਿੰਦੂ ਛੋਟਾ, ਬਸ ਇਹੀ ਗੱਲਾਂ ਸਿੱਖਿਆ। ਹਾਂ, ਤਤ ਵਸਤ ਕੋ ਜਾਣ ਹੈ ਨਾਹੀ, ਤਤ ਵਸਤੂ ਜਿਹੜਾ ਪਰਮਾਤਮਾ ਹੈ ਉਹਨੂੰ ਤੂੰ ਜਾਣਿਆ ਨਹੀਂ। ਹਿੰਦੂ ਧਰਮ ਬਣਿਆ ਕਿਉਂ? ਪਰਮਾਤਮਾ ਦੀ ਪਛਾਣ ਵਾਸਤੇ। ਜਿਹੜਾ ਤੁਰਕ ਧਰਮ ਕਿਉਂ ਬਣਿਆ ਹੈ? ਪਰਮਾਤਮਾ ਅੱਲਾ ਖੁਦਾ ਦੀ ਪ੍ਰਾਪਤੀ ਵਾਸਤੇ। ਕਹਿੰਦੇ ਜੇ ਤੂੰ ਪਰਮਾਤਮਾ ਨੂੰ ਨਹੀਂ ਸਮਝਿਆ ਤੂੰ ਇਹ ਕੀ ਗੱਲਾਂ 'ਚ ਫਸਿਆ ਬੈਠਾ ਹਾਂ। ਹਾਂਜੀ, ਤੈਨੂੰ ਪਤਾ ਹੀ ਨਹੀਂ ਤੂੰ ਕਿੱਥੇ ਜਾਣਾ ਹੈ, ਤੂੰ ਕੀ ਪ੍ਰਾਪਤ ਕਰਨਾ ਹੈ, ਤੂੰ ਝਗੜਿਆਂ ਵਿੱਚ ਫਸਿਆ ਹੋਇਆ ਹੈ। ਝਗੜੇ ਬੰਦੈ ਦਾਵੇ ਮਾਹੀ, ਦੇਖੋ ਤੂੰ ਝਗੜੇ ਕਰਦਾ ਫਿਰਦਾ ਹੋਊਗਾ ਲੋਕਾਂ ਦੇ ਨਾਲ, ਕਿਸੇ ਨੂੰ ਹਿੰਦੂ ਕਹਿ ਕੇ ਕਹਿੰਦਾ ਵੀ ਤੂੰ ਛੋਟਾ ਹੈ ਜੀ, ਮੁਸਲਮਾਨ ਵੱਡੇ ਨੇ। ਹਾਂਜੀ, ਸੋ ਇਸ ਪ੍ਰਕਾਰ ਕਰਕੇ ਤੂੰ ਦਾਅਵੇ ਬਣਦਾ ਫਿਰਦਾ, ਡਿਮਾਂਡ ਆਪਣੇ ਕਰਦਾ ਫਿਰਦਾ ਹਾਂ ਸਾਰੇ ਪਾਸੇ। ਕੋ ਗਤ ਨਹਿ ਪ੍ਰਾਪਤ ਹੋਏ, ਇਸ ਕਰਕੇ ਤੇਰੀ ਗਤੀ ਨਹੀਂ ਹੋਣੀ। ਤੂੰ ਗਤੀ ਦੀ ਗੱਲ ਕਰਦਾ ਹੈ, ਤੇਰੀ ਤੇ ਨਾ ਮੁਕਤੀ ਹੋਣੀ। ਤੂੰ ਤਾਂ ਫਸਿਆ ਹੋਇਆ ਝਗੜਿਆਂ ਦੇ ਵਿੱਚ। ਜਮ ਕੋ ਡੰਡ ਸਹਿ ਨਿਤ ਸੋਏ, ਤੇ ਮਰਨ ਲੱਗਿਆ ਤੈਨੂੰ ਡੰਡ ਪੈਣਾ ਹੈ ਜਮਦੂਤਾਂ ਦਾ, ਉਹਨਾਂ ਨੇ ਕਿ ਡੰਡੇ ਮਾਰਨੇ ਤੇ ਸਿਰ ਵਿੱਚ, ਫੇਰ ਤੈਨੂੰ ਪਤਾ ਲੱਗੂ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ। ਸੁਨਤ ਗਇਓ ਜਰ ਮਾਲੋ ਸੇਖਾ, ਕਹਿਣ ਲੱਗੇ ਜਦੋਂ ਇਹ ਮਹਾਰਾਜ ਦੇ ਸਿੱਧੇ ਜਿਹੜੇ ਹਨ ਸ਼ਬਦ ਉਹਨੇ ਸੁਣੇ ਤੇ ਉਹ ਜਰ ਬਲ ਗਿਆ ਜੀ, ਸੜ ਗਿਆ ਅੰਦਰੋਂ। ਕਹਿੰਦਾ ਲੈ ਇਹ ਕੀ ਕਿਹਾ ਮੈਨੂੰ ਹੁਣ। ਹਾਂਜੀ, ਕਿਉਂਕਿ ਹਰ ਕੋਈ ਵੱਡਾ ਬਣਿਆ ਫਿਰਦਾ ਨਾ, ਹਰ ਕੋਈ ਕਹਿੰਦਾ ਮੈਂ ਹੀ ਰੱਬ ਹਾਂ। ਅੱਜ ਕੱਲ ਕਿਸੇ ਨੂੰ ਵੀ ਪੁੱਛ ਲਓ ਸੜਕ ਤੇ ਜਾਂਦੇ ਨੂੰ ਕਹਿੰਦਾ ਮੈਂ ਹੀ ਰੱਬ ਹਾਂ। ਹਾਂਜੀ, ਮੇਰੇ ਤੋਂ ਵੱਡਾ ਕੌਣ ਹੋਇਆ? ਜਿਹਨੇ ਇੱਕ ਜਪਜੀ ਸਾਹਿਬ ਕਰ ਲਿਆ ਪਤਾ ਨਹੀਂ ਉਹ ਰੱਬੇ ਬਣ ਜਾਂਦਾ ਹੈ। ਉਹ ਕਹਿੰਦਾ ਮੇਰੇ ਤੋਂ ਵੱਡਾ ਕੋਈ ਰਿਹਾ ਹੀ ਨਹੀਂ ਹੁਣ। ਬੋਲਿਓ ਜਿਹੇ ਕੋ ਅਨਖ ਵਿਸੇਖਾ, ਕਹਿਣ ਲੱਗੇ ਬੋਲ ਪਿਆ ਜੀ, ਉਹਨੂੰ ਬੜਾ ਅਣਖ ਹੈ, ਬੜਾ ਉਹਨੂੰ ਗੁੱਸਾ ਜਾ ਆਇਆ। ਹਾਂਜੀ, ਬੜਾ ਮਾਣ ਕੀਤਾ ਹੋਇਆ ਸੀਗਾ ਵੀ ਮੈਂ ਵੱਡਾ ਮੁਸਲਮਾਨ ਹਾਂ। ਸੋ ਇਸ ਕਰਕੇ ਜਿਹੜਾ ਹੈ ਉਹ ਅਣਖ ਗੁੱਸੇ ਵਿੱਚ ਬੋਲਿਆ। ਹਿੰਦੂ ਤੁਰਕ ਨਹੀਂ ਜੇ ਕੋਈ, ਕਹਿੰਦਾ ਜੇ ਹਿੰਦੂ ਤੇ ਤੁਰਕ ਐਸੀ ਕੋਈ ਗੱਲ ਨਹੀਂ ਹੈ ਤਾਂ ਫਿਰ ਕਿਉਂ ਖੁਦਾਏ ਸਿਰਜੇ ਇਹ ਦੋਏ। ਕਹਿਣਗੇ ਫਿਰ ਖੁਦਾ ਨੇ ਦੋ ਕਿਉਂ ਬਣਾਏ ਆ? ਹਿੰਦੂ ਬਣਾਏ ਤੇ ਮੁਸਲਮਾਨ ਕਿਉਂ ਬਣਾਏ ਫਿਰ ਅੱਡ ਅੱਡ? ਕਿਉਂ ਪਰਮਾਤਮਾ ਨੇ ਐਸਾ ਕੀਤਾ? ਇੱਕ ਖੁਦਾਏ ਇੱਕ ਸਿਮਰ ਹੈ ਰਾਮ, ਦੇਖੋ ਇੱਕ ਖੁਦਾ ਕਰਦੇ ਨੇ, ਇੱਕ ਰਾਮ ਕਰਦੇ ਹਨ। ਪ੍ਰਿਥਕ ਰਹਿਤ ਨਿਜ ਨਿਜ ਦੁਇ ਧਾਮ, ਤੇ ਕਹਿੰਦੇ ਦੋਵੇਂ ਅੱਡ ਅੱਡ ਥਾਵਾਂ ਤੇ ਰਹਿੰਦੇ ਨੇ, ਅੱਡ ਅੱਡ ਘਰਾਂ ਵਿੱਚ ਰਹਿੰਦੇ ਨੇ, ਅੱਡ ਅੱਡ ਜਿਹੜਾ ਹਨ ਥਾਵਾਂ ਤੇ ਜਾ ਕੇ ਆਪਣੀ ਪੂਜਾ ਨਮਾਜ਼ ਪੜ੍ਹਦੇ ਹਨ।
ਹਿੰਦੂ ਲੋਕ ਜਿਹੜੇ ਹਨ ਆਪਣੇ ਜਿਹੜੇ ਹਨ ਦੁਆਰਿਆਂ ਤੇ ਜਾਂਦੇ ਨੇ, ਹਾਂਜੀ ਆਪਣੇ ਮੰਦਰਾਂ ਵਿੱਚ ਜਾਂਦੇ ਨੇ। ਜਿਹੜੇ ਮੁਸਲਮਾਨ ਜਿਹੜਾ ਹਨ ਮਸੀਤਾਂ ਵਿੱਚ ਜਾਂਦੇ ਹਨ। ਪশ্ਚਮ ਮੁਖ ਇੱਕ ਪ੍ਰਾਚੀ ਕਰਹੀ। ਦੇਖੋ ਇੱਕ ਵੈਸਟ ਵੱਲ ਮੂੰਹ ਕਰਕੇ ਆਪਣਾ ਜਿਹੜਾ ਹੈ ਕਰਦਾ ਹੈ, ਇੱਕ ਈਸਟ ਵੱਲ ਮੂੰਹ ਕਰਕੇ ਕਰਦਾ ਹੈ। ਨਿਜ ਮਤ ਦੋ ਭਲੋ ਉਚਰਹੀ। ਕਹਿਣ ਲੱਗੇ ਨਿਜ ਮਤ ਦੋ ਭਲੋ ਉਚਰਹੀ। ਕਹਿਣ ਲੱਗੇ ਦੋਵੇਂ ਆਪਣੇ ਆਪਣੇ ਮਤ ਨੂੰ ਚੰਗਾ ਹੀ ਕਹਿੰਦੇ ਹਨ, ਕੋਈ ਵੀ ਆਪਣੇ ਆਪ ਨੂੰ ਮਾੜਾ ਨਹੀਂ ਕਹਿੰਦਾ। ਹਿੰਦੂ ਕਹਿੰਦਾ ਮੈਂ ਚੰਗਾ ਹੈ, ਮੁਸਲਮਾਨ ਕਹਿੰਦਾ ਮੈਂ ਚੰਗਾ ਹੈ। ਹਿੰਦੂ ਕਹਿੰਦਾ ਮੇਰਾ ਧਰਮ ਵੱਡਾ ਹੈ, ਮੁਸਲਮਾਨ ਕਹਿੰਦਾ ਮੇਰਾ ਧਰਮ ਵੱਡਾ ਹੈ। ਸ੍ਰੀ ਨਾਨਕ ਪੁਨ ਬੈਨ ਬਖਾਨੇ। ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਬਚਨ ਕੀਤੇ। ਉੱਤਮ ਭਗਤ ਕਬੀਰ ਮਹਾਨੇ। ਕਹਿਣ ਲੱਗੇ ਦੇਖੋ ਉੱਤਮ ਜਿਹੜੀ ਹੈ ਸਭ ਤੋਂ ਵੱਡਾ ਕੀ ਹੈ? ਭਗਤੀ ਹੈ। ਭਗਤੀ ਜਿਹੜੀ ਸਭ ਤੋਂ ਉੱਚੀ ਹੈ, ਭਗਤੀ ਤੋਂ ਵੱਡੀ ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਉੱਤਮ ਭਗਤ ਕਬੀਰ ਮਹਾਨੇ। ਕਬੀਰ ਮੀਨਸ ਪਰਮਾਤਮਾ। ਪਰਮਾਤਮਾ ਜੋ ਵੱਡਾ ਹੈ ਉਸ ਦੀ ਭਗਤੀ ਹੀ ਸਭ ਤੋਂ ਵੱਡੀ ਹੈ। ਇਸ ਦਾ ਦੂਜਾ ਅਰਥ ਇਹ ਬਣਦਾ ਹੈ ਉੱਤਮ ਭਗਤ ਕਬੀਰ ਮਹਾਨੇ। ਸਤਿਗੁਰੂ ਜੀ ਹੁਣ ਕਬੀਰ ਸਾਹਿਬ ਦੀ ਬਾਣੀ ਦੇ ਵਿੱਚੋਂ ਉਪਦੇਸ਼ ਦੇਣ ਲੱਗੇ ਹਨ ਤੇ ਮਹਾਰਾਜ ਨੇ ਉਸ ਵੇਲੇ ਇਹ ਕਿਹਾ ਕਿ ਦੇਖੋ ਕਬੀਰ ਸਾਹਿਬ ਜੀ ਹੋਏ ਹਨ ਭਗਤ। ਸਭ ਤੇ ਮਹਿਮਾ ਤਿਨ ਅਧਿਕਾਈ। ਕਹਿਣ ਲੱਗੇ ਦੇਖੋ ਇੱਕ ਭਗਤ ਦੀ ਜਿਹੜੀ ਮਹਿਮਾ ਹੁੰਦੀ ਹੈ ਨਾ ਉਹ ਸਭ ਤੋਂ ਵੱਡੀ ਹੁੰਦੀ ਹੈ। ਸਭ ਤੋਂ ਵੱਡੀ ਮਹਿਮਾ ਕਿਹਦੀ ਹੁੰਦੀ ਹੈ? ਭਗਤ ਦੀ ਹੁੰਦੀ ਹੈ। ਜਿਹਨੇ ਭਗਤੀ ਕੀਤੀ, ਜਿਹਨੇ ਪਰਮਾਤਮਾ ਨੂੰ ਖੁਸ਼ ਕੀਤਾ, ਪਰਮਾਤਮਾ ਨੂੰ ਪਾਇਆ, ਕਹਿੰਦੇ ਉਹਨਾਂ ਦੀ ਵੱਡੀ ਵਡਿਆਈ ਹੁੰਦੀ ਹੈ। ਰਾਮ ਕਬੀਰ ਭੇਦਨ ਹੈ ਰਾਈ। ਦੇਖੋ ਕਹਿੰਦੇ ਕਬੀਰ ਜਦੋਂ ਉਹਨੇ ਭਗਤੀ ਕੀਤੀ ਉਹਦੇ ਵਿੱਚ ਤੇ ਰਮਿਆ ਹੋਇਆ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਿਹਾ। ਇੱਕ ਜੈਸੇ ਹੋ ਗਏ, ਉਹ ਇੱਕ ਵਰਗੇ ਹੀ ਹੋ ਗਏ। ਕਿਉਂਕਿ 15 ਭਗਤਾਂ ਦੀ ਬਾਣੀ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਉੱਤਮ ਤਾਂ ਸਾਰੇ ਹੀ ਨੇ। ਆਪਾਂ ਇਹ ਥੋੜ੍ਹੋ ਕਹਿ ਸਕਦੇ ਹਾਂ ਵੀ ਸਾਰੇ ਭਗਤਾਂ ਤੋਂ ਇਹ ਉੱਤਮ ਹੈ ਤੇ ਇਹ ਥੱਲੇ ਆ। ਨਹੀਂ, ਭਗਤ ਤਾਂ ਭਗਤ ਹੀ ਆ ਨਾ। ਕਹਿੰਦੇ ਇਸ ਕਰਕੇ ਜਿਹੜਾ ਰਮਿਆ ਹੋਇਆ ਪਰਮਾਤਮਾ ਹੈ ਉਹਨੂੰ ਜਿਹੜਾ ਹਨ ਕਬੀਰ ਸਾਹਿਬ ਨੇ ਜਪਿਆ। ਤੇ ਦੂਸਰਾ ਦਾ ਅਰਥ ਇਹ ਵੀ ਬਣਦਾ ਹੈ ਕਬੀਰ ਸਾਹਿਬ ਜਿਹੜਾ ਸੀਗਾ ਉਸ ਦੀ ਜਿਹੜੀ ਅਗਲੇ ਜਿਹੜੇ ਹਨ ਮਹਾਰਾਜ ਜੀ ਉਹਨੂੰ ਸਮਝਾਉਂਦੇ ਹਨ। ਇਹ ਐਗਜ਼ਾਮਪਲ ਕਬੀਰ ਭਗਤ ਦਾ ਲੈ ਕੇ ਤਿਸਨੇ ਦੋਨੋਂ ਕੋ ਸਮਝਾਵਾ। ਦੇਖੋ ਕਹਿੰਦੇ ਕਬੀਰ ਸਾਹਿਬ ਦੀ ਜਿਹੜੀ ਬਾਣੀ ਹੈ ਉਹਨੇ ਦੋਵਾਂ ਨੂੰ ਸਮਝਾਇਆ। ਉਹਨਾਂ ਨੇ ਜਿਹੜੀ ਸਿੱਖਿਆ ਦਿੱਤੀ ਉਹਨੇ ਦੋਨਾਂ ਨੂੰ ਸਮਝਾਇਆ ਹੈ। ਹਿੰਦੂ ਨੂੰ ਵੀ ਸਮਝਾਇਆ ਤੇ ਮੁਸਲਮਾਨ ਨੂੰ ਵੀ ਸਮਝਾਇਆ। ਭਲੀ ਭਾਂਤ ਸੋ ਭਰਮ ਮਿਟਾਵਾ। ਤੇ ਭਲੀ ਭਾਂਤ ਚੰਗੀ ਤਰ੍ਹਾਂ ਉਹਨੇ ਭਰਮ ਨੂੰ ਮਿਟਾਇਆ ਆਪਣੇ ਉਪਦੇਸ਼ ਵਿੱਚ। ਜਗ ਮੈਂ ਜਨਮ ਤੁਰਕ ਘਰ ਭਇਓ। ਦੇਖੋ ਕਬੀਰ ਜੀ ਦਾ ਜਿਹੜਾ ਜਨਮ ਸੀ ਤੁਰਕਾਂ ਦੇ ਘਰ ਵਿੱਚ ਹੋਇਆ। ਉਹ ਮੁਸਲਮਾਨ ਘਰ ਦੇ ਵਿੱਚ ਉਹਨੇ ਜਨਮ ਲਿਆ। ਸੁਣ ਤੂੰ ਜਿਉ ਤਿਨ ਵਰਣਨ ਕਿਓ। ਦੇਖੋ ਹੁਣ ਉਹ ਜੇ ਤੂੰ ਆਪਣੇ ਆਪ ਨੂੰ ਤੁਰਕ ਕਹਿੰਦਾ ਨਾ ਤਾਂ ਕਬੀਰ ਸਾਹਿਬ ਦਾ ਵੀ ਜਨਮ ਤੁਰਕਾਂ ਦੇ ਘਰ ਵਿੱਚ ਹੋਇਆ। ਇਸ ਕਰਕੇ ਤੂੰ ਉਹਨਾਂ ਦਾ ਜਿਹੜਾ ਬਚਨ ਸੁਣ, ਉਹਨਾਂ ਦੀ ਬਾਣੀ ਸੁਣ ਜੋ ਉਹਨਾਂ ਨੇ ਲਿਖੀ ਹੈ। ਸੋ ਇਸ ਪ੍ਰਭਾਤੀ ਰਾਗ ਵਿੱਚ ਇਹ ਪਹਿਲਾ ਸ਼ਬਦ ਸੁਣ ਲਓ ਜਿਹੜਾ ਕਿ ਕਬੀਰ ਸਾਹਿਬ ਦਾ ਹੈ। ਅੱਗੇ ਅਰਥ ਇਹਦੇ ਵਿੱਚ ਆਉਣਗੇ। ਪ੍ਰਭਾਤੀ ਅਵਲ ਅੱਲਹ ਨੂਰ ਉਪਾਇਆ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ। ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਥਾਈ ਰਹਾਓ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ। ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਏ। ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ। ਅੱਲਹੁ ਅਲਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡੀਠਾ। ਸੋ ਇਸ ਦੇ ਅਰਥ ਜਿਹੜੇ ਹਨ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਹਨ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ। ਦੋਹਰਾ ਇੱਕ ਮਾਟੀ ਇੱਕ ਨਹਿ ਕਰੈ ਏਕ ਜੋਤ ਸਭ ਮਾਹੇ। ਦੇਖੋ ਇੱਕ ਮਾਟੀ ਇੱਕ ਮਿੱਟੀ ਦੇ ਬਣੇ ਹੋਏ ਹਨ ਸਾਰੇ। ਉਹੀ ਮਿੱਟੀ ਜੋ ਪੰਜ ਤੱਤ ਨੇ। ਸਾਰੀ ਸ੍ਰਿਸ਼ਟੀ ਪੰਜ ਤੱਤਾਂ ਦੀ ਬਣੀ ਹੋਈ ਹੈ। ਇੱਕ ਨਹਿ ਕਰੈ ਇੱਕ ਪਰਮਾਤਮਾ ਨੇ ਹੀ ਸਾਰੇ ਬਣਾਏ ਹਨ। ਸਾਰੇ ਪੰਜ ਤੱਤ ਵੀ ਰਚੇ ਹਨ। ਪੰਜਾਂ ਤੱਤਾਂ ਨੂੰ ਮਿਲਾ ਕੇ ਜੋ ਜੀਵ ਬਣਾਏ ਹਨ ਉਹਨੇ ਬਣਾਏ ਹਨ। ਏਕ ਜੋਤ ਇੱਕ ਆਤਮਾ ਸਰੂਪ ਹੋ ਕੇ ਇੱਕ ਜੋਤ ਹੋ ਕੇ ਪਰਮਾਤਮਾ ਆਪ ਹੀ ਆਪਣੀ ਕ੍ਰੀਏਸ਼ਨ ਦੇ ਵਿੱਚ ਵਸਦਾ ਹੈ। ਆਪਣੇ ਕੀਤਿਆਂ ਹੋਇਆਂ ਦੇ ਵਿੱਚ ਜਾਨ ਪਾਉਂਦਾ ਹੈ, ਲਾਈਫ ਨੂੰ ਪਾਉਂਦਾ ਹੈ। ਉਹ ਆਪੇ ਪਰਮਾਤਮਾ ਆਤਮਾ ਕਰਕੇ ਹਰ ਇੱਕ ਦੇ ਵਿੱਚ ਵਸਦਾ ਹੈ। 100 ਬਣਿਓ ਬਣਾਉਤ ਹੈ ਪਰ ਮੋਹ ਔਰ ਮਹਿ ਨਾ ਹੈ। ਇਸ ਕਰਕੇ ਇੱਕ ਜਿਹੜਾ ਹੈ ਪਰਮਾਤਮਾ ਉਹਦੇ ਹੀ ਬਣਾਏ ਹੋਏ ਆਪਾਂ ਸਾਰੇ ਹਾਂ। ਕਿਉਂ ਹੋ ਤਾਂ ਕੋਈ ਦੂਜਾ ਹੈ ਨਹੀਂ, ਬਣਾਉਤ ਹੈ। ਇੱਕ ਹੀ ਤਾਂ ਬਣਾਉਣ ਵਾਲਾ ਹੈ ਪਰਮਾਤਮਾ। ਇੱਕ ਨੇ ਹੀ ਸਭ ਕੁਝ ਬਣਾਇਆ ਹੈ। ਇਸ ਕਰਕੇ ਭਰਮ ਵਿੱਚ ਤੁਸੀਂ ਕਿਉਂ ਪੈਂਦੇ ਹੋ? ਕਿਉਂ ਇੱਕ ਦੂਜੇ ਨੂੰ ਆਪਣੇ ਆਪ ਤੋਂ ਡਿਫਰੈਂਟ ਸਮਝਦੇ ਹੋ? ਬਣਾਉਣ ਵਾਲਾ ਤਾਂ ਇੱਕੋ ਹੀ ਪਰਮਾਤਮਾ ਹੈ। ਏਕ ਓੰਕਾਰ ਖੁਦਾਏ ਸੋ ਰਾਮ ਰਹੀਮ ਨਾ ਦੋਏ। ਦੇਖੋ ਉਹਨੂੰ ਇੱਕ ਓੰਕਾਰ ਕਹਿੰਦੇ ਹਾਂ, ਉਸੇ ਨੂੰ ਹੀ ਖੁਦਾ ਕਹਿੰਦੇ ਹਾਂ। ਦੋ ਡਿਫਰੈਂਟ ਨਾਵਾਂ ਦੇ ਨਾਲ ਇੱਕ ਪਰਮਾਤਮਾ ਨੂੰ ਚੇਤੇ ਕਰਦੇ ਹਾਂ। ਉਹੀ ਰਾਮ ਹੈ, ਉਹੀ ਰਹੀਮ ਹੈ। ਕਹਿੰਦਾ ਦੋ ਤਾਂ ਹੈ ਨਹੀਂ।
ਨਾਂ ਰੱਖਣ ਕਰਕੇ ਥੋੜੋ ਇੱਕ ਦੋ ਹੋ ਜਾਂਦਾ ਹੈ। ਜਿਵੇਂ ਇੱਕ ਬੱਚੇ ਦਾ ਨਾਮ ਜਿਹੜਾ ਹੈ ਉਹਦਾ ਰਜਿਸਟਰਡ ਨੇਮ ਹੋਰ ਹੁੰਦਾ ਹੈ, ਉਹਦਾ ਜਿਹੜਾ ਘਰ ਦਾ ਨਾਮ ਹੋਰ ਹੁੰਦਾ ਹੈ, ਉਹਦੇ ਰਿਸ਼ਤੇਦਾਰਾਂ ਦਾ ਨਾਂ ਹੋਰ ਹੁੰਦਾ ਹੈ। ਕਹਿੰਦੇ ਕਿੰਨੇ ਨਾਂ ਹੁੰਦੇ, ਇਹਦੇ ਮਤਲਬ ਇਹ ਤਾਂ ਨਹੀਂ ਇੱਕ ਬੱਚਾ ਤਿੰਨ ਬੱਚੇ ਬਣ ਗਏ, ਹੁਣ ਤਿੰਨ ਨਾਵਾਂ ਕਰਕੇ ਹੁੰਦਾ ਤਾਂ ਇੱਕੋ ਹੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਉਹ ਇੱਕ ਹੈ, ਉਸਦੇ ਨਾਮ ਬਹੁਤ ਹਨ। ਭੁੱਲੇ ਬੰਦੈ ਪਖ ਜੋ ਜਨਮ ਮਰਨ ਮਹਿ ਸੋਏ। ਜੋ ਭੁੱਲਦੇ ਹਨ, ਜੋ ਪੱਖ ਬਾਜ ਵਿੱਚ ਬੰਨੇ ਜਾਂਦੇ ਹਨ ਵੀ ਆ ਚੰਗਾ ਆ ਮਾੜਾ, ਬਸ ਇਹੀ ਡਿਸਕ੍ਰਿਮੀਨੇਟਿਵ ਜਿਹੜੀ ਬੁੱਧੀ ਹੈ ਉਸ ਨੂੰ ਲੈ ਕੇ ਤੁਰੇ ਫਿਰਦੇ ਹਾਂ ਤੇ ਬੰਦਾ ਫਿਰ ਜਨਮ ਤੇ ਮਰਨ ਵਿੱਚ ਗੋਤੇ ਖਾਂਦਾ ਫਿਰਦਾ ਹੈ, ਪੁਨਰ ਜਨਮ ਵਿੱਚ ਫਸਿਆ ਰਹਿੰਦਾ ਹੈ। ਚੌਪੇ ਦੇਹ ਕੂਰ ਕੂਰੇ ਇਹੋ ਦਾਵੇ। ਦੇਖੋ ਦੇਹ ਕੂਰ, ਇਹ ਜਿਹੜਾ ਸਰੀਰ ਵੀ ਝੂਠਾ ਹੈ, ਇਸ ਦੇ ਦਾਅਵੇ ਜਿਹੜੇ ਹਨ ਨਾ, ਬੰਦਾ ਦਾਅਵੇ ਕਰਦਾ ਉਹ ਵੀ ਝੂਠੇ ਹੀ ਹਨ ਸਾਰੇ। ਹਿੰਦੂ ਤੁਰਕ ਮਨੈ ਜੇ ਮਨਾਵੈ। ਦੇਖੋ ਹਿੰਦੂ ਤੁਰਕ, ਜਿਹੜਾ ਹਿੰਦੂ ਜਿਹੜਾ ਹੈ ਜਾਂ ਤੁਰਕ ਜਿਹੜਾ ਹੈ, ਮਨੈ ਜੇ ਮਨਾਵੈ, ਉਹ ਮੰਨਦੇ ਹਨ ਜਾਂ ਮਨਾਉਂਦੇ ਹਨ। ਘਟ ਫੂਟੇ ਕਿਆ ਨਾਮ ਕਹੋਗੇ। ਜਦੋਂ ਮਰ ਗਏ ਉਦੋਂ ਕੀ ਕਹੋਗੇ? ਇਹ ਹਿੰਦੂ ਸੀ ਮੁਸਲਮਾਨ ਸੀ, ਕੀ ਫਰਕ ਪੈਂਦਾ ਹੈ? ਉਹੀ ਸਰੀਰ ਰਹਿ ਗਿਆ ਪਿੱਛੇ। ਹੁਣ ਕਹਿੰਦੇ ਘੱਟ ਫੂਟੇ, ਜਦੋਂ ਇਸ ਸਰੀਰ ਤੋਂ ਜਿਹੜਾ ਹਨ ਆਤਮਾ ਰੂਪ ਇਹਦੇ ਵਿੱਚੋਂ ਨਿਕਲ ਗਈ, ਇਸ ਸਰੀਰ ਨੂੰ ਤੋੜ ਕਰਕੇ, ਤਾਂ ਇਹਦੇ ਵਿੱਚ ਫਿਰ ਕੀ ਰਹਿ ਜਾਏਗਾ? ਇਹਨੂੰ ਕੀ ਕਹੋਗੇ ਤੁਸੀਂ? ਹੁਣ ਉਹ ਮਿੱਟੀ ਵਿੱਚ ਪਏ, ਹੁਣ ਹਿੰਦੂ ਆ ਜਾਂ ਮੁਸਲਮਾਨ ਆ, ਕੀ ਫਰਕ ਪੈਂਦਾ? ਹੁਣ ਤਨ ਦਾਵੇ ਬਿਨ ਜਬੈ ਰਹੋਗੇ। ਜਦੋਂ ਤਨ ਦਾਵੇ, ਇਹ ਤਨ ਦਾ ਦਾਵਾ, ਇਹਨੂੰ ਸੱਚਾ ਮੰਨ ਕੇ ਵੀ ਮੈਂ ਤੁਰਕਾਂ ਦੇ ਘਰ ਵਿੱਚ ਹਾਂ, ਮੈਂ ਹਿੰਦੂਆਂ ਦੇ ਘਰ ਵਿੱਚ ਹਾਂ, ਇਹ ਦਾਅਵੇ ਨੂੰ ਆਪਾਂ ਰੱਖਾਂਗੇ। ਜਦੋਂ ਤੱਕ ਇਹ ਭਰਮ ਰਹੇਗਾ ਉਦੋਂ ਤੱਕ ਉਹ ਪ੍ਰਮਾਤਮਾ ਦੀ ਪਹਿਚਾਣ ਨਹੀਂ ਹੋਣੀ। ਅੱਲਾਹ ਅਕਾਲ ਏਕ ਸ੍ਰੀ ਨਾਮੋ। ਦੇਖੋ ਅੱਲਾ ਹੋਇਆ, ਅਕਾਲ ਹੋਇਆ, ਉਹ ਇੱਕ ਹੀ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦਾ। ਦਾਵੇ ਕਰ ਹੈ ਪਖੰਡਨ ਧਾਮੋ। ਦੇਖੋ ਦਾਅਵੇ ਕੌਣ ਕਰਦਾ ਹੈ? ਦਾਅਵੇ ਕਰਨ ਵਾਲੇ ਬੰਦੇ ਪਖੰਡੀ ਹੁੰਦੇ ਨੇ, ਹਿਪੋਕ੍ਰਿਟਸ ਹੁੰਦੇ ਨੇ। ਉਹ ਹਿਪੋਕ੍ਰੇਸੀ ਕਰਦੇ ਨੇ ਲੋਕਾਂ ਨੂੰ ਭਰਮਾਉਣ ਵਾਸਤੇ, ਲੋਕਾਂ ਵਿੱਚ ਝਗੜੇ ਪਾਉਣ ਵਾਸਤੇ, ਲੜਾਈਆਂ ਪਾਉਣ ਵਾਸਤੇ, ਆਪਣੇ ਆਪ ਨੂੰ ਵੱਡਾ ਕਰਨ ਵਾਸਤੇ, ਦੂਜੇ ਨੂੰ ਛੋਟਾ ਕਰਨ ਵਾਸਤੇ। ਇਹ ਸਾਰੇ ਜਿਹੜੇ ਹਿਪੋਕ੍ਰਿਟਸ ਨੇ, ਇਹ ਹਿਪੋਕ੍ਰਿਟ ਹੀ ਜਿਹੜੀਆਂ ਇਸ ਦੀਆਂ ਗੱਲਾਂ ਪੁੱਠੀਆਂ ਸਿੱਧੀਆਂ ਜਾਂ ਕਰੀ ਜਾਂਦੇ ਹਨ। ਕਈ ਲੋਕ ਜਿਹੜੇ ਹਨ ਧਰਮ ਨੂੰ ਵਰਤਦੇ ਹਨ ਪੋਲੀਟੀਕਲ ਰੀਜ਼ਨ ਵਾਸਤੇ, ਕੋਈ ਧਰਮ ਨੂੰ ਵਰਤਦੇ ਹਨ ਜਿਹੜਾ ਹਨ ਦੂਜਿਆਂ ਦੇ ਜਾਂ ਲੋਕਾਂ ਦੇ ਵਿੱਚ ਜਿਹੜਾ ਹਨ ਡਿਵਾਈਡ ਐਂਡ ਰੂਲ ਵਾਸਤੇ। ਬਹੁਤ ਕੁਝ ਲੋਕ ਕਰਦੇ ਨੇ ਇਸ ਦੁਨੀਆ ਦੇ ਵਿੱਚ ਜਿਹੜੀਆਂ ਹਨ। ਇਸੇ ਕਰਕੇ ਧਰਮ ਦੀਆਂ ਲੜਾਈਆਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ ਦੁਨੀਆ ਦੇ ਵਿੱਚ। ਜਗਤ ਝੂਠ ਮਹਿ ਝੂਠੇ ਦਾਵੇ। ਦੇਖੋ ਜਗਤ ਇਹ ਝੂਠਾ ਹੈ, ਇਹ ਜਗਤ ਵੀ ਨਹੀਂ ਰਹਿਣਾ ਸੰਸਾਰ ਵਿੱਚ। ਇੱਕ ਵਾਰੀ ਨਹੀਂ ਸੀ, ਹੁਣ ਹੈ, ਅੱਗੇ ਨੂੰ ਨਹੀਂ ਹੋਵੇਗਾ। ਕਹਿੰਦੇ ਜਗਤ ਵੀ ਝੂਠਾ ਹੈ, ਹਮੇਸ਼ਾ ਨਹੀਂ ਰਹਿਣਾ। ਇਹ ਝੂਠੇ ਜਿਹੜੇ ਇਹ 'ਚ ਦਾਅਵੇ ਕੋਈ ਕਰੇ ਨਾ, ਮੈਂ ਇਹ ਹਾਂ, ਮੈਂ ਉਹ ਹਾਂ, ਉਹ ਵੀ ਝੂਠੇ ਹੀ ਹਨ। ਰਿਸ਼ਤ ਮਾਨ ਸਭ ਹੀ ਬਿਨਸਾਵੇ। ਦੇਖੋ ਦੇਖਣ ਵਾਲੀਆਂ ਚੀਜ਼ਾਂ ਸਾਰੀਆਂ ਬਿਨਸ ਜਾਣਗੀਆਂ, ਇਹ ਕੁਝ ਵੀ ਬਾਕੀ ਨਹੀਂ ਪਿੱਛੇ ਰਹਿ ਜਾਣਾ। ਅਸ ਵਿਚਾਰ ਮੰਨ ਲੋ ਔਰ ਕਰੀਏ। ਕਹਿਣਗੇ ਮੰਨ ਲਓ ਸ਼ਾਹੀ ਜਿਹੜਾ ਸੀਗਾ ਨਾ, ਉਹਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਹੇ ਮੰਨ ਲਓ ਔਰ ਕਰੀਏ। ਕਹਿਣਗੇ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕਰ। ਹੁਣ ਚਾਹੇ ਜੇ ਭਲਾ ਭ੍ਰਮ ਕੋ ਪਰ ਹਰੀਏ। ਜੇ ਤੂੰ ਆਪਣਾ ਜਿਹੜਾ ਹੈ ਭਲਾ ਚਾਹੁੰਦਾ ਹੈ, ਹੇ ਮੰਨ ਲਓ ਸ਼ੇਖ, ਜੇ ਤੂੰ ਆਪਣਾ ਭਲਾ ਚਾਹੁੰਦਾ ਹਾਂ, ਕਹਿੰਗਾ ਭਰਮ, ਜਿਹੜੇ ਭਰਮ ਨੂੰ ਦੂਰ ਕਰ। ਕੁਮਤ ਬਿਦਾਰਨ ਦੇ ਉਪਦੇਸਾ। ਇਹ ਕੁਮਤ ਖੋਟੀ ਮਤ ਨੂੰ ਦੂਰ ਕਰਨ ਵਾਸਤੇ ਜਿਹੜਾ ਦੇ ਉਪਦੇਸ਼ਾ, ਕਹਿਣਗੇ ਇਹ ਉਪਦੇਸ਼ ਜਿਹੜਾ ਹੈ ਤੂੰ ਲੈਣਾ ਕਰ ਫਿਰ ਵਾਪਸ। ਚਾਹੇ ਜੇ ਭਲਾ ਭ੍ਰਮ ਕੋ ਪਰ ਹਰੀਏ। ਕਹਿਣਗੇ ਜੇ ਤੂੰ ਆਪਣਾ ਭਲਾ ਚਾਹੁੰਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਤਾਂ ਆਪਣੇ ਭਰਮ ਨੂੰ, ਇਹ ਇਲੂਸ਼ਨਰੀ ਮਾਈਂਡ ਨੂੰ ਦੂਰ ਕਰ। ਤਾਂ ਉਸ ਵੇਲੇ ਕੁਮਤ ਬਿਦਾਰਨ ਦੇ ਉਪਦੇਸਾ। ਸਤਿਗੁਰਾਂ ਨੇ ਉਸ ਦੀ ਕੁਮਤ ਭੈੜੀ ਮਤ ਨੂੰ ਦੂਰ ਕਰਨ ਵਾਸਤੇ ਉਪਦੇਸ਼ ਦਿੱਤਾ। ਕਿਰਪਾ ਦ੍ਰਿਸ਼ਟ ਦੇਖੀ ਜਗਤੇਸਾ। ਬਸ ਇੱਕ ਕਿਰਪਾ ਦੇ ਦ੍ਰਿਸ਼ਟੀ ਸੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੰਨ ਲਓ ਛੇਕ ਤੇ ਪਾਈ, ਤੇ ਕੀ ਹੋਇਆ ਜੀ? ਦੋਹਰਾ ਦੰਭ ਕਦਨ ਕੇ ਬਚਨ ਤੇ ਅਨੰਦ ਸਦਨ ਸੁਨ ਬੈਨ। ਦੇਖੋ ਦੰਭ ਪਖੰਡ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ, ਅਨੰਦ ਸਦਨ ਸੁਣ ਬੈਨ, ਜੋ ਆਨੰਦ ਦੇ ਘਰ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਮੁਖਾਰ ਬਿੰਦ ਤੋਂ ਜੋ ਬਚਨ ਸੁਣੇ। ਪਦ ਪੰਕਜ ਪਰ ਰਹਿਓ ਹਰਖਤ ਔਰ ਭੀ ਚੈਨ। ਉਹ ਡਿੱਗ ਪਿਆ ਜੀ ਸਤਿਗੁਰਾਂ ਦੇ ਚਰਨਾਂ ਤੇ, ਪੈਰਾਂ ਤੇ ਡਿੱਗ ਪਿਆ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਕੇ। ਕਹਿੰਦੇ ਹਰਕਤ ਔਰ ਭੀ ਚੈਨ, ਉਹਦੇ ਮਨ ਵਿੱਚ ਬੜੀ ਖੁਸ਼ੀ ਆਈ ਤੇ ਪਹਿਲੀ ਵਾਰੀ ਉਹਨੂੰ ਪੀਸ ਆਫ ਮਾਈਂਡ ਫੀਲ ਹੋਇਆ। ਚੌਪੇ ਹੋਏ ਦੀਨ ਮਨ ਬਿਨਾ ਬਖਾਨੀ। ਦੀਨ ਹੋ ਕੇ ਬੜਾ ਨਿਮਰਤਾ ਵਿੱਚ ਆ ਕੇ ਬੇਨਤੀ ਕੀਤੀ। ਅਬ ਜਾਣੇ ਤੁਮ ਸ੍ਰੀ ਗੁਣ ਖਾਨੀ। ਕਹਿੰਗੇ ਹੁਣ ਮੈਂ ਜਾਣਿਆ ਤੁਸੀਂ ਆਪ ਗੁਣਾ ਦੀ ਖਾਨ, ਗੁਣਾ ਦੇ ਟ੍ਰੈਸ਼ਰ ਹੋ, ਉਹੀ ਪਾਰ ਬ੍ਰਹਮ ਸਰੂਪ ਖੁਦਾ ਰੂਪ ਹੋ। ਭਇਓ ਮੁਰੀਦੰ ਰਾਵਰ ਕੇਰਾ। ਪਾਤਸ਼ਾਹ ਜੀ ਮੈਂ ਅੱਜ ਤੋਂ ਤੁਹਾਡਾ ਚੇਲਾ ਬਣ ਗਿਆ, ਮੈਨੂੰ ਸਿੱਖ ਬਣਾ ਲਓ ਆਪ ਜੀ ਦਾ। ਹੁਣ ਬਚਨ ਸੁਨਤ ਭ੍ਰਮ ਮਿਟ ਗਇਓ ਮੇਰਾ। ਤੁਹਾਡੇ ਬਚਨ ਸੁਣ ਕੇ ਮੇਰੇ ਸਾਰਾ ਹੀ ਭਰਮ ਮਿਟ ਗਿਆ। ਓ ਖੁਦਾਏ ਮੂਰਤ ਧਰ ਆਏ। ਹੇ ਖੁਦਾ ਤੁਸੀਂ ਆਪ ਹੀ ਗੁਰੂ ਨਾਨਕ ਬਣ ਕੇ ਸੰਸਾਰ ਵਿੱਚ ਆਏ ਹੋ। ਦਾਵੇ ਦੁਐਤ ਪਖੰਡ ਮਿਟਾਏ। ਇਹ ਦਾਅਵੇ ਜਿਹੜੇ ਲੋਕ ਕਰਦੇ
ਕਰਦੇ ਇਹ ਚੰਗਾ ਇਹ ਮਾੜਾ, ਇਹ ਜਿਹੜੀ ਡਾਊਟਪੁਣਾ ਹੈ, ਇਹ ਪਖੰਡ ਜਿਹੜਾ ਹੈ, ਹਿਪੋਕ੍ਰੀਸੀ ਹੈ, ਇਹ ਸਾਰੀ ਮਿਟ ਗਈ ਹੁਣ। ਆਪ ਤੁਮ ਪੀਰ ਭਏ ਹੋ ਮੇਰੇ। ਚੱਲ ਹੁਣ ਤੋਂ ਤੁਸੀਂ ਮੇਰੇ ਪੀਰ, ਮੇਰੇ ਜਿਹੜੇ ਮੇਰੇ ਹਨ, ਜਿਹੜੇ ਮੇਰੇ ਗੁਰੂ ਬਣ ਗਏ ਹੁਣ। ਉਪਜੇ ਸਾਥ ਦਰਸ ਕੋ ਹੇਰੇ। ਤੁਹਾਡੇ ਦਰਸ਼ਨ ਕਰਕੇ ਮੇਰੇ ਹਿਰਦੇ ਵਿੱਚ ਸ਼ਾਂਤ ਆ ਗਈ। ਮੋਰ ਔਰ ਨਭ ਰਵ ਰੂਪ ਤੁਮਾਰਾ। ਜਿਹੜਾ ਮੋਰ ਔਰ ਨਭ ਕਹਿਣਗੇ ਮੇਰੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਤੁਸੀਂ ਆਪ ਹੀ ਸੂਰਜ ਰੂਪ ਹੋ, ਜਿਹੜੇ ਕਿ ਮੈਨੂੰ ਐਨਲਾਈਟਮੈਂਟ ਦੇਣ ਵਾਲੇ ਹੋ, ਸਪਿਰਿਚੁਅਲ ਐਨਲਾਈਟਮੈਂਟ ਤੁਸੀਂ ਮੈਨੂੰ ਦਿੱਤਾ ਹੈ। ਬਚਨ ਕਿਰਨ ਯੁਤ ਕਰੋ ਬਸਾਰਾ। ਮਹਾਰਾਜ ਤੁਹਾਡੇ ਬਚਨ ਜਿਹੜੇ ਹਨ ਉਹ ਸੂਰਜ ਦੀਆਂ ਕਿਰਨਾਂ ਹਨ। ਉਹ ਕਿਰਨਾਂ ਜਿਹੜੀਆਂ ਹਨ, ਜਿਹੜੀਆਂ ਚਾਨਣ ਵੀ ਦਿੰਦੀਆਂ ਹਨ, ਗਰਮੈਸ਼ ਵੀ ਦਿੰਦੀਆਂ ਹਨ, ਜੀਵਨ ਵੀ ਦਿੰਦੀਆਂ ਹਨ। ਯੁੱਧ ਕਰੋ ਬਸਾਰਾ। ਮਹਾਰਾਜ ਮੇਰੇ ਅੰਦਰ ਤੁਸੀਂ ਆਪਣਾ ਪਸਾਰਾ ਕਰੋ, ਬਸਾਰਾ ਕਰੋ, ਮੇਰੇ ਹਿਰਦੇ ਵਿੱਚ ਵਸੋ। ਤੇ ਪੈਸ ਦੇਵ ਮੋਹ ਤਮ ਨਾਸੋ। ਮਹਾਰਾਜ ਮੇਰੇ ਅੰਦਰ ਹਮੇਸ਼ਾ ਹੀ ਤੁਸੀਂ ਵਸਦੇ ਰਹੋ, ਜਿਹਦੇ ਕਰਕੇ ਮੋਹ, ਜਿਹੜਾ ਮੋਹ ਰੂਪੀ ਹਨੇਰਾ ਹੈ, ਉਹ ਦੂਰ ਹੀ ਰਹੇ। ਕਲਮਲ ਉੱਡ ਕੋ ਮਿਟ ਹੈ ਪ੍ਰਕਾਸ਼ੋ। ਪਾਸ਼ਾ ਇਹ ਜਿਹੜਾ ਹਨ ਕਲਮਲ, ਜਿਹੜੇ ਪਾਪ ਹਨ, ਉਹ ਸਾਰੇ ਜਿਹੜੇ ਹਨ ਪਾਪਾਂ ਰੂਪੀ ਜਿਹੜੇ ਤਾਰੇ ਹਨ, ਉਹ ਸਾਰੇ ਹੀ ਦੂਰ ਹੋ ਜਾਣ। ਉਹ ਨਾ ਮੈਨੂੰ ਕਿਤੇ ਪਤੰਗ ਕਰਨ, ਮੇਰੇ ਅੰਦਰੋਂ ਪਾਪਾਂ ਰੂਪੀ ਤਾਰੇ ਵੀ ਦੂਰ ਹੋ ਜਾਣਗੇ, ਕਿਉਂਕਿ ਸੂਰਜ ਚੜ੍ਹਦੋ ਤਾਰੇ ਨਹੀਂ ਦਿਸਦੇ। ਇਸ ਕਰਕੇ ਪਾਤਸ਼ਾਹ ਜੀ ਤੁਹਾਡਾ ਜਿਹੜਾ ਗਿਆਨ ਦਾ ਚਾਨਣ ਹਮੇਸ਼ਾ ਹੀ ਮੇਰੇ ਹਿਰਦੇ ਵਿੱਚ ਬਣਿਆ ਰਹੇ। ਦੋਹਰਾ ਪ੍ਰਸ਼ਨ ਕਹੋ ਇੱਕ ਔਰ ਮੁਝ ਜੋ ਖੁਦਾਏ ਦਰਗਾਹ। ਪਾਤਸ਼ਾਹ ਜੀ ਇੱਕ ਮੇਰਾ ਕੁਐਸਚਨ ਹੋਰ ਹੈ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੋ ਖੁਦਾ ਦੀ ਦਰਗਾਹ ਹੈ, ਉਹ ਖੁਦਾ ਦਾ ਜਿਹੜਾ ਹੈ ਕੋਟ ਹੈ, ਉਹ ਆਦਰ ਤਹਿ ਪਾਵਏ ਜਿਹੇ ਨਕਾਰ ਕਿਤ ਨਾ ਹੈ। ਮਹਾਰਾਜ ਉੱਥੇ ਕਿਹਦਾ ਸਤਕਾਰ ਹੁੰਦਾ ਤੇ ਕਿਹਦੀ ਬੇਇੱਜ਼ਤੀ ਹੁੰਦੀ ਹੈ ਉੱਥੇ? ਚਾਪੇ ਤਹਿ ਕੇ ਲੱਛਣ ਮੁਝ ਹੈ ਸੁਣਾਈਏ। ਮਹਾਰਾਜ ਉਹਨਾਂ ਦੇ ਲੱਛਣ ਸੁਣਾਓ ਜਿਨ੍ਹਾਂ ਦੇ ਜਿਹੜਾ ਇੱਜ਼ਤ ਹੁੰਦੀ ਹੈ, ਉੱਥੇ ਸਤਕਾਰ ਹੁੰਦਾ ਹੈ। ਜਿਹੇ ਤੇ ਦਰਗਾਹ ਠਾਕ ਨਾ ਪਈਏ। ਤੇ ਉਹਨਾਂ ਦੇ ਵੀ ਦੱਸ ਦਿਓ ਜਿਨ੍ਹਾਂ ਨੂੰ ਥਾਂ ਨਹੀਂ ਮਿਲਦਾ ਪਰਮਾਤਮਾ ਦੀ ਦਰਗਾਹ ਵਿੱਚ। ਬਹਰੋ ਸ੍ਰੀ ਪ੍ਰਭ ਬਚਨ ਉਚਾਰੇ। ਫੇਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਦ્વੈਤੀ ਦਾਵੇ ਜਿਹੇ ਮਨ ਟਾਰੇ। ਕਹਿਣਗੇ ਦ્વੈਤੀ ਜਿਹਨੇ ਜੋ ਦ્વੈਤ ਕਰਨੀ, ਜਿਹੜਾ ਡਾਊਟਪੁਣਾ ਹੈ, ਦਾਅਵੇ ਕਰਨੇ, ਕਲੇਮ ਕਰਨਾ, ਇਹ ਚੀਜ਼ ਹੈ ਜੀ, ਉਹ ਚੀਜ਼ ਹੈ ਜੀ, ਇਹ ਜਿਹੜੇ ਕਲੇਮ ਕਰਨੇ, ਪ੍ਰੋਕਲੇਮ ਕਰਨੇ ਹਨ, ਸਾਰਾ ਜੇ ਮਨ ਤੋਂ ਟਲ ਜਾਵੇ, ਦੂਰ ਹੋ ਜਾਵੇ। ਭਾਣਾ ਵਾਹਿਗੁਰੂ ਕੋ ਮਾਨਿਓ। ਭਾਣਾ ਸਤਿਗੁਰਾਂ ਦਾ ਮੰਨਣਾ ਚਾਹੀਦਾ, ਪਰਮੇਸ਼ਰ ਦਾ, ਪਰਮੇਸ਼ਰ ਦੇ ਭਾਣੇ, ਦ ਵਿਲ ਆਫ ਗੋਡ ਵਿੱਚ ਰਹਿਣਾ ਚਾਹੀਦਾ ਹੈ, ਉਸ ਦੇ ਭਾਣੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ। ਕਲ ਮਹਿ ਕੀਰਤ ਨਾਮ ਬਖਾਨਿਓ। ਕਿਉਂਕਿ ਕਲਯੁਗ ਦੇ ਵਿੱਚ ਕੀਰਤੀ ਸਿਰਫ ਨਾਮ ਪਰਮੇਸ਼ਰ ਦੇ ਨਾਮ ਦੀ ਹੋਈ ਹੈ, ਵਾਹਿਗੁਰੂ ਦੇ ਨਾਮ ਦੀ ਹੋਈ ਹੈ। ਕੋ ਆਦਰ ਸਰਬ ਸਥਾਨਾ। ਤੇ ਉਹਨਾਂ ਦਾ ਆਦਰ ਸਤਕਾਰ ਹਰ ਇੱਕ ਥਾਂ ਤੇ ਹੁੰਦਾ ਹੈ। ਹਰਖ ਸੋਕ ਸਮਮਾਨ ਅਮਾਨਾ। ਜੋ ਖੁਸ਼ੀ ਤੇ ਗਮੀ ਨੂੰ ਇੱਕ ਜੈਸਾ ਕਰਕੇ ਮੰਨਦੇ ਹਨ, ਤੇ ਮਾਨ ਤੇ ਅਮਾਨਾ ਜਿਹੜਾ ਹੈ ਆਦਰ ਤੇ ਨਿਰਾਦਰ ਨੂੰ ਵੀ ਇੱਕ ਜੈਸਾ ਜਾਣਦੇ ਹਨ। ਮਹਿ ਨਕਾਰ ਤੇ ਕੋ ਕਤ ਹੋਵੈ। ਕਹਿਣਗੇ ਉਹਨਾਂ ਦਾ ਨਕਾਰ ਕਿਤੇ ਵੀ ਨਹੀਂ ਹੁੰਦਾ, ਉਹਨਾਂ ਦੀ ਬੇਇੱਜ਼ਤੀ ਕਿਤੇ ਵੀ ਨਹੀਂ ਹੁੰਦੀ, ਉਹਨਾਂ ਨੂੰ ਕੋਈ ਵੀ ਨਹੀਂ ਕਿਤੋਂ ਵੀ ਕੱਢਦਾ। ਸਾਚ ਰਤੇ ਸੋ ਸਾਚ ਬੁਗੋਵੈ। ਦੇਖੋ ਜਿਹੜੇ ਸੱਚ ਵਿੱਚ ਰਤੇ, ਪਰਮੇਸ਼ਰ ਵਿੱਚ ਰਤੇ ਹੁੰਦੇ ਹਨ, ਉਹ ਸੱਚ ਹੀ ਬੋਲਦੇ ਹਨ। ਕੋਮਲ ਹਿਰਦੇ ਪਰ ਉਪਕਾਰੀ। ਉਹ ਕੋਮਲ ਹਿਰਦਿਆਂ ਵਾਲੇ ਹੁੰਦੇ ਨੇ ਤੇ ਪਰ ਉਪਕਾਰੀ, ਦੂਜਿਆਂ ਦਾ ਭਲਾ ਹੀ ਚਾਹੁੰਦੇ ਹਨ। ਦੁੱਖ ਸੁਖ ਮਹਿ ਸਮ ਕਰਤ ਵਿਚਾਰੀ। ਉਹ ਸੁੱਖ ਦੁੱਖ ਵਿੱਚ ਸਮ ਜਿਹੜਾ ਹਨ, ਦੁੱਖ ਸੁੱਖ ਵਿੱਚ ਸਮ ਹੀ ਪਰਮੇਸ਼ਰ ਦੀ ਭਗਤੀ ਕਰਦੇ ਹਨ, ਉਸ ਪਰਮਾਤਮਾ ਦੀ ਹੀ ਵਿਚਾਰ ਆਪਣੇ ਹਿਰਦੇ ਵਿੱਚ ਰੱਖਦੇ ਹਨ। ਉਹ ਸੁੱਖ ਦੁੱਖ ਤੋਂ ਉੱਤੇ ਉੱਠ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੁੰਦੇ ਹਨ। ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਨ ਪੀਰ ਥਾਪ ਨਿਜ ਸੋਏ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸੁਣ ਕੇ ਪੀਰ ਥਾਪ ਨਿਜ ਸੋਏ, ਕਹਿਣਗੇ ਪੀਰ ਆਪਣਾ ਪੀਰ ਬਣਾ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਾਲੋ ਸ਼ੇਖ ਨੇ। ਭਇਓ ਮੁਰੀਦ ਅਧੀਨ ਹੋਇ ਹਿਰਦੇ ਪ੍ਰੇਮ ਮੈਂ ਹੋਏ। ਸਤਿਗੁਰਾਂ ਦੇ ਅਧੀਨ ਹੋ ਕੇ ਮਹਾਰਾਜ ਦਾ ਸਿੱਖ ਬਣ ਗਿਆ, ਹਿਰਦੇ ਵਿੱਚ ਪ੍ਰੇਮ ਆ ਗਿਆ ਜੀ। ਚੌਪੇ ਕੇਤਿਕ ਦਇਓਸ ਰਹਿਓ ਪ੍ਰਭ ਪਾਸੂ। ਕੁਝ ਕੁ ਦਿਨ ਸਤਿਗੁਰਾਂ ਦੇ ਕੋਲ ਹੀ ਰਿਹਾ। ਭਇਓ ਸੇਖ ਪੁਨ ਆਪਨ ਅਵਾਸੂ। ਫੇਰ ਮਾਲੋ ਸ਼ੇਖ ਵਾਪਸ ਆਪਣੇ ਘਰ ਨੂੰ ਮੁੜ ਗਿਆ। ਹਿਰਦੇ ਧਰੇ ਸ੍ਰੀ ਨਾਨਕ ਧਿਆਨਾ। ਬਸ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਧਿਆਨ ਜੁੜ ਗਿਆ ਹੈ। ਧਿਆਨ ਵਿੱਚ ਉਹਨੇ ਗੁਰੂ ਨਾਨਕ ਸਾਹਿਬ ਨੂੰ ਟਿਕਾ ਲਿਆ ਤੇ ਉੱਥੇ ਫੋਕਸ ਕੀਤਾ ਆਪਣੀ ਸਾਰੀ ਜ਼ਿੰਦਗੀ ਵਾਸਤੇ। ਬੈਠੇ ਜਹ ਨੁਤ ਕਰ ਹੈ ਬਖਾਨਾ। ਦੇਖੋ ਜਿੱਥੇ ਵੀ ਬਹਿੰਦਾ ਹੈ ਉੱਥੇ ਗੁਰੂ ਨਾਨਕ ਸਾਹਿਬ ਦੀ ਉਸਤਤ ਨੂੰ ਹੀ ਗਾਉਂਦਾ ਹੈ। ਸਾਰੇ ਕਿਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੀ ਅੱਗੇ ਲੋਕਾਂ ਨੂੰ ਦੱਸਦਾ ਹੈ। ਇਸ ਪ੍ਰਕਾਰ ਕਰਕੇ ਮਾਲੋ ਸ਼ੇਖ ਦਾ ਵੀ ਸਤਿਗੁਰਾਂ ਨੇ ਉਧਾਰ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਐਸੇ ਤਾਰਦੇ ਹਨ ਸੰਸਾਰ ਨੂੰ। ਹਿਰਦੇ ਧਰੇ ਸ੍ਰੀ ਨਾਨਕ ਧਿਆਨਾ। ਬੈਠੇ ਜਹ ਨੁਤ ਕਰ ਹੈ ਬਖਾਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਮਾਲੋ ਸ਼ੇਖ ਪ੍ਰਸੰਗ ਵਰਣਨ ਨਾਮ 40ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।